ਆ ਲਓ ਜੀ। दाल मखनी, हाँ जी, मटर पनीर, हाँ जी, खुंब 2 प्याजा, हाँ जी, पाइनएप्पल रायता, हाँ जी, पापड़ छापड़ जापड़ जेड़ा कुछ भी है चक ले के मिट दे अंदर अंदर। ठीक है जी। बस कर मामा, तेरा ढड्डा किटवा थोड़े बहुते पैसे बचा ला, ਆਪਾਂ ਰਾਤ ਨੂੰ ਵੀ ਰੋਟੀ ਖਾਣੀ ਹੈ। ਓਏ ਰਾਤ ਦੀ ਰਾਤ ਨੂੰ ਵੇਖੀ ਜਾਊਗੀ, ਨਾਲੇ ਜਦ ਤੱਕ ਰਾਂਝੇ ਦੀ ਤੂੰ ਵੀ ਵੱਜੂਗੀ ਸਮਝ ਲੈ ਮਾਮੇ ਭਾਣਜੇ ਦੀ ਢਿੱਡੀ ਰੱਜੂਗੀ। ਮਾਮਾ ਸੰਗੀਤ ਮੇਰਾ ਸ਼ੌਂਕ ਸੀ, ਤੂੰ ਦੇਖ ਲੈ ਇੱਥੇ ਕਿਹੜੇ ਕਮੀ ਲਾ ਛੱਡਿਆ। ਮੈਂ ਮੰਨਦਾ ਯਾਰ ਸੰਗੀਤ ਪੂਜਾ, ਪਰ ਭਗਤੀ ਭੁੱਖੇ ਢਿੱਡ ਨਹੀਂ ਹੁੰਦੀ। ਸੋ ਪਹਿਲੇ ਪੇਟ ਪੂਜਾ ਫਿਰ ਕੰਮ ਦੂਜਾ। ਕੰਮ ਤੋਂ ਯਾਦ ਆਇਆ, ਜਿਸ ਕੰਮ ਲਈ ਆਪਾਂ ਇੰਡੀਆ ਤੋਂ ਥਾਈਲੈਂਡ ਪਹੁੰਚੇ ਆ, ਕਿਤੇ ਇੱਥੇ ਦੀ ਚੱਕਾ ਚੌਂਚ ਪਤੰਦਰਾ ਉਹ ਕੰਮ ਨਾ ਭੁੱਲ ਜੀ। ਮਾਮਾ ਪੈਸੇ ਦਾ ਕੀ ਹੈ, ਪੈਸਾ ਤਾਂ ਹੱਥਾਂ ਦੀ ਮੈਲ ਹੈ। ਇਹ ਹਿਸਾਬ ਨਾਲ ਤਾਂ ਤੇਰਾ ਮਾਮਾ ਫੁੰਮਣ ਫਿਰੋਜ਼ਪੁਰੀਆ ਫਿਰ ਸ਼ਾਹੂਕਾਰ ਹੋਇਆ। ਉਹ ਕਿਵੇਂ? ਕਿਉਂਕਿ ਮੈਲ ਤਾਂ ਸੁੱਖ ਨਾਲ ਉਹਦੇ ਗੋਡੇ ਗੋਡੇ ਚੜੀ ਹੋਈ ਆ। ਰਾਂਝਿਆ, ਹਾਂ ਇੱਥੇ ਪੈਸਾ ਲੋਕਾਂ ਕੋਲ ਆ ਤਾਂ ਬਹੁਤ ਜਲਦੀ ਜਾਂਦਾ, ਪਰ ਹਜ਼ਮ ਬਹੁਤ ਦੇਰ ਬਾਅਦ ਹੁੰਦਾ। ਜੂਲੀਅਟ, ਜੂਲੀਅਟ, बुआ जी, ਕਿੱਥੇ ਚਲੀ ਗਈ ਸੀ ਤੂੰ? अरे मैं इतने ही सी नवी गड्डी देख रही सी। ओके लेट्स गो। आज मैं 50 लाख बाद दी डायमंड रिंग खरीदी। बड़ा पागल है। कोई नहीं बुआ जी, तुसी इतने ही वेट करो, मैं आई। ओए मिस्टर, you've done a wrong parking। गड्डी काट इत्थों। ਤੈਨੂੰ ਦੱਸਦਾ ਨਹੀਂ ਮੈਂ ਖਾਣਾ ਖਾ ਰਿਹਾ। ਜੇ ਤੈਨੂੰ ਜ਼ਿਆਦਾ ਹੀ ਕਾਲੀ ਆ ਆ ਚੱਕ ਚਾਬੀ ਆਪੇ ਕਰ ਲੈ ਸਾਈਡ ਤੇ। बुआ जी, ठीक है? हुन सब ठीक है, आ जा। बुआ जी, ਉਹ ਸੀਏ ਦਾ ਫੋਨ ਆਇਆ ਸੀ, ਡਾਕੂਮੈਂਟਸ ਬਾਰੇ ਪੁੱਛ ਰਿਹਾ ਸੀ। ਤੁਸੀਂ ਇੱਕ ਵਾਰੀ ਗੱਲ ਕਰ ਲਿਓ। ਲੈ ਹੁਣ ਮੇਰਾ ਇਹ ਸਟੈਂਡਰਡ ਰਹਿ ਗਿਆ ਕਿ ਮੈਂ ਸੀਏ ਨਾਲ ਗੱਲ ਕਰੂੰਗੀ। ਸ਼ਮਸ਼ੇਰ ਨੂੰ ਤਨਖਾਹ ਕਿਸ ਚੀਜ਼ ਦੀ ਦਿੰਨੇ ਆ? ਪਰ ਪਤਾ ਨਹੀਂ ਵੀ ਕਿੱਥੇ ਗੁਆਚਾ ਰਹਿੰਦਾ। ਹਾਏ ਓਏ ਰੱਬਾ ਓਏ, ਤੁਸੀਂ ਕਿੰਨੇ ਪਿਆਰੇ ਲੱਗ ਰਹੇ ਹੋ। ਸ਼ੇਰੂ ਜੀ ਪਹਿਲਾਂ ਕੁੰਡ ਤਾਂ ਚੱਕੋ। ਹਾਏ ਓ ਮੇਰੇ ਮਾਲਕਾ, ਕੁੱਤਿਆਂ ਵਾਲਾ ਨਾਂ ਵੀ ਕਿੰਨਾ ਤੁਹਾਡੇ ਮੂੰਹ ਚੋਂ ਪਿਆਰਾ ਲੱਗਦਾ। ਕੁੰਡ ਚੱਕਾ, ਬੱਲੇ ਓ ਮੇਰੇ ਮਾਲਕਾ, ਕਿਰਪਾ ਕਰ ਦੇ। ਹਾਏ ਓ ਰੱਬਾ ਓਏ, ਮੇਰਾ ਚੰਨ ਦਾ ਟੁਕੜਾ ਓਏ। ਹਾਏ ਓ ਮੋਂਟਾ ਚੰਨ। ਸ਼ੇਰੂ ਜੀ ਮੈਂ ਇੱਥੇ ਆ, ਤੁਸੀਂ ਪਲੰਗ ਨਾਲ ਚਿੰਬੜੇ ਪਏ ਹੋ। ਮੈਂ ਤੁਹਾਨੂੰ ਕੀ ਦੱਸਾਂ, ਮੇਰੇ ਕੋ ਚਾਹ ਨਹੀਂ ਸਮਝਦੇ ਜਾਂਦੇ। ਤੁਸੀਂ ਖੂਬਸੂਰਤ ਹੀ ਇੰਨੇ ਹੋ, ਮੇਰੇ ਕੋਲ ਸ਼ਬਦ ਨਹੀਂ। ਮੈਂ ਕਿੰਨਾ ਸ਼ਬਦਾਂ ਨਾਲ ਤੁਹਾਡੀ ਤਾਰੀਫ ਕਰਾਂ। ਜਦੋਂ ਸ਼ਬਦ ਮਿਲ ਜਾਣਗੇ ਨਾ ਉਦੋਂ ਤਾਰੀਫ ਵੀ ਕਰ ਲਈਓ। ਤੁਸੀਂ ਕਿੰਨੇ ਨਾਟੀ ਹੋ। ਤੁਸੀਂ ਬਿਲਕੁਲ ਨੌਟੀ ਨਹੀਂ। ਹੁਣ ਤਾਂ ਉਹ ਕਰੋ ਜੋ ਵਿਆਹ ਤੋਂ ਬਾਅਦ ਕਰੀਦਾ ਹੁੰਦਾ ਹੈ। ਉਹ ਅੱਛਾ, ਦੇਖੋ ਸੈਂਡੀ ਜੀ, ਮੈਂ ਬਹੁਤ ਗਰੀਬ ਤੇ ਮਾਤੜ ਬੰਦਾ ਆ। ਮੈਨੂੰ ਇਸ ਮਾਮਲੇ 'ਚ ਕੱਖ ਨਹੀਂ ਪਤਾ। ਮੈਂ ਬਹੁਤ ਅਣਜਾਣ ਆ। ਮੇਰਾ ਪਹਿਲਾ ਵਿਆਹ ਆ ਤੇ ਕਿਰਪਾ ਕਰਕੇ ਮੈਨੂੰ ਦੱਸੀ ਜਾਇਓ। ਤੁਹਾਨੂੰ ਸੱਚੀ ਨਹੀਂ ਪਤਾ ਕਿ ਵਿਆਹ ਤੋਂ ਬਾਅਦ ਕੀ ਕਰੀਦਾ ਹੁੰਦਾ ਹੈ? ਇਹੀ ਜਬ ਪਤਾ ਕਰਨ ਲਈ ਤਾਂ ਸੈਂਡੀ ਜੀ ਮੈਂ ਵਿਆਹ ਕਰਾਇਆ। ਠੀਕ ਹੈ ਮੈਂ ਦੱਸਦੀ ਹਾਂ। ਤੁਸੀਂ ਨਾ ਪਹਿਲਾਂ ਮੇਰਾ ਹੱਥ ਫੜੋ। ਹਾਏ ਹੱਥ ਫੜਨ ਨੂੰ ਕਿਹਾ ਹੋਇਆ ਹੈ। ਫੜ ਲਿਆ ਜੀ। ਹੁਣ ਨਾ ਇੱਥੇ ਬੁੱਗੀ ਕਰੋ। ਹਾਏ ਓ ਰੱਬਾ, ਹੁਣ ਇੱਥੇ ਬੁੱਗੀ ਕਰੋ। ਹਾਏ ਓਏ ਅੱਛਾ।
ਮੇਰਾ ਹੀ ਦੁੱਧ ਸੋਡਾ ਓਏ। ਹੁਣ ਇੱਥੇ ਅੱਛਾ ਪਤਾ ਲੱਗ ਗਿਆ ਜੱਬ ਕੀ ਹੁੰਦਾ ਹੈ? ਆਏ ਹਾਏ ਜੱਬ ਦਾ ਸਵਾਦ ਹੀ ਬੜਾ। ਨਹੀਂ, ਪਰ ਤੁਹਾਨੂੰ ਨਹੀਂ ਪਤਾ ਇਹਦੇ ਅੱਗੇ ਵੀ ਜੱਬ ਹੈ। ਉਹ ਅੱਛਾ ਜੀ, ਇੱਥੇ ਵੀ ਹਾਏ ਮੇਰੇ ਕਰਨਾ। ਮਾਲਕਾ ਆ ਤਾਂ ਫਿਰ ਮਿਲਕ ਬਦਾਮ ਹੀ ਆ। ਸੈਂਡੀ ਜੀ ਤੁਸੀਂ ਕਿੰਨੇ ਕੂਲੇ ਹੋ, ਆਪਣੀ ਜੋੜੀ ਕਿੰਨੀ ਸੋਹਣੀ ਲੱਗਣੀ ਓਏ। ਹਾਏ ਮੇਰੇ ਮਾਲਕਾ ਓਏ ਪਰਾ ਮਾਰੇ। ਮੈਂ ਵੀ ਕਿੰਨਾ ਟੇਸਟ ਕਿਦਾ ਚੇਂਜ ਹੋ ਗਿਆ। ਕਿੱਥੇ ਮਿਲਕ ਬਦਾਮ, ਕਿੱਥੇ ਜਲ ਜੀਰਾ। ਤੂੰ ਮਾਲਕਾਂ ਦੇ ਰੂਮ 'ਚ ਕੀ ਕਰਦੀ ਐ? ਨੌਕਰਾਨੀ ਕਿਸ ਥਾਂ ਦੀ? ਸ਼ਮਸ਼ੇਰ ਜੀ ਤੁਹਾਡੇ ਤੇ ਮੇਰੇ 'ਚ ਕਿੰਨਾ ਕੁ ਫਰਕ ਆ? ਕਿਤੇ 19 ਤੇ 21 ਦਾ ਫਰਕ ਹੈ ਬਸ। ਹੈਗੇ ਤਾਂ ਤੁਸੀਂ ਵੀ ਨੌਕਰ ਹੀ ਆ ਨਾ। ਆ ਕਿੱਥੇ ਰਾਮ ਰਾਮ, ਕਿੱਥੇ ਟੈ ਟੈ। ਮੈਂ ਮੈਨੇਜਰ, ਤੂੰ ਨੌਕਰਾਨੀ। ਮੇਰੀ 30 ਸਾਲ ਦੀ ਮਿਹਨਤ ਨੂੰ 30 ਸਕਿੰਟਾਂ 'ਚ ਮਿੱਟੀ 'ਚ ਮਿਲਾ ਕੇ ਰੱਖਤਾ। ਨੌਕਰਾਨੀ ਕਿਸ ਥਾਂ ਦੀ? ਸ਼ਮਸ਼ੇਰ ਜੀ ਸੁਪਨੇ ਦੀ ਦੁਨੀਆ 'ਚੋਂ ਬਾਹਰ ਆਓ। ਜਦੋਂ ਦੇਖੋ ਸੈਂਡੀ ਸੀਏ ਦੇ ਪੇਪਰ ਸਾਈਨ ਕਰਾਉਣੇ ਨੇ। ਮਾਲਕਿਨ ਨੇ ਤਾਂ ਹੀ ਮੈਨੂੰ ਤੁਹਾਡੇ ਕਮਰੇ 'ਚ ਭੇਜਿਆ। ਉਹ ਜਾ ਬਾਜਾ ਦੌੜ ਜਾ ਤਾ ਆਈ ਹੈ ਤੂੰ ਵੱਡੀ। ਸ਼ਮਸ਼ੇਰ ਜੀ ਤੁਸੀਂ ਸਟਾਫ ਤੇ ਚੈੱਕ ਬਣਾ ਦਿੱਤੇ? ਹਾਂਜੀ ਚੈੱਕ ਮੈਂ ਬਣਾਤੇ। ਮੇਰੇ ਹੁੰਦੇ ਤੁਸੀਂ ਬਿਲਕੁਲ ਫਿਕਰ ਨਾ ਕਰਿਆ ਕਰੋ। ਕੀ ਹੋਇਆ ਬੇਬੀ, ਇੰਨਾ ਗੁੱਸਾ? ਭੂਆ ਜੀ ਕੋਈ ਤੁਹਾਡੀ ਫਰੈਂਡ ਦੇ ਸਾਹਮਣੇ ਤੁਹਾਡੀ ਇਨਸਲਟ ਕਰੇ ਤਾਂ ਤੁਸੀਂ ਕੀ ਕਰੋਗੇ? ਮੈਂ ਉਹਦੇ ਗੋਲੀ ਮਾਰ ਦਿਆਂਗੀ। ਕੋਈ ਮੇਰੀ ਇਨਸਲਟ ਕਰੇ, ਆਈ ਡੋਂਟ ਲਾਈਕ। ਬਸ ਫਿਰ ਮੈਨੂੰ ਵੀ ਬੰਦੂਕ ਫੜਾ ਦਿਓ, ਮੈਂ ਵੀ ਕਿਸੇ ਨੂੰ ਮਾਰਨਾ ਹੈ। ਓ ਮਾਈ ਗॉड, ਇਹੋ ਜਿਹੀ ਕੀ ਗੱਲ ਹੋ ਗਈ ਕਿ ਤੈਨੂੰ ਇੰਨਾ ਗੁੱਸਾ ਆ ਗਿਆ? ਭੂਆ ਜੀ ਅੱਜ ਨਾ ਮੈਂ ਮਾਲ ਗਈ ਸੀ ਤੇ ਇੱਕ ਚੋਰ ਮੇਰਾ ਪਰਸ ਲੈ ਕੇ ਭੱਜ ਗਿਆ। ਹੇ ਯੂ ਮੇਰਾ ਪਰਸ। ਉਹ ਮਾਮਾ ਦੋਹੇ ਚੀਜ਼ਾਂ ਤੇਰੇ ਨਸੀਬ 'ਚ ਹੈ ਨਹੀਂ। ਕਿਉਂ ਨਸੀਬ 'ਚ ਕਿਉਂ ਨਹੀਂ? ਉਹ ਤੈਨੂੰ ਪਹਿਲਾਂ ਹੀ ਬਹੁਤ ਸ਼ੁਕਰ। ਮੈਨੂੰ ਹੈ ਤਾਂ ਨਹੀਂ, ਪਰ ਤੂੰ ਕਰ ਜ਼ਰੂਰ ਦੇਣੀ ਆ। Somebody help! Leave me. ਆ ਲਓ ਜੀ ਆਪਣਾ ਪਰਸ। ਆ ਲੈ ਤੇਰਾ ਇਨਾਮ। ਮੈਡਮ ਜੀ ਆਪਣੇ ਪੈਸੇ ਆਪਣੇ ਕੋਲ ਰੱਖੋ। ਅਸੀਂ ਸਰਦਾਰ ਹੁੰਨੇ ਆ, ਪੈਸਿਆਂ ਨਾਲੋਂ ਜ਼ਿਆਦਾ ਪਿਆਰ ਇਨਸਾਨਾਂ ਨੂੰ ਕਰਦੇ ਆ। ਇੰਨਾ ਪੈਸਿਆਂ ਦੀ ਲੋੜ ਮੈਨੂੰ ਨਹੀਂ, ਤੈਨੂੰ ਐ। ਜਾ ਕੇ ਕਿਸੇ ਡਾਕਟਰ ਕੋਲੋਂ ਆਪਣਾ ਇਲਾਜ ਕਰਾ, ਸ਼ਾਇਦ ਤੈਨੂੰ ਵੀ ਥੋੜੀ ਬਹੁਤੀ ਅਕਲ ਆ ਜੇ। ਆ ਫੜ ਆਪਣੇ ਪੈਸੇ। ਮੇਰੀ ਇੰਨੀ ਇਨਸਲਟ ਕੀਤੀ। I want revenge from that idiot. ਬੇਟਾ ਜੀ ਇੰਡੀਅਨ ਲੋਕਾਂ ਦੀ ਆਹੀ ਪ੍ਰੋਬਲਮ ਹੈ, ਇਹਨਾਂ ਨੂੰ ਅਵੋਇਡ ਕਰਿਆ ਕਰੋ। ਮੈਨੂੰ ਤਾਂ ਕਿਤੇ ਇੰਡੀਅਨ ਨਜ਼ਰ ਆ ਜਾਏ ਮੈਂ ਆਪਣਾ ਰਾਹ ਚੇਂਜ ਕਰ ਲੈਣਾ। ਐਕਸਕਿਊਜ਼ ਮੀ ਸ਼ਮਸ਼ੇਰ ਜੀ, ਤੁਸੀਂ ਵੀ ਤਾਂ ਇੰਡੀਅਨ ਹੀ ਹੋ ਨਾ? ਨੋ ਮੈਮ, ਆਪਾਂ NRI। ਐਨੀਵੇਜ਼ ਇਹੋ ਜਿਹੀਆਂ ਛੋਟੀਆਂ-ਮੋਟੀਆਂ ਗੱਲਾਂ ਦੀ ਪਰਵਾਹ ਨਹੀਂ ਕਰੀਦੀ। ਚੱਲ ਤੂੰ ਜਲਦੀ ਨਾਲ ਤਿਆਰ ਹੋ ਜਾ, ਅੱਜ ਖੰਨਾ ਸਾਹਿਬ ਦੀ ਬੇਟੀ ਦੀ ਇੰਗੇਜਮੈਂਟ ਹੈ, ਆਪਾਂ ਉੱਥੇ ਜਾਣਾ ਹੈ। ਮੈਡਮ ਮੈਂ 2 ਮਿੰਟ 'ਚ ਰੈਡੀ ਹੋ ਕੇ ਆਇਆ ਜੀ। ਤੁਸੀਂ ਨਾ ਵੀ ਤਿਆਰ ਹੋਵੋ ਤਾਂ ਵੀ ਠੀਕ ਹੈ। ਅੱਛਾ ਜੀ, ਮੈਂ ਬਿਨਾਂ ਤਿਆਰ ਹੋਇਆ ਤੁਹਾਨੂੰ ਇੰਨਾ ਚੰਗਾ ਲੱਗਦਾ ਜੀ? ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਖੰਨਾ ਜੀ ਨੇ ਸਿਰਫ ਮੈਨੂੰ ਤੇ ਬੇਬੀ ਨੂੰ ਇਨਵਾਈਟ ਕੀਤਾ, ਤੁਹਾਨੂੰ ਨਹੀਂ। ਚੱਲ ਲੈਟਸ ਗੋ। ਕਮਾਲ ਦੀ ਗੱਲ ਹੋ ਗਈ, ਇਹ ਤਾਂ ਨੇਰ ਕਰਦੀ ਹੈ। ਉਹ ਸੈਂਡੀ ਨੂੰ ਖੰਨੇ ਨਾਲ ਮਿਲਾਉਣ ਵਾਲਾ ਮੈਂ, ਸਾਲੇ ਨੇ ਮੈਨੂੰ ਨਹੀਂ ਸੱਦਿਆ। ਇਹ ਤਾਂ ਉਹ ਗੱਲ ਹੋਈ ਖਾਣ ਪੀਣ ਨੂੰ ਬਾਂਦਰੀ ਤੇ ਡੰਡੇ ਖਾਣ ਨੂੰ ਰੇਚ। ਵੈਰੀ ਗੁੱਡ, ਬਹੁਤ ਹੀ ਵਧੀਆ ਤੁਸੀਂ ਪ੍ਰੋਗਰਾਮ ਕਰ ਚੱਲੇ ਹੋ ਅੱਜ। ਔਰ ਸਾਰੇ ਸਮਾਂ ਬੰਤਾ ਤੁਸੀਂ ਬਹੁਤ ਵਧੀਆ। ਸਾਡੇ ਵੱਲੋਂ ਪਲੀਜ਼ ਇੱਕ ਛੋਟਾ ਜਿਹਾ ਇੱਕ ਗਿਫਟ ਐਕਸੈਪਟ ਕਰ ਲਿਓ ਤੁਸੀਂ। ਸੋ ਉਹ ਜੀ ਮੈਂ ਪੈਸਿਆਂ ਕਰਕੇ ਨਹੀਂ ਗਾਇਆ। ਸਿਆਣੇ ਕਹਿੰਦੇ ਆ ਜੇ ਖੁਸ਼ੀ ਵੰਡਾਈਏ ਤਾਂ ਵੱਧਦੀ ਹੈ। ਮੈਂ ਆਪਣੀ ਭੈਣ ਦੀ ਮੰਗਣੀ ਸਮਝ ਕੇ ਗਾਇਆ। ਵੈਸੇ ਵਧੀਆ ਗਾਉਂਦਾ ਤੂੰ। ਮੈਂ ਵੀ ਤੇ ਤੋਂ ਸਿੰਗਿੰਗ ਸਿੱਖਣੀ ਆ। ਦੱਸ ਕੀ ਕੀਮਤ ਲਵੇਂਗਾ? ਮੈਂ ਆਪਣੀ ਕਲਾ ਵੇਚਦਾ ਨਹੀਂ। ਵੈਸੇ ਵੀ ਕਲਾ ਤਹਿਜ਼ੀਬ ਨਾਲ ਮਿਲਦੀ ਆ, ਪੈਸੇ ਦੇ ਘਮੰਡ ਨਾਲ ਨਹੀਂ। ਨੋ, ਪੈਸੇ ਨਾਲ ਕੁਝ ਵੀ ਹੋ ਸਕਦਾ। ਜੇ ਪੈਸੇ ਨਾਲ ਸਾਰੇ ਕੰਮ ਹੁੰਦੇ ਤਾਂ ਅਮੀਰ ਲੋਕਾਂ ਨੇ ਆਪਣੇ ਖੋਤੇ ਕਦੇ ਵੀ ਸਿੰਗਰ ਬਣਾ ਲੈਣੇ ਸੀ। ਤੇ ਰਹੀ ਗੱਲ ਸਿੱਖਣ ਦੀ, ਤੇਰੇ ਵੱਸ ਦੀ ਗੱਲ ਨਹੀਂ। ਤੂੰ ਜਾ ਕੇ ਆਪਦੇ ਭਰਵੱਟੇ ਮਨਾ, ਜਿਹੜਾ ਤੇਰਾ ਕੰਮ ਹੈ। ਓ ਮਿਸਟਰ, ਲੱਗਦਾ ਹੈ ਤੈਨੂੰ ਜੂਲੀਅਟ ਦੇ ਐਟੀਟਿਊਡ ਦੀ ਨੌਲੇਜ ਨਹੀਂ ਹੈ। ਮੈਂ 뮤직 ਸਿੱਖੂੰਗੀ ਵੀ ਤੇ ਸਿੱਖੂੰਗੀ ਵੀ ਤੇਰੇ ਕੋਲੋਂ।
सैंडी जी ਤੁਸੀਂ ਬਹੁਤ ਪਰੇਸ਼ਾਨ ਲੱਗ ਰਹੇ ਹੋ। हाँ मैं बहुत परेशान है कल पूरी रात मैं सुती नहीं ਉਹ ਅੱਛਾ ਜੀ ਮੈਂ ਵੀ ਨਹੀਂ ਸੁੱਤਾ ਉਹ की क्या तुसी ਹਾਂ ਨਹੀਂ ਮਤਲਬ ਮੇਰੇ ਹੁੰਦਿਆਂ ਟੈਨਸ਼ਨ 'ਚ ਇਹ ਗੱਲ ਸੁਣਨ ਤੋਂ ਪਹਿਲਾਂ ਮੈਂ ਸੈਂਡੀ ਜੀ ਮਰ ਕਿਉਂ ਨਹੀਂ ਗਿਆ। ਜੇ ਪ੍ਰੋਬਲਮ ਸੋਲਵ ਨਹੀਂ ਨਾ ਹੋਈ ਤਾਂ ਤੁਹਾਨੂੰ ਸੱਚੀ ਮਰਨਾ ਪੈਣਾ ਹੈ ਉਹ ਅੱਛਾ ਜੀ ਗੱਲਾਂ ਮਰਨ ਮਰਾਉਣ ਤੱਕ ਪਹੁੰਚ ਗਈਆਂ ਮੈਨੂੰ ਪਤਾ ਹੀ ਨਹੀਂ। ਬੇਬੀ 뮤직 ਸਿੱਖਣਾ ਚਾਹੁੰਦੀ ਆ ਓਹੋ ਨਿੱਕੀਆਂ ਨਿੱਕੀਆਂ ਗੱਲਾਂ ਦੀ ਟੈਨਸ਼ਨ ਨਾ ਲਿਆ ਕਰੋ। ਮੇਰੇ ਹੁੰਦਿਆਂ ਮੇਰਾ ਯਾਰ ਪੰਮੀ ਬਾਈ ਮਿਊਜ਼ਿਕ ਤਾਂ ਸਿਖਾਊਗਾ ਹੀ ਨਾਲ। ਆ ਕੀ ਆ ਸੈਂਡੀ ਜੀ ਉਹਦੇ ਕੋਲ ਮੇਨ ਚੀਜ਼ ਇਹ ਹੀ ਆ। ਸ਼ਮਸ਼ੇਰ ਜੀ ਮਜ਼ਾਕ ਨਾ ਕਰੋ ਬੇਬੀ ਜਿਹਦੇ ਕੋਲੋਂ 뮤직 ਸਿੱਖਣਾ ਚਾਹੁੰਦੀ ਹੈ ਨਾ 2 ਵਾਰ ਉਹਦੇ ਨਾਲ ਲੜਾਈ ਹੋ ਚੁੱਕੀ ਹੈ ਉਹ ਕਿੱਥੇ ਰਹਿੰਦਾ ਉਹਦਾ ਨਾਂ ਕੀ ਹੈ ਇਹ ਵੀ ਨਹੀਂ ਪਤਾ। ਮੇਰੇ ਹੁੰਦਿਆਂ ਪ੍ਰਵਾਹ ਨਾ ਕਰੋ 2 ਵਾਰ ਹੋਈ ਹੋਵੇ ਭਾਵੇਂ 36 ਵਾਰ ਹੋਈ ਹੋਵੇ। ਤੁਹਾਡੀ ਟੈਨਸ਼ਨ ਦੂਰ ਕਰਨ ਲਈ ਮੈਂ ਥਾਈਲੈਂਡ ਦੀ ਇੱਟ ਨਾ ਇੱਟ ਖੜਕਾ ਦੂੰਗਾ। ਥਾਈਲੈਂਡ ਵਿੱਚ 2 ਹੀ ਤਾਂ ਨਾਂ ਆ ਇੱਕ ਸੈਂਡੀ ਜੀ ਤੇ ਦੂਜਾ ਬੇਬੀ। ਤੁਸੀਂ ਏਦਾਂ ਕਰੋ ਹੈਂ? ਬੇਬੀ ਕੋਲੋਂ ਨਾ ਉਸ ਮੁੰਡੇ ਬਾਰੇ ਪੁੱਛ ਲਓ ਹਾਂ ਠੀਕ ਹੈ ਉਹ ਤੋਂ ਤਾਂ ਪੁੱਛ ਲੂੰਗਾ ਪਰ ਜੋ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਤੁਸੀਂ ਉਹ ਵੀ ਨਹੀਂ ਦੱਸ ਰਹੇ ਨਾ। ਮੈਂ ਕਈ ਸਾਲਾਂ ਤੋਂ ਗਿੱਲੇ ਗੋਟੇ ਵਾਂਗੂ ਅੰਦਰੋਂ ਦੁਖੀ ਜਾਂਦਾ। ਭਾਈ ਲੋਕਾਂ ਨੇ ਨਾਂ ਕਿੱਡੇ ਵੱਡੇ ਰੱਖੇ ਆ ਚੇਤੇ ਕਰਨੇ ਬੜੇ ਔਖੇ ਆ। ਲਓ ਜੀ ਸਰਦਾਰ ਬਹਾਦਰ ਫੁੰਮਣ ਸਿੰਘ ਫਿਰੋਜ਼ਪੁਰੀਆ ਸਾਹਿਬ ਉਹਨਾਂ ਨੂੰ ਮਿਲਣਾ ਜੀ। ਕੰਮ ਦੱਸੋ। ਤੁਹਾਡੇ ਨਾਲ ਮੈਨੂੰ ਕੋਈ ਕੰਮ ਨਹੀਂ ਮੈਨੂੰ ਫੁੰਮਣ ਸਿੰਘ ਫਿਰੋਜ਼ਪੁਰੀਆ ਨਾਲ ਕੰਮ ਆ। ਰਾਂਝੇ ਦਾ ਮਾਮਾ ਤੇ ਅਮਰੀਕਾ ਦਾ ਓਬਾਮਾ ਭਾਵੇਂ ਅੱਜ ਕੱਲ ਦੋਏ ਵਿਹਲੇ ਨੇ ਪਰ ਉਹਨਾਂ ਨੂੰ ਮਿਲਣਾ ਇੰਨਾ ਸੌਖਾ ਨਹੀਂ। ਤੂੰ ਫੇਰ ਵੀ ਕਿਸਮਤ ਵਾਲਾ। ਦਾਸ ਨੂੰ ਇਹ ਫੁੰਮਣ ਫਿਰੋਜ਼ਪੁਰੀਆ ਕਹਿੰਦੇ ਉਹ ਆ। ਤੈਨੂੰ ਇੱਕ ਵਾਰੀ ਗੱਲ ਸਮਝਾਈ ਸਮਝ ਨਹੀਂ ਆਈ। ਮੈਂ ਕਿਸੇ ਦਾਸ ਦੋਸਤ ਨੂੰ ਨਹੀਂ ਮਿਲਣਾ ਮੈਂ ਸਰਦਾਰ ਫੁੰਮਣ ਸਿੰਘ ਫਿਰੋਜ਼ਪੁਰੀਆ ਨੂੰ ਮਿਲਣਾ। ਕਾਮਲਾ ਕੁੱਕੜ ਦੁਪਹਿਰੇ ਵਾਂਗਾ ਓਏ ਕਚਹਿਰੀਆਂ ਚ ਉੱਚੀ ਉੱਚੀ ਆਵਾਜ਼ਾਂ ਮਾਰਨ ਵਾਲਿਆ ਮੇਰਾ ਨਾਂ ਹੀ ਫੁੰਮਣ ਫਿਰੋਜ਼ਪੁਰੀਆ। ਜੇ ਹੁਕਮ ਹੋਵੇ ਜਨਾਬ ਦਾ ਤੇ ਹੋਟਲ ਬੁੱਕ ਕਰਾ ਦਈਏ 5-7 ਦਿਨ ਲਈ। ਮੈਂ ਸਾਲ ਦੀ ਧੌੜੀ ਲਾ ਦੂੰ ਜਾਂ ਮੇਰੇ ਨਾਲ ਕੋਈ ਪੁੱਠੀ ਸਿੱਧੀ ਗੱਲ ਕੀਤੀ ਆ ਤਾਂ। ਓਹੋ ਤੁਸੀਂ ਨਾਂ ਦੱਸਣ ਨੂੰ ਤਾਂ 10 ਮਿੰਟ ਲਾਤੇ ਜਿਹੜੀ ਗੱਲ ਮੈਂ ਸਿੱਖਣ ਸਿਖਾਉਣ ਲਈ ਕਰਨਾ ਆ ਨਾ ਉਹਨੂੰ ਤਾਂ ਫਿਰ ਤੁਸੀਂ ਘੱਟੋ ਘੱਟ 5-7 ਦਿਨ ਲਾਉਂਗੇ। ਮੈਂ ਤਾਂ ਹੋਟਲ ਬੁੱਕ ਕਰਨ ਦੀ ਗੱਲ ਕੀਤੀ ਸੀ ਲੱਗਦਾ ਤੁਸੀਂ ਪਤਾਇਆ ਦੀ ਫੀਲਿੰਗ ਲੈ ਗਏ। ਨਾ ਸਿੱਖਣ ਸਿਖਾਉਣ ਨੂੰ ਮੈਂ ਤੇਰੇ ਕੋਲੋਂ ਸਰੰਗੀ ਸਿੱਖਣੀ ਆ। ਉਹ ਮੈਂ ਸਰੰਗੀ ਨਹੀਂ ਸਿਖਾਉਣੀ ਤੁਸੀਂ ਸਿੰਗਿੰਗ ਸਿਖਾਉਣੀ ਆ ਉਹ ਵੀ ਸਾਡੀ ਕਿਸੇ ਛੋਟੀ ਬੱਚੀ ਨੂੰ। ਮੈਂ ਸੁਣਿਆ ਤੁਹਾਡਾ ਭਾਣਜਾ ਤੂੰਬੀ ਵਾਲੇ ਬੜੇ ਚੰਗਿਆੜੇ ਕੱਢਦਾ। ਨਾ ਚੰਗਿਆੜੇ ਕੱਢਣ ਨੂੰ ਸਟੇਨ ਕਰਨਾ ਓਏ ਸਾਜ਼ਾਂ ਦਾ ਅਦਬ ਕਰਨਾ ਸਿੱਖੀਦਾ। ਓਏ ਇਸ ਤੋਂ ਵੱਡਾ ਕੀ ਅਦਬ ਹੋ ਸਕਦਾ। ਬੱਚੀ ਨੂੰ ਸੰਗੀਤ ਸਿਖਾਉਣ ਦੇ ਬਦਲੇ 50,000 ਰੁਪਈਆ ਰੋਟੀ ਪਾਣੀ ਕਾਰ ਕੋਠੀ ਆ ਨਗਦ 50,000 ਰੁਪਈਆ ਦੇ ਰਹੇ ਆ ਚੱਕ ਨਾ ਹੋਰ ਤੁਹਾਨੂੰ ਛਣਕਣਾ ਚਾਹੀਦਾ। ਓਏ ਇੰਨੇ ਪੈਸਿਆਂ ਦੇ ਵਿੱਚ ਬੱਚੀ ਛੱਡ ਚਾਹੇ ਪੂਰੇ ਦਾ ਪੂਰਾ ਟੱਬਰ ਸੰਗੀਤ ਸਿੱਖ ਲਵੇ। ਨਹੀਂ ਨਹੀਂ ਫਿਲਹਾਲ ਟੱਬਰ ਚੋਂ ਇੱਕ ਦੀ ਮੱਤ ਵੱਜੀ ਆ। ਮੇਰੀ ਗੱਲ ਸੁਣੋ ਆ ਲਓ ਸਾਡਾ ਐਡਰੈਸ ਤੇ ਕੱਲ ਨੂੰ ਟਾਈਮ ਨਾਲ ਆ ਜਿਓ ਬਲਾਸਪੁਰੀਆ ਸਾਹਿਬ। ਓਏ ਓਏ ਮੇਰਾ ਨਾਂ ਬਲਾਸਪੁਰੀਆ ਨਹੀਂ ਮੇਰਾ ਨਾਂ ਫਿਰੋਜ਼ਪੁਰੀਆ। ਉਹ ਆ ਜਿਓ ਟਾਈਮ ਨਾਲ ਠੀਕ ਆ। ਮਾਮਾ ਕਿੱਥੇ ਲਿਆ ਐਦਾਂ ਦਾ ਤਾਂ ਰਾਸ਼ਟਰਪਤੀ ਭਵਨ ਹੁੰਦਾ। ਭਾਣਜਿਆ ਕਾਸ਼ ਇਦਾਂ ਦਾ ਪਤਨੀ ਭਵਨ ਹੁੰਦਾ ਸਾਲਾ ਵਿਆਹ ਕਰਾਉਣ ਦਾ ਸਵਾਦ ਹੀ ਆ ਜਾਣਾ ਸੀ। ਹੁਣ ਤੱਕ ਤਾਂ ਗੀਤਾਂ 'ਚ ਹੀ ਸੁਣਦੇ ਰਹੇ ਆ ਬਈ ਨਹਿਰੋਂ ਪਾਰ ਬੰਗਲਾ ਪਵਾ ਦੇ ਹਾਣੀਆਂ। ਉਹ ਨਹਿਰੋਂ ਪਾਰ ਬੰਗਲੇ ਇੰਡੀਆ 'ਚ ਹੁੰਦੇ ਆ ਇੱਥੇ ਤਾਂ ਨਹਿਰ ਤੋਂ ਆਰ ਹੀ ਏਡੇ ਸੋਹਣੇ ਨੇ ਪਾਰ ਪਤਾ ਨਹੀਂ ਕਿੱਡੇ ਸੋਹਣੇ ਹੋਣਗੇ। ਅੰਦਰ ਬੰਦੇ ਕਹੇ ਜਿਹੇ ਹੋਣਗੇ। ਇਹੋ ਜਿਹੇ ਬੰਗਲਿਆਂ 'ਚ ਜ਼ਿਆਦਾਤਰ ਬਗਲੇ ਭਗਤੀ ਹੁੰਦੇ ਆ। ਚੱਲ ਅੰਦਰ ਚੱਲ ਕੇ ਦੇਖਦੇ ਆ। ਕਮਾਲ ਹੋ ਗਈ ਫਤਿਹਪੁਰੀਆ ਸਾਹਿਬ ਸਾਜਰੇ ਹੀ ਪਹੁੰਚ ਗਏ। ਸ਼ਾਇਦ ਠੀਕ ਕਰ ਮੈਂ ਪਹਿਲਾਂ ਵੀ ਕਿਹਾ ਸੀ ਮੈਂ ਫਿਰੋਜ਼ਪੁਰੀ ਆ। ਯਾਰ ਜੋ ਵੀ ਹੈਗਾ ਸਮਝ ਤਾਂ ਆਉਂਦੀ ਹੈ ਨਾ। ਲੱਗਦਾ ਰਾਤ ਨੂੰ ਨੀਂਦ ਨਹੀਂ ਆਈ ਜਨਾਬ ਨੂੰ। ਰਾਤਾਂ ਨੂੰ ਉੱਲੂ ਜਾਗਦੇ ਹੁੰਦੇ ਆ ਅਸੀਂ ਤਾਂ ਨਿੱਤ ਘੋੜੇ ਵੇਚ ਕੇ ਸੌਈਦਾ।
ਸਵਖਤੇ ਤਾਂ ਆ ਗਏ ਸੀ ਸੋਚਿਆ ਜਾ ਕੇ ਪਹਿਲਾਂ ਬ੍ਰੇਕਫਾਸਟ ਕਰ ਲਾਂਗੇ। ਕੋਈ ਗੱਲ ਨਹੀਂ, ਬ੍ਰੇਕਫਾਸਟ ਵੀ ਕਰਾ ਦਿੰਦੇ ਆ। ਪਹਿਲਾਂ ਬੇਬੀ ਨੂੰ ਤਾਂ ਮਿਲ ਲਓ। ਲਓ ਸੈਂਡੀ ਜੀ ਵੀ ਆ ਗਏ। ਇਹ ਬੱਚੀ ਆ। ਮੈਨੂੰ ਤਾਂ ਲੱਗਦਾ ਬੱਚੀ ਖੁੱਚੀ ਆ। ਵਿਆਹ ਤੋਂ ਲੱਗਦਾ ਹਜੇ ਵਿਆਹ ਹੋਇਆ ਨਹੀਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਤਾਂ ਜੀ ਤੁਹਾਨੂੰ ਬਿਨਾਂ ਦੇਖਿਆ ਹੀ ਹਿਸਾਬ ਲਾ ਲਿਆ ਸੀ ਕਿ ਐਡੀ ਪਿਆਰੀ ਤੇ ਮਿੱਠੀ ਆਵਾਜ਼ ਤਾਂ ਕਿਸੇ 22 ਈਅਰ 올ਡ ਹੌਟ ਸੈਕਸੀ ਤੇ ਗਲੈਮਰਸ ਕੁੜੀ ਦੀ ਹੀ ਹੋ ਸਕਦੀ ਹੈ। Thank you so much for the compliment. I am 24. ਚੌਕਾ ਹੀ ਆ, ਅੱਗੇ ਨਹੀਂ ਤਾਂ ਪਿੱਛੇ ਲਾ ਲਿਆ। ਬਕਵਾਸ ਬੰਦ ਕਰ। ਸ਼ਮਸ਼ੇਰ ਜੀ, ਹਾਂਜੀ ਗੁਰਦਾਸਪੁਰੀਆ ਸਾਹਿਬ ਨੂੰ ਨਾਸ਼ਤਾ ਵਗੈਰਾ ਤਾਂ ਕਰਾਓ। ਹਾਂਜੀ। ਓਏ ਤੂੰ ਦੱਸਿਆ ਮੈਡਮ ਨੂੰ ਮੇਰੇ ਸ਼ਹਿਰ ਦਾ ਪੁੱਠਾ ਨਾ। ਉਹ ਮੈਂ ਨਹੀਂ ਦੱਸਿਆ ਭੋਗਪੁਰੀਆ ਸਾਹਿਬ। ਤੂੰ ਮੇਰੇ ਕੋਲੋਂ ਨਾ ਵੱਖੀ ਚ ਘਸੁੰਨ ਖਾ ਲੈਣੇ ਆ। ਮੈਡਮ ਤੁਹਾਨੂੰ ਮੈਂ ਦੰਨਾ ਆਪਣੀ ਇੰਟਰੋਡਕਸ਼ਨ। ਮੈਂ ਨਾ ਤਾਂ ਗੁਰਦਾਸਪੁਰੀਆ ਤੇ ਨਾ ਹੀ ਭੋਗਪੁਰੀਆ। ਮੈਂ ਰਾਂਝੇ ਦਾ ਮਾਮਾ ਫਿਰੋਜ਼ਪੁਰੀਆ, ਜਾਨੀ ਕਿ ਫੁੰਮਣ ਫਿਰੋਜ਼ਪੁਰੀਆ। ਤੁਸੀਂ ਮੈਨੂੰ ਪਿਆਰ ਨਾਲ ਫੁੰਮਣ ਵੀ ਕਹਿ ਸਕਦੇ ਹੋ। ਫੁੰਮਣ, ਓ ਮਾਈ ਗॉड, ਸੋ ਕਿਊਟ ਨੇਮ। ਸੁਣ ਲਿਆ? ਇਹ ਕਿਊਟ 10 ਪਿੰਡਾਂ 'ਚ ਮਸਾ ਇੱਕ ਨਾ ਹੁੰਦਾ ਫੁੰਮਣ। ਸ਼ਮਸ਼ੇਰ ਜੀ, ਸੌਰੀ ਮੈਂ। ਤੁਸੀਂ ਇਹਨਾਂ ਨੂੰ ਬੇਬੀ ਨਾ ਮਿਲਾਓ, ਉਦੋਂ ਤੱਕ ਮੈਂ ਪਾਰਲਰ ਜਾ ਕੇ ਆਨੀ ਆ। ਓਕੇ। ਅੱਜ ਪਤਾ ਚੱਲਿਆ ਡਾਲਫਿਨ ਨੂੰ ਵੀ ਨਹਾਉਣ ਦੀ ਲੋੜ ਪੈਂਦੀ ਆ। Thank you very much for the compliment. Once again, bye. ਬਾਏ। ਓ ਹੈਲੋ, ਉਹ ਹੁਣ ਸਮੁੰਦਰ 'ਚ ਗੋਤੇ ਲਾਉਣੇ ਆ। ਬੇਬੀ ਇੱਧਰ ਆ। ਚੱਲ ਹੁਣ ਸਿਆਪਾ ਗੱਲ 'ਚ ਪਾ ਲਿਆ ਮੈਂ ਹੁਣ। ਇਹ ਨੇ ਸਾਡੇ ਬੇਬੀ। ਹੁਣ ਪਤਾ ਲੱਗਿਆ ਪੈਸੇ ਦੀ ਪਾਵਰ ਕੀ ਹੁੰਦੀ ਹੈ। ਆ ਗਿਆ ਨਾ ਪੂਛ ਲਾਉਂਦਾ। ਆ ਜਿਹੜੇ ਜਾਨਵਰ ਨਾਲ ਤੂੰ ਮੇਰੀ ਤੁਲਨਾ ਕੀਤੀ ਹੈ ਨਾ, ਲੋਕ ਉਹਦੀ ਵਫਾਦਾਰੀ ਦੀਆਂ ਮਿਸਾਲਾਂ ਦਿੰਦੇ ਆ। ਮੈਂ ਥੁੱਕਦਾ ਨਹੀਂ ਤੇਰੇ ਪੈਸਿਆਂ ਤੇ। ਜੇ ਮੈਨੂੰ ਪਤਾ ਹੁੰਦਾ ਬੇਬੀ ਤੂੰ ਹੈ, ਮੈਂ ਰਾਤ ਹੀ ਤੇਰੇ ਬਾਠਾਂ ਨੂੰ ਅੱਗ ਲਾ ਕੇ ਹੱਥ ਸੇਕ ਲੈਣੇ ਸੀ। ਰਹੀ ਗੱਲ ਪਾਵਰ ਦੀ, ਆ ਤੇਰੀ ਤਾਂ ਔਕਾਤ ਹੀ ਕੀ ਆ। ਜੱਟ ਨੇ ਤਾਂ ਕਦੇ ਡੀਸੀ ਦੀ ਧੌਂਸ ਨਹੀਂ ਮੰਨੀ। ਚੱਲ ਮਾਮਾ, ਇਹੋ ਜੀ ਬਦਮਾਸ਼ ਕੁੜੀ ਤੇ ਮੈਂ ਆਪਣਾ ਟੈਲੈਂਟ ਵੇਸਟ ਨਹੀਂ ਕਰ ਸਕਦਾ। ਰਾਂਝਿਆ ਗੱਲ ਤਾਂ ਸੁਣ ਯਾਰ। ਇਹ ਤਾਂ ਪਹਿਲਾਂ ਹੀ ਕਰੇਲਾ ਸੀ, ਉੱਤੋਂ ਨਿੰਮ ਟੱਕਰ ਗਈ। ਤਾਰਾਂ ਜੁੜੀਆਂ ਨਹੀਂ, ਪੜਾਕਾ ਪਹਿਲਾਂ ਹੀ ਪੈ ਗਿਆ। ਹੁਸ਼ਿਆਰਪੁਰੀਆ ਸਾਹਿਬ, ਇਹ ਗੱਲ ਮੇਰੇ ਕੋਈ ਪੱਲੇ ਨਹੀਂ ਪਈ। ਤੇਰੇ ਗੱਲ ਇੰਨੀ ਕੁ ਪੱਲੇ ਪੈ ਜਵੇ ਕਿ ਮੈਂ ਹੁਸ਼ਿਆਰਪੁਰੀਆ ਨਹੀਂ, ਮੈਂ ਫਿਰੋਜ਼ਪੁਰੀਆ, ਉਹੀ ਬਹੁਤ ਆ। ਬੇਬੀ ਤੁਸੀਂ ਬਾਕੀ ਗੱਲਾਂ ਭੁੱਲ ਜਾਓ। ਬਸ ਮੈਂ ਉਹਨੂੰ ਸਮਝਾ ਬੁਝਾ ਕੇ ਲੈ ਕੇ ਆਉਣਾ, ਉਹ ਤੁਹਾਨੂੰ ਸੌਰੀ ਬੋਲ ਦੂਗਾ। ਇਧਰ ਮੜ ਕੇ ਤੁਸੀਂ ਸੌਰੀ ਬੋਲ ਦਿਓ। ਜੂਲੀਅਟ ਦੀ ਡਿਕਸ਼ਨਰੀ ਵਿੱਚ ਸੌਰੀ ਨਾ ਦਾ ਕੋਈ ਵਰਡ ਨਹੀਂ ਹੈ। ਸੌਰੀ ਤਾਂ ਮੇਰੇ ਕੋਲੋਂ ਗਵਾਰ ਮੰਗੂਗਾ, ਮੈਂ ਮਾਫੀ ਮੰਗਾ। ਮਾਫੀ ਮੰਗੇ ਮੇਰੀ ਜੁੱਤੀ। ਮੌਜਾ ਤਾਂ ਉਹਦਾ ਵੀ ਬੜਾ ਅਣਖੀ ਆ। ਮੈਂ ਟਰਾਈ ਕਰਦਾ। ਜਾਓ ਫਿਰ ਮੌਜਾਂ ਲਓ। ਅੱਛਾ, ਇਹਦਾ ਮਤਲਬ ਪੈਸੇ ਹਜੇ ਨਾਲ ਹੀ ਚੱਕੀ ਫਿਰਦਾ। ਮਾਮਾ ਤੂੰ ਇਹ ਠੀਕ ਨਹੀਂ ਕੀਤਾ। ਰਾਜੇ ਦਾ ਵਜ਼ੀਰ, ਫੁੰਮਣ ਦਾ ਤੀਰ ਜਦੋਂ ਵੀ ਚੱਲਦੇ ਆ ਠੀਕ ਹੀ ਚੱਲਦੇ ਆ। ਮਤਲਬ ਮਤਲਬ ਮਾਮੇ ਦੇ ਪੈਰੀ ਹੱਥ ਲਾ, ਆਸ਼ੀਰਵਾਦ ਖਾ, ਸਿੱਧਾ ਸ਼ੇਰ ਬਣ ਕੇ ਅੰਦਰ ਜਾ। ਓਏ ਆਪਣਾ ਘਰ ਹੀ ਆ। ਆਪਣਾ ਘਰ? ਮਾਮਾ ਤੂੰ ਕਹਿਣਾ ਕੀ ਚਾਹੁੰਦਾ? ਮਾਮਾ ਕੁਛ ਨਹੀਂ ਕਹਿਣਾ ਚਾਹੁੰਦਾ, ਪਰ ਇਹ ਤਸਵੀਰ ਜ਼ਰੂਰ ਕੁਝ ਕਹਿ ਰਹੀ ਹੈ। ਰਾਂਝਿਆ, ਜਿਸ ਮਕਸਦ ਲਈ ਆਪਾਂ ਥਾਈਲੈਂਡ ਆਇਆ ਨਾ, ਸਮਝ ਲਾ ਉਹਦੀ ਮੰਜ਼ਿਲ ਇੱਥੇ ਹੀ ਆ। ਅੱਛਾ, ਤਾਂ ਇਹ ਗੱਲ ਹੈ। ਮੰਜ਼ਲਾਂ ਜਿੰਨੀਆਂ ਮਰਜ਼ੀ ਹੋਣ, ਹੁਣ ਤਾਂ ਜੱਟ ਸਾਰੀਆਂ ਹੀ ਸਰ ਕਰਕੇ ਛੱਡੂਗਾ। ਆਮ ਸੌਰੀ ਮੈਡਮ। ਆ ਗਈ ਅਕਲ ਟਿਕਾਣੇ। ਹੁਣ ਪਤਾ ਲੱਗ ਗਿਆ ਕਿ ਮੈਂ ਕੀ ਚੀਜ਼ ਆ। ਜੇ ਪਤਾ ਲੱਗਿਆ ਤਾਂ ਹੀ ਤਾਂ ਵਾਪਸ ਆਇਆ। I like it. ਚਲੋ ਜੀ, ਦੇਰ ਆਏ ਦਰੁਸਤ ਆਏ। ਹੁਣ ਤੁਸੀਂ ਇਹ ਦੱਸੋ, ਸੰਗੀਤ ਸਿੱਖਣਾ ਕਦ ਤੋਂ ਸ਼ੁਰੂ ਕਰਨਾ?
ਐਡੀ ਵੀ ਕਾਦੀ ਕਾਲੀ ਹੈ। ਰੋਟੀ ਛੋਟੀ ਖਾਓ, ਪਾਣੀ ਦਾਣੀ ਪੀਓ ਤੇ ਰੈਸਟ ਕਰੋ। ਹੁਣ ਤਾਂ ਟਾਈਮ ਹੀ ਟਾਈਮ ਹੈ ਸਿੱਖਣ ਤੇ ਸਿਖਾਉਣ ਨੂੰ। ਸੈਂਡੀ ਜੀ। ਫੁੰਮਨ ਜੀ ਤੁਸੀਂ? ਹਾਂਜੀ ਅਸੀਂ। ਗੁੱਸਾ ਨਾ ਕਰੀ, ਤੈਨੂੰ ਮੂੰਹ ਤੇ ਆਵਾਜ਼ ਮਾਰੀ ਆ। ਮੈਂ ਗੁੱਸਾ ਨਹੀਂ ਕਰਦੀ। ਹਾਂਜੀ ਦੱਸੋ। USA ਦੀ ਕੈਂਡੀ ਤੇ ਥਾਈਲੈਂਡ ਦੀ ਸੈਂਡੀ, ਧਰਮ ਨਾਲ ਦੋਹਾਂ ਦਾ ਕੋਈ ਤੋੜ ਨਹੀਂ। ਥੈਂਕ ਯੂ। ਸੈਂਡੀ ਜੀ, ਵੈਸੇ ਪੁੱਛਣਾ ਬਣਦਾ ਤਾਂ ਨਹੀਂ, ਫਿਰ ਨਾ ਪੁੱਛੋ। ਚੱਲ ਪੁੱਛ ਹੀ ਲੈਂਦੇ ਹਾਂ। ਅੱਜ ਸਵੇਰੇ ਸਵੇਰੇ ਕਿੱਧਰ ਪਾਣੀਆਂ ਨੂੰ ਅੱਗ ਲਾਉਣ ਦੀ ਤਿਆਰੀ ਕੀਤੀ ਹੈ? ਮੈਂ ਤਾਂ ਬਿਲੀਅਰਡ ਸਿੱਖਣ ਦੀ ਤਿਆਰੀ ਕਰੀ ਬੈਠੀ ਸੀ। ਉਹ ਅੱਛਾ ਜੀ। ਜੂਲੀਅਟ ਕੋ ਸਿਖਾਉਣ ਦਾ ਟਾਈਮ ਨਹੀਂ, ਸ਼ਮਸ਼ੇਰ ਜੀ ਕਹਿੰਦੇ ਸੀ ਮੈਂ ਸਿਖਾ ਦਊਂਗਾ। ਉਹਨਾਂ ਦੀ ਵੇਟ ਕਰ ਰਹੀ ਸੀ। ਜਾਦੀ ਸ਼ਤੀਰੀ ਤੇ ਕੈਂਡੀਆਂ ਨੂੰ ਜੱਫੇ। ਹੁਣ ਬਾਂਦਰ ਕੀਲਾ ਖੇਡਣ ਵਾਲੀ ਕੌਮ ਬਿਲੀਅਰਡ ਸਿਖਾਊਗੀ? ਤੁਹਾਨੂੰ ਬਿਲੀਅਰਡ ਆਂਦੀ ਕੀ ਆ? ਔਖਾ ਇਸ ਗੇਮ ਦੇ ਵਿੱਚ? ਕਿਲੇ ਨਾਲ ਰੱਸੀ ਬੰਨੀ ਹੁੰਦੀ ਆ, ਮੂਰੇ ਜੁੱਤੀਆਂ ਨਾਲ ਢੇਰ ਲਾਇਆ ਹੁੰਦਾ। ਮੈਂ ਬਿਲੀਅਰਡ ਦੀ ਗੱਲ ਕਰ ਰਹੀ ਹਾਂ। ਹਾਂ ਮੈਂ ਵੀ ਬਿਲੀਅਰਡ ਦੀ ਗੱਲ ਕਰ ਰਿਹਾ। ਐਫਰਨ ਰੀਨਸ ਔਰ ਰਾਲਫਨ ਗ੍ਰੀਨਫੀਲਡ ਕਦੇ ਨਾ ਸੁਣਿਆ? ਨਹੀਂ, ਕੌਣ ਹੈ? ਬਿਲੀਅਰਡ ਦੀ ਗੇਮ ਦੇ ਵਰਲਡ ਦੇ ਟੌਪ ਦੇ ਖਿਡਾਰੀ ਨੇ। ਅੱਛਾ ਜੀ। ਮੈਂ ਹੀ ਤੇ ਸਿਖਾਇਆ। ਪਲੀਜ਼ ਫਿਰ ਮੈਨੂੰ ਵੀ ਸਿਖਾਓ ਨਾ। ਅੰਨਾ ਕੀ ਭਾਲੇ ਦੋ ਅੱਖਾਂ ਜੀ। ਅਬ ਮੇਰਾ ਪਤਾ ਆਓ ਨਾ। ਹਾਂ ਇੱਧਰ ਆਓ। ਓਕੇ। ਚੁੱਕ ਚੁੱਕ। ਹੁਣ अब हाथ ना हिलाओ, बाह हिला सकते। ਅੱਛਾ। ਸੌਰੀ। यू आर वेलकम। जिस तरह अर्जुन ਦਾ ਨਿਸ਼ਾਨਾ ਸਿਰਫ ਮੱਛੀ ਦੀ ਅੱਖ ਸੀ ਨਾ, ਇਸੇ ਤਰ੍ਹਾਂ ਆਪਣਾ ਨਿਸ਼ਾਨਾ ਵਾਈਟ ਬਾਲ ਯਾਨੀ ਕਿ ਕਿਊ ਬਾਲ ਤੋਂ ਹਟਾ ਕੇ ਆਪਣੇ ਏਮ ਤੇ ਟਿਕਾਓ। ਦੁਨੀਆ ਦੇ ਰੰਗ ਕਿੰਨੇ ਤੁਸੀਂ ਵੀ ਐਮ ਤੇ ਟਿਕਾਓ ਨਾ। ਟਿਕਾਈ ਤਾਂ ਬੈਠਾ, ਮਹਿਸੂਸ ਤੇ ਕਰੋ। ਹਾਂਜੀ। ਤੇਰੀ ਇਹ ਕੀ ਹੋ ਰਿਹਾ? ਹੂ ਆਰ ਯੂ ਟੂ ਆਸਕ? ਨਹੀਂ ਸੈਂਡੀ ਜੀ, ਮੇਰਾ ਮਤਲਬ ਆ ਕੀ ਹੋ ਰਿਹਾ ਸੀ? ਸ਼ਮਸ਼ੇਰ ਜੀ, ਤੁਹਾਨੂੰ ਕੀ ਲੱਗਦਾ ਹੈ ਕਿ ਤੁਸੀਂ ਨਹੀਂ ਸਿਖਾਓਗੇ ਤਾਂ ਸੰਡੀ ਬਿਲੀਅਰਡ ਨਹੀਂ ਸਿੱਖ ਪਾਉਗੀ? ਥੈਂਕ ਯੂ ਫਮਨ ਜੀ। ਯੂ ਆਰ ਆਲਵੇਜ਼ ਵੈਲਕਮ। ਉਹ ਮੈਡਮ ਨੂੰ ਤਾਂ ਮੈਂ ਕਹਿ ਨਹੀਂ ਸਕਦਾ, ਪਰ ਤੂੰ ਮੈਨੂੰ ਦੱਸ ਫੰਮਣ ਜੀਰਕਪੁਰੀਆ। ਓਏ ਪਹਿਲਾਂ ਸ਼ਾਇਰ ਠੀਕ ਕਰ ਓਏ। ਉਹ ਸ਼ਹਿਰ ਨੂੰ ਗੋਲੀ ਮਾਰ ਯਾਰ। ਆ ਕੀ ਪਖੰਡ ਹੋ ਰਿਹਾ ਸੀ? ਸੈਂਡੀ ਫਾਰਸੀ ਵਿੱਚ ਸਮਝਾ ਕੇ ਗਈ ਹੈ, ਜਿਹੜਾ ਤੇਰੇ ਪੱਲੇ ਨਹੀਂ ਪਿਆ। ਤੈਨੂੰ ਦੱਸਿਆ ਤਾਂ ਹੈ ਮੈਂ ਗੇਮ ਸਿਖਾ ਰਿਹਾ ਸੀ। ਆ ਕਿਹੜੀ ਗੇਮ ਆ ਜਿਹੜੀਆਂ ਜੱਫੀਆਂ ਪਾ ਪਾ ਕੇ ਗੇਮ ਸਿਖਾ ਰਿਹਾ ਸੀ? ਇਹਨੂੰ ਨਿਸ਼ਾਨਾ ਗੇਮ ਕਹਿੰਦੇ ਆ। ਸ਼ੋਲੇ ਫਿਲਮ ਦੇਖੀ ਹੈ? ਆਹੋ। ਧਰਮਿੰਦਰ ਨੇ ਹੇਮਾ ਮਾਲਿਨੀ ਨੂੰ ਏਦਾਂ ਹੀ ਨਿਸ਼ਾਨਾ ਲਾਉਣਾ ਸਿਖਾਇਆ ਸੀ। ਧਰਮਿੰਦਰ ਵੱਲੋਂ ਕੀਤੀ ਆਸ਼ਕੀ ਤਾਂ ਤੇਰੇ ਚੇਤੇ ਰਹਿ ਗਈ, ਪਰ ਲੱਗਦਾ ਗੱਬਰ ਵੱਲੋਂ ਪਏ ਫਟੇ ਭੁੱਲ ਗਿਆ ਤੂੰ। ਹਾਂ ਇੱਕ ਗੱਲ ਯਾਦ ਰੱਖੀ, ਰਾਂਝੇ ਨੇ 12 ਸਾਲ ਮੱਝਾਂ ਦੁੱਧ ਪੀਣ ਲਈ ਨਹੀਂ ਸੀ ਚਾਰੀਆਂ। ਉਹਦਾ ਕੋਈ ਮਤਲਬ ਸੀ। ਇਸੇ ਤਰ੍ਹਾਂ ਮੈਂ ਮੈਨੇਜਰੀ 2 ਟੁਕੜਾ ਵਾਸਤੇ ਨਹੀਂ ਕਰ ਰਿਹਾ। ਬਾਕੀ ਤੂੰ ਸਮਝਦਾਰ। ਇੱਕ ਗੱਲ ਮੇਰੀ ਵੀ ਕੰਨ ਖੋਲ ਕੇ ਸੁਣ ਲੈ, ਕੰਨਾਂ ਚੋਂ ਮੈਲ ਕੱਢਣ ਵਾਲਿਆ। ਇਹ ਤਾਂ ਮੈਨੂੰ ਪਤਾ ਨਹੀਂ ਕਿ ਰਾਂਝੇ ਨੇ ਮੱਝਾਂ 12 ਸਾਲ ਦੁੱਧ ਪੀਣ ਨੂੰ ਚਾਰੀਆਂ ਸੀ ਜਾਂ ਪਾਥੀਆਂ ਥੱਪਣ ਨੂੰ, ਪਰ ਇੰਨਾ ਮੈਨੂੰ ਜ਼ਰੂਰ ਪਤਾ ਕਿ ਜਿਹੜੇ ਸਾਧ ਦੀ ਧੂਣੀ ਉਹਦੀ ਚੇਲੀ ਜਿਹਨੇ ਪੱਟ ਲਈ ਉਹਦੀ ਸਹੇਲੀ। ਇੱਕ ਤਾਂ ਸਾਲਾ ਪੁੱਠਾ ਸਿੱਧਾ ਜਿਹਾ ਸ਼ੇਰ ਸੁਣਾ ਕੇ ਚਲਿਆ ਜਾਂਦਾ, ਮੈਂ ਸਾਰੀ ਦਿਹਾੜੀ ਮਤਲਬ ਕੱਢਦਾ ਰਹਿ ਜਾਂਦਾ। ਰਾਂਝਾ ਜੀ ਤੁਹਾਡੀ ਚਾਹ ਰੱਖਤੀ ਹੈ, ਪੀ ਲੈਣਾ। ਇਹ ਤਾਂ ਇੱਕੋ ਹੀ ਕੱਪ ਆ, ਦੂਜੀ ਕਿੱਥੇ ਆ ਮਾਮੇ ਵਾਲੀ? ਮਾਮੇ ਨੇ ਤਾਂ ਸਵੇਰ ਦੀ 6 ਵਜੇ ਦੀ ਪੀ ਲਈ ਜੀ। ਇਹ ਕਿਵੇਂ ਹੋ ਸਕਦਾ? ਉੱਠਦਾ ਤਾਂ ਨਹੀਂ ਲੇਟ ਆ ਉਹ। ਵੈਸੇ ਹੈਗਾ ਕਿੱਥੇ ਆ? ਮਾਮਾ ਜੀ ਉਹ ਬਿਲੀਅਰਡ ਰੂਮ 'ਚ ਨੇ ਮੈਨੂੰ ਲੱਗਦਾ। ਸੱਚ ਤੁਹਾਨੂੰ ਕਹਿਣਾ ਤਾਂ ਭੁੱਲ ਹੀ ਗਈ, ਬੇਬੀ ਨੇ ਕਿਹਾ ਹੈ ਕਿ ਚਾਹ ਪੀ ਕੇ ਉੱਪਰ ਆ ਜਿਓ 뮤직 ਸਿਖਾਉਣ ਉਹ ਲਈ। ਅੱਛਾ। ਮੈਸੇਜ ਦੇ ਆਈ ਤੂੰ ਉਸਨੂੰ? ਆ ਰਿਹਾ ਹੋ ਮੈਨੂੰ ਹਾਂਜੀ। 뮤직 ਸਿਖਾਉਣ? ਹਾਂਜੀ ਹਾਂਜੀ ਆ ਰਿਹਾ ਥੋੜੀ ਦੇਰ 'ਚ। ਚਲੋ ਵਧੀਆ ਫਿਰ ਤਾਂ। ਤੂੰ ਸਮਝ ਗਈ ਨਾ ਕੀ ਕਰਨਾ ਹੈ? ਹਾਂਜੀ ਲੱਸੀ ਦੇ ਗਲਾਸ ਵਿੱਚ 2 ਗੋਲੀਆਂ ਮਿਲਾ ਕੇ ਤੂੰ ਲੈ ਆਈ, ਠੀਕ ਹੈ? ਹਾਂਜੀ। ਇੱਕ ਗੋਲੀ ਖਾ ਕੇ ਉਹਦਾ ਗਲਾ ਖਰਾਬ ਹੋਊ ਤੇ ਦੂਜੀ ਖਾ ਕੇ 4 ਦਿਨ ਤੱਕ ਉੱਠੂਗਾ ਨਹੀਂ। ਓ ਮਿਸਟਰ, ਦਰਵਾਜ਼ਾ ਨੌਕ ਕਰਨ ਤੋਂ ਬਾਅਦ ਸਾਹਮਣੇ ਵਾਲੇ ਦੀ ਆਵਾਜ਼ ਵੀ ਸੁਣੀਦੀ ਹੈ, ਫੇਰ ਅੰਦਰ ਆਈਦਾ।
गवार आ की है ਇਹ ਤੂੰ ਵੀ ਹੈ ਪੰਜਾਬ ਦਾ ਬਹੁਤ ਮਸ਼ਹੂਰ ਤੇ ਪਿਆਰਾ ਲੋਕ ਸਾਜ਼ ਹੈ। ਅੱਜ ਇਹਦੇ ਨਾਲ ਹੀ ਸਿਖਾਉਂਗਾ ਤੈਨੂੰ ਗਾਣੇ ਗਾਉਣੇ। ਇਹਦੇ ਨਾਲ ਹੀ ਸਿਖਾਏਗਾ? ਹਾਂ चल फिर बह जा। मैं सोचा कि आज शुरुआत करनी है तो कुछ मिठा हो जाए, तो मैं इस करके लस्सी मंगा ली। ਪਰ ਲੱਸੀ ਤਾਂ ਖੱਟੀ ਹੁੰਦੀ ਹੈ। नहीं, इस विच मिठा पाया है ना, इसलिए मिठी हो गई। ਵੈਸੇ ਮੈਂ ਠੰਡੀ ਚੀਜ਼ ਪੀਂਦਾ ਤੇ ਨਹੀਂ, ਪਰ ਜੇ ਤੁਸੀਂ ਇੰਨੇ ਪਿਆਰ ਨਾਲ ਕਹਿ ਰਹੇ ਹੋ ਤਾਂ ਫਿਰ ਮੈਂ ਪੀ ਲੈਣਾ। तो पियो फिर। ਹੁਣ ਦੱਸੋ ਕੀ ਪੇਸ਼ ਕੀਤਾ ਜਾਏ। तू एक्सपर्ट हाँ, तो शुरू कर जो भी शुरू करना है। ਜਦੋਂ ਨਿਕਲੇ ਹਾਏ ਨੀ ਜਦੋਂ ਨਿਕਲੇ ਪਟੋਲਾ ਬਣ ਕੇ ਨੀ ਮੁੰਡਿਆਂ ਦੀ जानते बड़े। ओह, ਤੁਹਾਡੇ ਗਲੇ ਨੂੰ ਕੀ ਹੋਇਆ? ਗਲੇ ਨੂੰ ਕੁਝ ਨਹੀਂ ਹੋਇਆ, ਮੈਨੂੰ ਲੱਗਦਾ ਗਾਣੇ 'ਚ ਕੋਈ ਨੁਕਸ ਹੈ। ਆਪਾਂ ਹੋਰ ਟਰਾਈ ਕਰਦੇ ਹਾਂ। करो करो करो, हो ट्राई करो। ਮਰ ਜਾਣੀ ਪਾਉਂਦੀ ਭੰਗੜਾ ਅੰਗਰੇਜ਼ੀ ਬੀਟ ਤੇ ਮਰ ਜਾਣੀ ਪਾਉਂਦੀ ਭੰਗੜਾ ਅੰਗਰੇਜ਼ੀ। ਹੁਣ ਵੀ ਗਾਣੇ 'ਚ ਨੁਕਸ ਹੈ? ਗਾਣੇ 'ਚ ਨੁਕਸ ਨਹੀਂ, ਮੈਨੂੰ ਲੱਗਦਾ ਮੈਂ ਸੁਰ 'ਚ ਰੱਖ ਲਿਆ। ਆਪਾਂ ਹੋਰ ਟਰਾਈ ਕਰੀਏ। करो करो। ਵੇ ਮੈਂ ਸੋਹਣਿਆ ਬਣਾਉਣੀ ਦੇਤੀ ਕੰਗਣੀ ਵੇ ਤੇਰਾ ਮੇਰਾ ਨਾਂ ਲਿਖ ਕੇ। ਹਾਂ ਸੋਹਣਿਆ ਬਣਾਉਣੀ ਦੇਤੀ ਕੰਗਰੀਆਂ ਤੇਰਾ। ਹੁਣ ਕਾਹਦੇ 'ਚ ਨੁਕਸ ਹੈ? ਮੈਨੂੰ ਲੱਗਦਾ ਮੇਰੇ ਗਲੇ 'ਚ ਕੋਈ ਨੁਕਸ ਹੈ। ਉਹ ਤਾਂ ਹੈ। ਕੋਈ ਗੱਲ ਨਹੀਂ, ਤੂੰ ਇੰਜ ਕਰ, ਤੂੰ ਘਰ ਜਾ, ਮੈਡੀਸਿਨ ਲੈ ਤੇ ਰੈਸਟ ਕਰ। ਆਪਾਂ ਨੂੰ ਕਿਹੜੀ ਕਾਹਲੀ ਹੈ, ਆਪਾਂ ਬਾਜ ਕਰ ਲਾਂਗੇ, ਸਿੱਖ ਲਾਂਗੇ ਬਾਜ ਫ੍ਰੀ ਟਾਈਮ ਤੇ। ਅਜੇ ਤਾਂ ਟ੍ਰੇਲਰ ਆ, ਪਿਕਚਰ ਅਜੇ ਬਾਕੀ ਆ। पागल नो। ਕੱਲ ਆਇਆ ਸੀ ਮੇਰੀ ਕਲਾਸ ਲਗਾਉਣ, ਮੈਂ ਉਹਦੀ ਕਲਾਸ ਲਗਾਤੀ। ਭਲੇ ਚੰਗੇ ਰਾਂਝੇ ਨੂੰ ਵੀ ਨਾ ਮੈਂ ਬਿਲਕੁਲ ਹੀ ਹੀਰ ਬਣਾਤਾ। हीर? ਉਹ ਭੋਲੀਏ, ਮੈਂ ਕਹਿ ਰਹੀ ਹਾਂ, ਮੈਂ ਉਹਦੀ ਲੱਸੀ ਵਿੱਚ ਨਾ ਐਪਸਮ ਸਾਲਟ ਮਿਲਾਤਾ, ਜਿਹਦੇ ਕਰਕੇ ਉਹਦੀ ਆਵਾਜ਼ ਨਾ ਬਿਲਕੁਲ ਜਨਾਨੀਆਂ ਵਾਂਗ ਹੋ ਗਈ। पर ਜਦੋਂ ਉਹਦਾ ਗਲਾ ਠੀਕ ਹੋ ਜਾਣਾ ਹੈ ਤਾਂ ਤੈਨੂੰ ਮਿਊਜ਼ਿਕ ਸਿੱਖਣਾ ਹੀ ਪੈਣਾ ਹੈ। ਮੈਂ ਠੀਕ ਹੋਣ ਹੀ ਨਹੀਂ ਦੇਣਾ। ਜਦੋਂ ਵੀ ਠੀਕ ਹੋਊਗਾ ਮੈਂ ਵਾਪਸ ਉਹਨੂੰ ਐਪਸਮ ਸਾਲਟ ਦੇ ਦੇਣਾ। स्मार्ट गर्ल। ਉਹ ਆ ਰਿਹਾ ਮੈਨੂੰ ਮਿਊਜ਼ਿਕ ਸਿਖਾਉਣ। ਹਾਂਜੀ ਤੂੰ ਫਿਰ ਜੂਸ ਦੇ 2 ਗਲਾਸ ਲੈ ਕੇ ਆ ਜਾਈਂ ਡਰਾਇੰਗ ਰੂਮ ਵਿੱਚ, ਤੇ ਯਾਦ ਹੈ ਨਾ 2 ਗੋਲੀਆਂ ਉਸ 'ਚ ਐਕਸਟਰਾ ਪਾ ਦੇਵੇਂ। ਠੀਕ ਹੈ। ਅੱਜ ਤੂੰ ਬੜਾ ਸੋਹਣਾ ਲੱਗ ਰਿਹਾ। ਮੈਂ ਤੇ ਪਹਿਲਾਂ ਹੀ ਬਹੁਤ ਸੋਹਣਾ ਸੀ, ਤੁਸੀਂ ਕਦੇ ਉਸ ਨਜ਼ਰ ਨਾਲ ਦੇਖਿਆ ਹੀ ਨਹੀਂ। ਅੱਜ ਤੂੰ ਜੂਸ ਪੀ ਕੇ ਦੇਖ, ਤੈਨੂੰ ਪਤਾ ਲੱਗੂਗਾ। ਪਹਿਲਾਂ ਜੂਸ ਪੀ ਲਓ, ਫਿਰ ਸ਼ੁਰੂ ਕਰਦੇ ਹਾਂ। ਪਹਿਲਾਂ ਤੁਸੀਂ ਪੀ ਲਓ, ਆਪਾਂ ਫੇਰ ਸ਼ੁਰੂ ਕਰ ਲੈਂਦੇ ਹਾਂ। ਆ ਕੀ ਕਰ ਰਹੇ ਹੋ? ਕੀ ਕਰ ਰਹੇ ਹੋ? ਆ ਤੁਹਾਡਾ ਹੀ ਜੂਸ ਹੈ, ਹੁਣ ਪੀਓ ਤੁਸੀਂ। ਤੁਸੀਂ ਪੀਓ। ਉਹ ਇੱਕੋ ਹੀ ਗੱਲ ਹੈ, ਪੀਓ। ਚਲੋ ਫਿਰ ਜੂਲੀਅਟ ਜੀ, ਥੋੜਾ ਜਿਹਾ ਗਾ ਕੇ ਸੁਣਾਓ ਤਾਂ ਕਿ ਮੈਨੂੰ ਵੀ ਪਤਾ ਲੱਗ ਸਕੇ ਤੁਹਾਡਾ ਸਕੇਲ ਕੀ ਹੈ। ਘੁੰਮਣ ਕਮਾਉਣ ਨੂੰ ਤਾਂ ਥਾਰ ਰੱਖਿਆ, ਬੁਲਟ ਤੇ ਰੱਖਿਆ ਪਟਾਕੇ ਪਾਉਣ ਨੂੰ। ਮੈਂ ਤੁਹਾਨੂੰ ਗਾਉਣ ਲਈ ਕਿਹਾ, ਜੇ ਗਾਣੇ ਦੇ ਵਿੱਚ ਪਟਾਕੇ ਸ਼ਬਦ ਹੈਗਾ ਇਹਦਾ ਮਤਲਬ ਇਹ ਥੋੜੀ ਹੈ ਵੀ ਆਪਣੀ ਆਵਾਜ਼ ਹੀ ਪਟਾਕਿਆਂ ਵਰਗੀ ਕਰ ਲਓ। ਦੁਬਾਰਾ ਗਾਓ ਇੱਕ ਵਾਰੀ। ਘੁੰਮਣ ਕਮਾਉਣ ਨੂੰ ਤਾਂ ਥਾਰ ਰੱਖਿਆ, ਬੁਲਟ ਤੇ ਰੱਖਿਆ ਪਟਾਕੇ ਪਾਉਣ ਨੂੰ। ਉਹ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਆਪਣੀ ਆਵਾਜ਼ 'ਚ ਗਾਓ, ਬੰਦਿਆਂ ਵਾਲੀ ਆਵਾਜ਼ 'ਚ ਨਾ ਗਾਓ।
ਤਾਂ ਕਿ ਮੈਨੂੰ ਵੀ ਪਤਾ ਲੱਗ ਸਕੇ ਤੁਹਾਡਾ ਸਕੇਲ ਕੀ ਹੈ। ਮੈਂ ਤਾਂ ਨਾਰਮਲੀ ਗਾ ਰਹੀ ਆ, ਮੈਨੂੰ ਕੀ ਪਤਾ ਕੀ ਹੋ ਰਿਹਾ। ਗਾਉਣਾ ਤਾਂ ਦੂਰ ਦੀ ਗੱਲ, ਥੋੜਾ ਤਾਂ ਬੋਲਣ ਦਾ ਸਕੇਲ ਵੀ ਨਛੱਤਰ ਗਿੱਲ ਵਰਗਾ ਹੋਇਆ ਪਿਆ। ਮੈਨੂੰ ਲੱਗਦਾ ਤੁਸੀਂ ਠੀਕ ਨਹੀਂ। ਦਵਾਈ ਲਓ, ਆਰਾਮ ਕਰੋ। ਆਪਾਂ ਨੂੰ ਕਿਹੜਾ ਕੋਈ ਕਾਹਲੀ ਆ, ਫੇਰ ਸਿੱਖ ਲਵਾਂਗੇ ਫ੍ਰੀ ਸਮੇਂ 'ਚ। ਉਹ ਪ੍ਰੀਤੋ, ਇੱਕ ਕੰਮ ਨਹੀਂ ਹੁੰਦਾ। ਸਟੂਪਿਡ ਇਡੀਅਟ। ਉਹ ਖਾਲਾ ਮਾਮਾ, ਕਿਹੜੀਆਂ ਸੋਚਾਂ 'ਚ ਪਿਆ? ਘੁੰਡ ਵਾਲੀ ਡੀਕਦਾ। ਲਾੜਾ ਵੋਟੀ ਬਿਨਾ ਤੇ ਫੁੰਮਣ ਰੋਟੀ ਬਿਨਾ ਕਿਤੇ ਰਹਿ ਸਕਦੇ ਆ? ਮੈਂ ਤਾਂ ਸੈਂਡੀ ਦੇ ਸੈਂਡਵਿਚ ਡੀਕ ਰਿਹਾ ਸੀ। 57 ਵੇਟ ਕੁੜੀ ਦਾ। ਨਹੀਂ 57 ਤਾਂ ਬਹੁਤ ਜ਼ਿਆਦਾ ਹੋ ਗਿਆ। 47 ਵੇਟ ਕੁੜੀ ਦਾ। ਮਰ ਗਈ ਸੈਂਡੀ, ਮਰ ਗਈ। ਸੈਂਡੀ 'ਚ ਕੀ ਹੋ ਗਿਆ? ਰੰਜਨੇ ਮਾਮਾ ਮੈਂ ਮਰ ਗਈ। ਮਰੇ ਤੇ ਅਸੀਂ ਪਏ ਆ, ਮਹਿਸੂਸ ਤੇ ਕਰੋ। ਪਲੀਜ਼ ਮੈਨੂੰ ਮੇਰੇ ਕਮਰੇ 'ਚ ਲੈ ਚਲੋ। ਲਿਆਉਣ ਨੂੰ ਤਾਂ ਆਪਣੇ ਕਮਰੇ 'ਚ ਵੀ ਲੈ ਜਾਵਾਂ, ਮੇਰਾ ਵਾਸਤੇ ਨਹੀਂ ਚੱਲਦਾ। ਕਹੀਂ ਜਾਂਦੇ ਹੋ? ਚਲੋ ਉਠੋ। ਆਪਣੀ ਨਜ਼ਰ ਲੱਗ ਗਈ। ਇੱਕ ਤਾਂ ਆਪਣੇ ਮੈਨੇਜਰ ਵਰਗੀਆਂ ਬਿੰਗੀਆਂ ਟੇਡੀਆਂ ਜੀਆਂ ਪੌੜੀਆਂ ਬਣਾ ਲੀਆਂ, ਸਿੱਧੀਆਂ ਨਹੀਂ ਬਣਾ ਹੁੰਦੀਆਂ ਸੀ। ਹਾਏ ਮੇਰੀ ਲੱਤ। ਆ ਜਾਓ ਸੈਂਡੀ ਜੀ, ਇਹ ਕੀ ਭਾਣਾ ਵਰਤ ਗਿਆ? ਡਿੱਗਣ ਤੋਂ ਪਹਿਲਾਂ ਦੱਸ ਨਹੀਂ ਹੁੰਦਾ ਸੀ ਕਿ ਡਿੱਗਦੀ ਨੂੰ ਆਣ ਸੰਭਾਲ। ਜਿੰਦ ਮੇਰੀ ਤਾਂ ਬਚਦੀ। ਲੈ ਚੱਲ ਫੁੰਮਣਾ ਵੇ ਨਾਲ। ਰੰਜਨੇ ਮਾਮਾ ਬਹੁਤ ਪੇਨ ਹੋ ਰਹੀ ਹੈ। ਹਾਏ ਤੇਰੀ ਆਈ ਮੈਂ ਮਰ ਜਾ, ਮੇਰਾ ਵਾਲ ਵਿੰਗਾ ਨਾ ਹੋਵੇ। ਤੁਸੀਂ ਠੀਕ ਹੋ ਕੇ ਬੈਠੋ, ਮੈਂ ਮਾਲਿਸ਼ ਕਰਦਾ ਜਿੱਥੇ ਤੁਹਾਡੇ ਸੱਟ ਲੱਗੀ ਆ। ਕਿੰਨਾ ਕੁ ਦਰਦ ਹੋ ਰਿਹਾ? ਰੰਜਨੇ ਮਾਮਾ ਤੁਸੀਂ ਚਾਹੇ ਜਿੰਨੇ ਮਰਜ਼ੀ ਹੱਥ ਪੈਰ ਚਲਾਓ, ਆਈ ਥਿੰਕ ਤੁਹਾਡੇ ਕੋਲ ਆਰਾਮ ਨਹੀਂ ਆਣਾ। ਤੁਸੀਂ ਸ਼ਮਸ਼ੇਰ ਜੀ ਨੂੰ ਬੁਲਾਓ। ਨਾ ਸ਼ਮਸ਼ੇਰ ਨੂੰ ਬੁਲਾਉਣ ਨੂੰ ਉਹ ਸਾਲਾ ਹਕੀਮ ਤਾਰਾ ਚੰਦਾ, ਨਾਲੇ ਮੈਂ ਮਰ ਗਿਆ। ਮੇਰਾ ਜੀ ਕਰਦਾ ਮੈਂ ਥੋੜੀਆਂ ਮਾਰ ਉਹ ਪੌੜੀਆਂ ਹੀ ਭੰਨ ਦੇਣ ਜਿੱਥੋਂ ਤੁਸੀਂ ਡਿੱਗੇ ਸੀ। ਮਾਮਾ ਜੀ, ਜੇ ਤੁਸੀਂ ਸਾਡੀਆਂ ਪੌੜੀਆਂ ਹੀ ਭੰਨਤੀਆਂ, ਸਾਡੇ ਭੂਆ ਜੀ ਉੱਪਰ ਚੜਨਗੇ ਕਿੱਥੋਂ? ਬੈਂਕਾਕ ਆ ਗਈ ਪਰ ਅਕਲ ਨਹੀਂ ਆਈ। ਹਾਂਜੀ ਇਹਨੂੰ ਕਹਿ ਰਿਹਾ। ਓਏ ਕਮਲੀਏ, ਅੱਜ ਕੱਲ ਲੋਕੀ ਉੱਪਰ ਚੜਨ ਲਈ ਪੌੜੀ ਦਾ ਇਸਤੇਮਾਲ ਘੱਟ ਕਰਦੇ ਆ, ਘੋੜੀ ਦਾ ਵੱਧ ਕਰਦੇ ਆ। ਲੱਗੀਆਂ ਗੱਲਾਂ ਮਾਰਨ। ਤੁਸੀਂ ਦੱਸੋ ਜੀ, ਦਰਦ ਕਿੱਥੇ ਹੋ ਰਿਹਾ? ਉੱਥੇ ਇੱਥੇ? ਥੋੜਾ ਉੱਤੇ। ਇੱਥੇ? ਥੋੜਾ ਹੋਰ ਉੱਤੇ। ਤੂੰ ਬਾਹਰ ਚੱਲ। ਮਾਮਾ ਜੀ, ਜੇ ਤੁਹਾਡੀ ਗੱਲ ਸਮਝ 'ਚ ਨਹੀਂ ਉਤਰ ਰਹੀ ਤਾਂ ਮੈਂ ਸ਼ਮਸ਼ੇਰ ਜੀ ਨੂੰ ਬੁਲਾਵਾਂ? ਉਹ ਤੋਂ ਆਪਣੇ ਉਤਰੇ ਮੁੱਢ ਤਾਂ ਸਾਲੇ ਤੋਂ ਚਾੜ ਨਹੀਂ ਹੋਇਆ ਹੈ ਤੱਕ, ਲੋਕਾਂ ਦੇ ਹੱਡ ਗੋਡੇ ਚਾੜ ਦੂਗਾ। ਨਾਲੇ ਇੱਕ ਗੱਲ ਨਾ ਭੁੱਲਣੀ, ਜਿਹਦਾ ਗੰਨਾ ਉਹਦੀ ਉਹ ਭੇਲੀ, ਜਿਹਨੇ ਪੱਟ ਲਈ ਸਮਝ ਲਾਉਂਦੀ ਹੈ ਸਹੇਲੀ। ਮਤਲਬ? ਅੱਬਾ ਮੇਰਾ ਮਤਲਬ ਤੂੰ ਬਹੁਤੀਆਂ ਸਲਾਹਾਂ ਨਾ ਦੇ, ਅੰਦਰੋਂ ਲਿਆ ਕੇ ਹਲਦੀ ਵਾਲਾ ਦੁੱਧ ਦੇ। ਠੀਕ ਹੈ ਜੀ। ਬਟ ਆਈ ਡੋਂਟ ਲਾਈਕ ਦੁੱਧ। ਚੱਲ ਕੱਲੀ ਹਲਦੀ ਲਿਆ ਦੇ ਸ਼ੁੱਧ। ਤੇਰੇ ਯਾਰ ਨੂੰ ਤਾਂ ਨੰਗ ਭੁਣੇ ਦਾ ਚੜ ਗਿਆ ਬੁਖਾਰ ਭੱਲੀਏ। ਓਏ ਹੋਏ ਹੋਏ, ਓ ਬੱਲੇ ਪ੍ਰੀਤੋ ਜੀ, ਕਰੋ ਮੂੰਹ ਮਿੱਠਾ ਜੀ। ਮੈਂ ਕਿ ਕਿਸ ਖੁਸ਼ੀ 'ਚ ਸ਼ਮਸ਼ੇਰ ਸਿੰਘ ਜੀ ਤੁਸੀਂ ਮੇਰਾ ਮੂੰਹ ਮਿੱਠਾ ਕਰਾ ਰਹੇ ਹੋ? ਵੈਸੇ ਓ ਪਰੇ ਹੋ ਤੇ ਚੜਦੀ ਜਾਨੀ ਆ, ਏਦਾਂ ਪੀਆਰ ਨਹੀਂ ਮਿਲਦੀ। ਉਹ ਸਾਡੇ ਘਰ ਭਤੀਜਾ ਜੰਮਿਆ, ਮੈਂ ਚਾਚਾ ਬਣ ਗਿਆ, ਉਹਦੀ ਖੁਸ਼ੀ 'ਚ ਮੂੰਹ ਮਿੱਠਾ ਕਰਾਉਣਾ। ਲੋਕਾਂ ਦੇ ਨਿਆਣੇ ਜੰਮਣ ਦੀ ਖੁਸ਼ੀ ਮਨਾਈ ਜਾਈ, ਕਦੇ ਆਪਣੇ ਵਿਆਹ ਬਾਰੇ ਨਾ ਸੋਚੀ। ਕੀ ਕਹਿਣਾ ਚਾਹੁੰਦੀ ਆ ਤੂੰ? ਹਾਂ, ਕਹਿਣਾ ਇਹ ਚਾਹੁੰਦੀ ਆ, ਉਹ ਜਿਸ ਨਾਗਮਣੀ ਦੇ ਪਿੱਛੇ ਤੂੰ ਤੁਰਿਆ ਫਿਰਦਾ ਨਾ, ਉਹ ਕਿਸੇ ਹੋਰ ਜੋਗੀ ਦੀ ਝੋਲੀ 'ਚ ਡਿੱਗ ਗਈ। ਹਾਂ ਬੋਲੀ ਤੈਨੂੰ ਦੱਸਾਂ ਮੈਂ। ਹਾਂ ਮੇਰੀ ਤੇ ਯਕੀਨ ਨਹੀਂ ਆਉਂਦਾ ਨਾ, ਤਾਂ ਜਾ ਕੇ ਦੇਖ ਲਾ ਉਸ ਕਮਰੇ ਦੇ ਵਿੱਚ। ਦੇਖ ਸਾਲਾ ਕਿੱਦਾਂ ਪੈਰਾਂ 'ਚ ਲਿਪਟਿਆ ਪਿਆ, ਜਿਵੇਂ ਝੋਨੇ ਨੂੰ ਪੱਤਾ ਲਪੇਟ ਸੁੰਡੀ ਪੈਂਦੀ ਆ। ਓ ਬ੍ਰਹਮਪੁਰੀਆ, ਆ ਕੀ ਸੀਨ ਓਏ? ਸੀਨ ਤਾਂ ਤੈਨੂੰ ਮੈਂ ਬਾਅਦ ਸਮਝਾ ਦੂੰ, ਪਹਿਲਾਂ ਅੱਜ ਮੈਂ ਤੈਨੂੰ ਆਪਣਾ ਨਾਮ ਚੰਗੀ ਤਰ੍ਹਾਂ ਸਮਝਾ ਦਵਾਂ। ਤੂੰ ਮੇਰੇ ਇੰਨੇ ਨਾਂ ਬਦਲਿਆ, ਹੁਣ ਮੈਨੂੰ ਖੁਦ ਨੂੰ ਚੇਤਾ ਭੁੱਲ ਗਿਆ ਮੇਰਾ ਅਸਲੀ ਨਾਮ ਕੀ ਆ। ਆ ਬਸ ਕਰ ਓਏ, ਬੰਦ ਕਰ ਆਪਣਾ ਡਰਾਮਾ। ਸਾਨੂੰ ਨਹੀਂ ਚਾਹੀਦਾ ਤੇਰਾ ਲੁੱਚਾ ਗਾਉਣਾ ਵਜਾਉਣਾ। ਆਪਣਾ ਟੈਂਡ ਫੋੜੀ ਚੱਕੋ, ਤਿੱਤਰ ਹੋਵਾ ਇੱਥੋਂ। ਹਾਂ ਇਹ ਕੀ ਹੋ ਰਿਹਾ ਹੈ? ਮੈਮ ਸਾਨੂੰ ਤਿੱਤਰ ਹੋਣ ਨੂੰ ਕਹਿ ਰਿਹਾ ਇੱਥੋਂ। ਸ਼ਮਸ਼ੇਰ ਜੀ, ਤੁਸੀਂ ਕੌਣ ਹੁੰਦੇ ਨਾ ਤਿੱਤਰ ਕਰਨ ਵਾਲੇ? ਖਬਰਦਾਰ, ਜੇ ਫੁੰਮਨ ਜੀ ਦੀ ਸ਼ਾਨ ਦੇ ਖਿਲਾਫ ਇੱਕ ਸ਼ਬਦ ਵੀ ਬੋਲਿਆ ਤਾਂ। ਕਮਾਲ ਕਰਦੇ ਆ ਮੈਡਮ ਤੁਸੀਂ, ਉਹ ਸ਼ਬਦਾਂ ਨੂੰ ਅੰਜਾਮ ਦੇਈ ਜਾਣ ਡਿਆ। ਮੈਂ ਇੱਕ ਸ਼ਬਦ ਨਾ ਬੋਲਾਂ, ਮੈਂ ਟੱਟੂ ਦਾ ਮੈਨੇਜਰ ਆ। ਸ਼ਮਸ਼ੇਰ ਜੀ, ਮਾਈਂਡ ਯੂਅਰ ਲੈਂਗੁਏਜ। ਤੁਹਾਨੂੰ ਪਤਾ ਵੀ ਹੈ ਫੁੰਮਨ ਜੀ ਇੱਥੇ ਕਿਉਂ ਹੈ? ਪਤਾ ਨਹੀਂ।
कल रात मैं पौड़ियां तो डिग गई सी, मेरे मुंह च आ गई। फुम्मन जी मैनू आप चुक के बेडरूम तक ले आए ने। ਚੁੱਕ ਕੇ? हाँ, ते सारी रात मेरी सेवा कीती है। ਸਾਰੀ ਰਾਤ? Shut up! ਅੱਛਾ ਫੇਰ ਠੀਕ ਆ, ਮੈਂ ਸਮਝਿਆ ਕਰ ਘੰਟੇ ਕਿਤੋਂ ਇੱਥੇ ਆ। ਦਰ ਫਿੱਟੇ ਮੂੰਹ ਤੇਰੇ। Oh my God! ਸੈਂਡੀ ਜੀ ਕਮ ਔਨ। Thank you. ਤੁਸੀਂ ਕਿਉਂ ਆਪਣਾ ਬਲੱਡ ਪ੍ਰੈਸ਼ਰ ਵਧਾਉਂਦੇ ਹੋ? ਇੰਨਾ ਸ਼ੁਕਰ ਹੈ ਕੀ ਜਾਣਨ ਇਨਸਾਨੀਅਤ ਕੀ ਹੁੰਦੀ ਹੈ। ਉਹ ਮੈਡਮ ਖੜੇ ਹੋ ਗਏ ਨੇ, ਹੱਥ ਛੱਡ ਦੇ ਹੁਣ। Say sorry to him. ਸੌਰੀ। ਮੈਂਸ਼ਨ ਮਸਟ। ਕੀ ਹਾਲ ਹੈ ਮੈਡਮ? Don't touch. Stupid. ਕਰਾਲੀ ਬੇਇੱਜ਼ਤੀ। ਅੰਦਰੋਂ ਪਿਆਰ ਕਰਦੀ ਆ। ਓਏ ਪਹਾੜੀ ਕਾਂ ਕੀ ਜਾਣੇ ਪਿਆਰ ਦੀ ਪਹੇਲੀ। ਇਹ ਤਾਂ ਜੀ ਨੇ ਪੱਟ ਲਈ, ਸਮਝ ਲਾ। ਆ ਬਹੁਤੇ ਦੰਦ ਜਾਂ ਨਾ ਕੱਢ। ਤੂੰ ਸੱਪ ਤੇ ਨਿਆਲੇ ਦੀ ਕਿਤਾਬਾਂ 'ਚ ਲੜਾਈ ਪੜ੍ਹੀ ਹੋਣੀ ਆ। ਹੁਣ ਤੈਨੂੰ ਮੈਂ ਦਿਖਾਉਂ ਨਿਆਲਾ ਸੱਪ ਦੇ ਦੰਦ ਕਿਵੇਂ ਭੰਨਦਾ। ਲੈ ਹੁਣ ਲਾਉਣੇ ਟਾਈਗਰ ਨੂੰ ਟੈਲੀਫੋਨ। ਹਾਂਜੀ ਟਾਈਗਰ ਸਾਹਿਬ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ? ਹੌਲੀ ਬੋਲ, ਭਾਈ ਸਾਹਿਬ ਸੁੱਤੇ ਪਏ ਨੇ, ਤੇਰੀ ਆਵਾਜ਼ ਫੋਨ ਚੋਂ ਬਾਹਰ ਜਾਂਦੀ ਆ। ਉਹ ਮਾੜੇ ਜਿਹਾ ਜਗਾ ਦੇ ਯਾਰ। ਉਹ ਤੇਰੇ ਦਿਮਾਗ ਨੂੰ ਉਸਤਾ ਨਹੀਂ ਪੈ ਗਿਆ? ਜਗਾ ਦਿਓ। ਇੱਕ ਵਾਰੀ ਕਾਂ ਨੇ ਕਾਂ ਕਾਂ ਕਰਕੇ ਭਾਈ ਸਾਹਿਬ ਨੂੰ ਉਠਾਤਾ ਸੀਗਾ ਤੇ ਭਾਈ ਸਾਹਿਬ ਨੇ ਉੱਠ ਕੇ ਕਾਂ ਹੀ ਡਾਤਾ ਸੀਗਾ ਬਾਅਦ ਚ। ਉਹ ਯਾਰ ਚਾਹੇ ਚਿੜੀ ਮਾਰੋ, ਚਾਹੇ ਕਾਂ ਮਾਰੋ, ਚਾਹੇ ਤੋਤਾ ਮਾਰੋ, ਤੁਸੀਂ ਮੈਨੂੰ ਐ ਦੱਸੋ ਬਾਈ ਟਾਈਗਰ ਸਾਹਿਬ ਨਾਲ ਮੁਲਾਕਾਤ ਕਦੋਂ ਹੋ ਸਕਦੀ ਹੈ? ਅੱਜ ਤੇ ਪੋਸੀਬਲ ਨਹੀਂ ਹੈਗਾ, ਕੱਲ ਡੈਮ ਤੇ ਆਉਣਾ ਭਾਜੀ ਹੁਣ ਲੰਚ ਕਰਨ, ਉੱਥੇ ਆ ਜਿਓ। ਠੀਕ ਆ ਫਿਰ ਆਪਾਂ ਡੈਨ ਤੇ ਮਿਲਦੇ ਆ ਟਾਈਗਰ ਸਾਹਿਬ ਨੂੰ। ਕਿੱਧਰ ਮੂੰਹ ਚੁੱਕਿਆ ਓਏ? ਇਹ ਤਾਂ ਨਹੀਂ ਚੀਤਾ ਲੱਗਦਾ, ਇਹ ਤਾਂ ਆਪਣੇ ਸੜੋਂ ਲੋਈ ਫਿਰਦਾ। ਆ ਭਾਈ ਸਾਹਿਬ ਚੀਤਾ ਸਾਹਿਬ ਨੂੰ ਮਿਲਣਾ ਸੀ। ਚੀਤਾ ਸਾਹਿਬ? ਉਹ ਕੌਣ ਆ? ਆ ਕੋਈ ਲੱਤਾਂ ਭੰਨਣਾ ਹੋਣਾ, ਤੁਹਾਡਾ ਕੋਈ ਬੌਸ? ਉਹ ਅਕਲ ਨੂੰ ਹੱਥ ਮਾਰ, ਟਾਈਗਰ ਆ ਭਾਈ ਸਾਹਿਬ ਦਾ ਨਾਂ। ਆ ਜਿਹੜਾ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਸੀ ਨਾ ਨਵਾਜ਼ ਸ਼ਰੀਫ, ਉਹਨੇ ਗਲਤ ਨਾਂ ਲੈਤਾ ਸੀ ਭਾਜੀ ਦਾ ਤੇ ਭਾਜੀ ਨੇ ਗਵਰਨਰੀ ਰਾਜ ਕਰਾ ਕੇ ਦੇਸ਼ ਨਿਕਾਲਾ ਕਰਾਤਾ ਸੀ ਉਹਨੂੰ। ਓ ਯਾਰ ਮੈਂ ਇਲੈਕਸ਼ਨ ਲੜਨੀ ਆ, ਮੈਂ ਤਾਂ ਬੰਦੇ ਦੀਆਂ ਲੱਤਾਂ ਬਣਾਉਣੀਆਂ। ਹਾਂ ਕਿੱਥੇ ਆ? ਹੌਲੀ ਬੋਲ, ਇੰਨੀ ਉੱਚੀ ਨਾ ਬੋਲ। ਭਾਈ ਸਾਹਿਬ ਦੀ ਗਰਲਫ੍ਰੈਂਡ ਨੇ ਇੱਕ ਵਾਰੀ ਉੱਚੀ ਆਵਾਜ਼ 'ਚ ਗੱਲ ਕੀਤੀ ਸੀ ਭਾਈ ਸਾਹਿਬ ਨਾਲ। ਭਾਈ ਸਾਹਿਬ ਨੇ ਆਉਂ ਕਿਰਚ ਗੱਡੀ ਮਾਰਤੀ ਓਏ। ਨਹੀਂ, ਉਹਦੀ ਬਾਂਹ ਤੇ ਲਿਖਤਾ ਸਪੀਕ ਸਲੋ। ਉਹ ਛੋਟੇ ਭਾਈ ਐਡੀ ਗੱਲ ਨਹੀਂ ਜਿੱਡਾ ਖਲਾਰਾ ਪਾ ਕੇ ਦੱਸੀ ਜਾਣਾ। ਮੈਨੂੰ ਲੱਗਦਾ ਜਿੱਦਾਂ ਨਾ ਟਾਈਗਰ ਨੇ ਬੰਦਾ ਰੱਖਿਆ ਇਹਨੇ ਆਪਣਾ ਨੁਕਸਾਨ ਕਰਾ ਲੈਣਾ। ਹੌਲੀ ਹੌਲੀ, ਪੈਰਾਂ ਦੀ ਆਵਾਜ਼ ਨਾ ਹੋਵੇ, ਭਾਈ ਸਾਹਿਬ ਬਹੁਤ ਬੁਰਾ ਮਨਾਉਂਦੇ ਨੇ। ਚੀਤਾ ਆਪਣੇ ਟਾਈਗਰ ਸਾਹਿਬ ਸਤਿ ਸ਼੍ਰੀ ਅਕਾਲ। ਆ ਗਿਆ ਉਹ ਤੂੰ? ਹਾਂਜੀ ਚੱਲ ਕੰਮ ਦੱਸ। ਕਾਕਾ ਸਾਡੇ ਕੋਲ ਟਾਈਮ ਬਹੁਤ ਘੱਟ ਆ ਤੇ ਕੰਮ ਬਹੁਤ ਜ਼ਿਆਦਾ ਆ। ਦੋ ਕੁ ਬੰਦੇ ਮਾਰਨੇ ਆ, ਇੱਕ ਬੈਂਕ ਲੁੱਟਣਾ ਤੇ ਇੱਕ ਨਿੱਕਾ ਜਿਹਾ ਬਲਾਸਟ ਬੈਂਕਾਕ ਬ੍ਰਿਜ ਤੇ ਕਰਨਾ ਆ। ਤੇ ਕਾਕਾ ਪਿਸਤੌਲ ਤਾਂ ਗਰਮ ਹੋਣੀ ਆ, ਲੱਗਿਆ ਤਾਂ ਤੇਰਾ ਵੀ ਕੰਡਾ ਖਿੱਚ ਦੂੰਗੇ। ਉਹ ਨਹੀਂ ਮੇਰਾ ਨਹੀਂ, ਟਾਈਗਰ ਸਾਹਿਬ ਕੰਡਾ ਖਿੱਚਣਾ। ਮੈਂ ਤੁਹਾਨੂੰ ਦੱਸਦਾ, ਮੇਰੀ ਉਮਰ ਦਾ ਇੱਕ ਬੰਦਾ ਆ ਫੁੰਮਣ ਸਿੰਘ, ਠੀਕ ਆ ਜੀ। ਉਹਦੀ ਬਸ ਸਿਰਫ ਭੂਆ ਕੜੀ ਸੀ ਕਰਾਉਣੀ, ਉਹਨੂੰ ਚੱਕਣਾ ਆ, ਠੀਕ ਆ ਜੀ। ਤੇ ਤੁਹਾਡੇ ਬੰਦੇ ਨੂੰ ਮੈਂ ਪੈਸੇ ਦੇ ਦਿੱਤੇ ਆ, ਲੋਕੇਸ਼ਨ ਮੈਂ ਦੱਸਤੀ ਆ ਬਸ। ਚੱਲ ਕਾਕਾ ਤੂੰ ਐ ਕਰ, ਤੂੰ ਸਮੁੰਦਰ ਦੀ ਠੰਡੀ ਠੰਡੀ ਹਵਾ ਲੈ ਤਾਂ ਗੋਰੀਆਂ ਦੇ ਨਜ਼ਾਰੇ ਲੁੱਟ। ਮੈਂ ਆਏ ਗਿਆ ਤੇ ਐ ਆਇਆ ਫੁੰਮਣ ਦੀ ਹਿੱਕ ਵਿੱਚ ਦੋ ਲੱਤਾਂ ਮਾਰ ਕੇ। आसमान तो गड़े डिगते देखे, बिजली डिगती देखी, पर बंदे वर्गी चीज पहली बार डिगती देखी आ। ये तो सच्ची ना बनता है। तुसी बड़ी जोर दी डिगे हो, तुस ठीक तो हो ना? प्रीतो, हल्दी वाला दूध लेके आई। तुसी ठीक तो हो ना? ਤੁਹਾਡੀ ਲੱਗੀ ਤਾਂ ਨਹੀਂ? ਲੱਗੀ ਤਾਂ ਬਹੁਤ ਜ਼ੋਰ ਦੀ ਹੈ। अरे होया किवें हां?
ਉਹ ਜੀ ਮੈਂ ਤਾਂ ਦੁਸ਼ਮਣਾਂ ਦੀ ਕੋਈ ਚਾਲ ਲੱਗਦੀ ਹੈ। ਮੈਂ ਤਾਂ ਆਰਾਮ ਨਾਲ ਸਾਈਕਲ ਚਲਾਈ ਜਾਂਦਾ ਸੀ, ਪਤਾ ਨਹੀਂ ਸੜਕ ਤੇ ਕਿਸੇ ਨੇ ਬੰਬ ਲਾਇਆ ਹੋਇਆ ਸੀ। ਮੈਂ ਉੱਥੇ ਪਹੁੰਚਿਆ ਤੇ ਧੜਾਮ ਬੰਬ ਫਟ ਗਿਆ ਤੇ ਮੈਂ ਜੀ ਇੱਥੇ। ਪਰ ਮੈਂ ਤਾਂ ਬੰਬ ਦੀ ਆਵਾਜ਼ ਸੁਣੀ ਨਹੀਂ। ਜੀ ਬੰਬ ਸਾਇਲੈਂਟ ਸੀ। ਬੰਬ ਵੀ ਸਾਇਲੈਂਟ ਹੁੰਦੇ ਆ? ਮੈਡਮ ਜੀ ਹਾਂ ਹਾਂ ਜਲਦੀ ਦੇ ਲਓ ਦਿਓ। ਪੀਓ। ਪੀ ਤਾਂ ਰਿਹਾ। ਡਰਿੰਕ ਮਿਲਕ। ਹਾਂਜੀ ਹਾਂ ਹੁਣ ਕਿਦਾਂ ਦਾ ਮਹਿਸੂਸ ਕਰ ਰਹੇ ਹੋ? ਬੜਾ ਚੰਗਾ ਮਹਿਸੂਸ ਹੋ ਰਿਹਾ ਜੀ ਹੁਣ। ਹਾਂ ਪਰ ਇੱਕ ਗੱਲ ਸੱਚ ਮੰਨਿਓ, ਹਾਂ ਇੰਨਾ ਫਰਕ ਮੈਨੂੰ ਦੁੱਧ ਨਾਲ ਨਹੀਂ ਪਿਆ ਜਿੰਨਾ ਤੁਹਾਡੀਆਂ ਮਿੱਠੀਆਂ ਗੱਲਾਂ ਨਾਲ ਪੈ ਗਿਆ। ਹੁਣ ਤਾਂ ਮੈਨੂੰ ਤੁਸੀਂ ਭਾਵੇਂ ਮਿਲਖਾ ਸਿੰਘ ਨਾਲ ਭਜਾ ਲਓ, ਉੱਥੋਂ ਵੀ ਮੈਂ ਜਿੱਤ ਕੇ ਆ ਜਾਊਂਗਾ। ਚੁੱਬੀਆਂ ਆਏ ਤਲਾ ਦੇ ਕੰਡੇ। ਉਹ ਡੌਨ ਸਾਹਿਬ, ਤੁਹਾਨੂੰ ਕਿਸੇ ਦੀਆਂ ਪਸਲੀਆਂ ਭੰਨਣ ਵਾਸਤੇ ਭੇਜਿਆ ਸੀ, ਤੁਸੀਂ ਆਪ ਹੀ ਗੁੱਝੀਆਂ ਸੱਟਾਂ ਲਵਾ ਕੇ ਆ ਗਏ। ਤੁਸੀਂ ਡੌਨ ਟੱਟੂ ਦੇ। ਉਹ ਜ਼ਬਾਨ ਨੂੰ ਲਗਾਮਦੇ ਓਏ। ਐਦਾਂ ਹੀ ਇੱਕ ਵਾਰੀ ਬੁਸ਼ ਬੋਲਿਆ ਸੀ ਭਾਜੀ ਨਾਲ ਔਖਾ ਹੋ ਗਏ ਤੇ ਭਾਜੀ ਨੇ ਅਗਲੇ ਦਿਨ ਹੀ ਜਹਾਜ਼ ਭੇਜ ਕੇ ਤੇ ਵਰਲਡ ਟ੍ਰੇਡ ਸੈਂਟਰ ਦਾ ਬੇੜਾ ਗਰਕ ਕਰਤਾ ਉਹ ਸੀ। ਮੇਰੀ ਗੱਲ ਸੁਣੋ ਓਏ, ਉਹ ਤੂੰ ਇਹਦਾ ਬੰਦਾ ਨਾ ਹੁੰਦਾ ਨਾ, ਮੈਂ ਤੇਰੇ ਛਾਤੀ ਲੱਤਾਂ ਮਾਰਨੀਆਂ ਤੈਨੂੰ ਦੱਸਾਂ। ਉਹ ਤਾਂ ਕੰਮ ਲੁਧੇਨ ਨੇ ਕੀਤਾ ਸੀ। ਉਹ ਤੇ ਸਾਨੂੰ ਵੀ ਪਤਾ ਲਦੇਨ ਨੇ ਕੀਤਾ। ਲਦੇਨ ਪਹਿਲਾਂ ਸਾਡੀ ਟੀਮ 'ਚ ਹੀ ਕੰਮ ਕਰਦਾ ਸੀਗਾ ਤੇ ਉਹ ਕਰਵਾਇਆ ਭਾਈ ਸਾਹਿਬ ਨੇ ਸੀਗਾ। ਕ੍ਰੈਡਿਟ ਲਦੇਨ ਨੂੰ ਦਿੱਤਾ ਸੀ। ਉਹ ਤੂੰ ਟਾਈਗਰ ਹੋਣਾ ਨੂੰ ਕੀ ਸਮਝਿਆ? ਉਹ ਹਵਾ 'ਚ ਵੀ ਉਹ ਮਜਾਲ ਨਹੀਂ ਕਿ ਟਾਈਗਰ ਹੋਣਾ ਦੀ ਹਵਾ ਵੱਲ ਵੇਖ ਜਾਵੇ। ਉਹ ਵੈਸੇ ਵੀ ਮੈਨੂੰ ਫੜਨ ਲਈ ਘੱਟੋ ਘੱਟ 5-7 ਹਜ਼ਾਰ ਬੰਦੇ ਦੀ ਲੋੜ ਹੁੰਦੀ ਹੈ। ਉਹ ਚੱਪ ਮਾਰ ਕੇ ਤੂੰ ਬੈਠ ਨਹੀਂ ਸਕਦਾ, ਗੱਪ ਮਾਰ ਲਗਾ ਸੰਗ ਨਹੀਂ ਕਰਦਾ। ਇੰਨੇ ਬੰਦੇ ਦਾ ਥਾਈਲੈਂਡ ਦੀ ਪੁਲਿਸ ਬਚਿਆ ਨਹੀਂ। ਕਹਾ ਹੋ ਤਾਈਓ ਤਾਂ ਟਾਈਗਰ ਹੋ ਰਹੀ ਆਈ ਚੋੜੇ ਹੋ ਕੇ ਤੁਰੇ ਫਿਰਦੇ ਆ। ਉਹ ਇਹਨਾਂ ਕੋਲ ਇਹਨੇ ਬੰਦੇ ਹੀ ਹਾਨੀ, ਉਹ ਫੜਨਗੇ ਕੀ ਸਾਨੂੰ? ਉਹ ਚੱਲ ਛੱਡ ਯਾਰ, ਜਿਹੜਾ ਤੁਹਾਨੂੰ ਕੰਮ ਕਰਨ ਲਈ ਭੇਜਿਆ ਸੀ ਉਹ ਹੋਇਆ ਕਿ ਨਹੀਂ? ਉਹ ਕਾਕਾ ਕੰਮ ਤਾਂ ਹੋ ਗਿਆ, ਪਰ ਤੇਰੇ ਵਾਲਾ ਨਹੀਂ, ਮੇਰੇ ਵਾਲਾ ਹੋ ਗਿਆ ਹੀ। ਉਹ ਕਿਵੇਂ? ਮੈਂ ਸਮਝਿਆ ਨਹੀਂ। ਉਸ ਦਿਨ ਜਦ ਮੈਂ ਉਧਰ ਗਿਆ ਨਾ, ਮੇਰਾ ਪੈਰ ਕਿਤੇ ਅੜਿਆ ਤੇ ਮੈਂ ਡਿੱਗ ਪਿਆ। ਉਹ ਮੈਨੂੰ ਇੱਕ ਬੜੀ ਸੋਹਣੀ ਜਿਹੀ ਕੁੜੀ ਨੇ ਸਹਾਰਾ ਦਿੱਤਾ ਓਏ। ਉਹ ਮੇਰਾ ਪਸੀਨਾ ਪੂੰਝਿਆ ਉਹਨੇ ਆਪਣੇ ਨਰਮ ਹੱਥਾਂ ਨਾਲ ਮੈਨੂੰ ਹਲਦੀ ਵਾਲਾ ਦੁੱਧ ਪਿਆਇਆ ਕਾਕਾ। ਹੋਏ 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 ਆਏ ਹੱਥ ਲਾਇਆ, ਆਏ ਹੱਥ ਲਾਇਆ, ਆਏ ਹੱਥ ਲਾਇਆ। ਓਏ ਉਹ ਹੁਣ ਟਾਈਗਰ ਹੋਣਾ ਦੀ ਜ਼ਿੰਦਗੀ ਦਾ ਇੱਕੋ ਹੀ ਮਕਸਦ ਹੈਗਾ, ਉਸ ਕੁੜੀ ਨੂੰ ਆਪਣਾ ਬਣਾਉਣਾ। ਹਾਏ ਉਹ ਵੱਖਰੀ ਗੱਲ ਆ ਡੌਨ ਸਾਹਿਬ, ਤੁਹਾਨੂੰ ਪਿਆਰ ਹੋ ਗਿਆ। ਪਿਆਰ ਦੇ ਚੱਕਰ 'ਚ ਹੁਣ ਆਪਾਂ ਕੰਮ ਥੋੜੀ ਬੰਦ ਕਰ ਲੈਣਾ। ਪਿਆਰ ਤਾਂ ਸੋਹਣੀ ਨੇ ਵੀ ਕੀਤਾ ਸੀ, ਇਹਦਾ ਮਤਲਬ ਇਹ ਥੋੜੀ ਕਿ ਉਹਨੇ ਘੜੇ ਬਣਾਉਣੇ ਬੰਦ ਕਰਤੇ। ਬਸ ਹੁਣ ਜਿਹੜਾ ਭਾਈ ਸਾਹਿਬ ਦੇ ਵਿੱਚ ਹੈ, ਹੁਣ ਤੇ ਮਜਾਇਲਾਂ ਡਿੱਗਣਗੀਆਂ। ਉਹ ਛੋਟੇ ਵੀਰ ਤੂੰ ਕਿਰਪਾ ਕਰਿਆ ਕਰ ਓਏ। ਭਾਈ ਸਾਹਿਬ ਤਾਂ ਜੇ ਗੋਲੀ ਦੀ ਗੱਲ ਕਰਦੇ, ਮਾਮਾ ਤੂੰ ਨਿੱਕੀ ਗੱਲ ਤੇ ਮਜਾਲ ਕੱਢ ਕੇ ਬਹਿ ਜਾਣਾ। ਉਹ ਕਾਕਾ ਹੁਣ ਮੇਰੇ ਤੇ ਉਸ ਕੁੜੀ ਦੇ ਪਿਆਰ ਦੇ ਵਿੱਚ ਜਿਹੜਾ ਵੀ ਆਇਆ ਨਾ, ਉਹ ਭਾਵੇਂ ਉਹਦਾ ਘਰ ਵਾਲਾ ਹੋਵੇ ਜਾਂ ਉਹਦਾ ਆਸ਼ਕ, ਉਹਦੀਆਂ ਹੱਡੀਆਂ ਦਾ ਸੁਰਮਾ ਨਾ ਬੈਂਕਾਕ ਦੀਆਂ ਗਲੀਆਂ ਵਿੱਚ ਵਿਕੂਗਾ। ਹਾਲੇ ਤੱਕ ਜਨਾਬ ਹੁਣਾਂ ਨੇ ਕੋਈ ਤਿਆਰੀ ਨਹੀਂ ਕੀਤੀ, ਪਰ ਬਾਹਰ ਤਾਂ ਤੁਹਾਡੇ ਬਰਥਡੇ ਦੀਆਂ ਪੂਰੀਆਂ ਤਿਆਰੀਆਂ ਚੱਲੀ ਜਾਂਦੀਆਂ। ਖੈਰ, ਜਨਮ ਦਿਨ ਦੀਆਂ ਬਹੁਤ ਮੁਬਾਰਕਾਂ। ਥੈਂਕ ਯੂ। ਮੈਨੂੰ ਤੇਰੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ। ਮੈਂ ਚਾਹੁੰਦਾ ਜੋ ਵੀ ਸਾਡੇ ਵਿੱਚ ਹੋਇਆ ਤੂੰ ਵੀ ਭੁੱਲ ਜਾ। ਅੱਜ ਤੇਰਾ ਬਰਥਡੇ ਵੀ ਆ, ਤੂੰ ਦੇਖੀ ਇਸ ਖੁਸ਼ੀ 'ਚ ਨੱਚ ਕੇ ਮੈਂ ਤੇਰੇ ਘਰ ਦੀਆਂ ਕੰਧਾਂ ਵੀ ਨੱਚਣ ਲਾ ਦੂੰਗਾ। ਵੈਸੇ ਨੱਚਣ ਗਾਉਣ ਦਾ ਅਰੇਂਜਮੈਂਟ ਤਾਂ ਮੈਂ ਪਹਿਲਾਂ ਹੀ ਕਰ ਲਿੱਤਾ ਹੈ। ਵੈਸੇ ਹੈ ਕੌਣ ਆ ਉਹ? ਉਹ ਤਾਂ ਤੈਨੂੰ ਆਪੇ ਹੀ ਪਤਾ ਚੱਲ ਜਾਊਗਾ। ਕੀ ਹਾਲ ਆ? ਵਧੀਆ ਤੁਸੀਂ ਸੁਣਾਓ? ਓਕੇ ਤਾਂ ਹੋਰ ਕਿਵੇਂ ਬਾਈ? ਆਲ ਗੁੱਡ, ਬਹੁਤ ਵਧੀਆ, ਬਸ ਵਧੀਆ। Oh my darling. Hi everyone. Meet my love, my life, my everything. Honey. Chili? Yeah. Come. I'll see you. Honey, eh hai Ranja. Just a music teacher. And Mr. Ranja, eh hai Honey. My love. ਇਹ ਵੀ ਬਹੁਤ ਵਧੀਆ ਗਾਉਂਦੇ ਆ।
ਤੁਹਾਡੇ ਲੋਕਾਂ ਦੀ ਭੀਖ ਮੰਗਣ ਦੀ ਆਦਤ ਗਈ ਨਹੀਂ ਹਜੇ, ਜਾਏਗੀ ਵੀ ਕਿਵੇਂ? ਬਿਕਾਜ਼ ਯੂ ਇੰਡੀਅਨਸ ਨੋ ਓਨਲੀ ਮਿਸਟਰ ਕੰਮ ਨਾ ਆਪਣੀ ਔਕਾਤ 'ਚ ਰਹਿ ਕੇ ਕੀਤਾ ਜਾਂਦਾ ਹੈ, ਤੇ ਤੈਨੂੰ ਤੇਰੀ ਔਕਾਤ ਦਿਖਾਉਣ ਲਈ ਮੈਂ ਤੈਨੂੰ ਜਾਣ ਬੁੱਝ ਕੇ ਆਪਣਾ 뮤직 ਟੀਚਰ ਰੱਖਿਆ ਸੀ। ਆਪਣੇ ਤੇ ਮੇਰੇ 'ਚ ਡਿਫਰੈਂਸ ਤਾਂ ਦੇਖ। ਧਰਤੀ ਤੇ ਰਹਿ ਕੇ ਜਾਨੂੰ ਜੱਫੇ ਨਹੀਂ ਮਾਰੀ ਦੇ। ਦੋਸਤੀ ਉਹ ਵੀ ਤੇਰੇ ਨਾਲ। ਦੋਸਤ ਇਹਨੂੰ ਕਹਿੰਦੇ ਆ, ਸਟਾਈਲਿਸ਼, ਡੈਸ਼ਿੰਗ, ਰਿਚ, ਜਿਹਨੂੰ ਦੁਨੀਆ ਜਾਣਦੀ ਹੈ। ਜਿਹੜੇ ਤੂੰ ਸੁਪਨੇ ਆਪਣੀ ਇਹਨਾਂ ਅੱਖਾਂ ਵਿੱਚ ਸਜਾ ਕੇ ਬੈਠਾ ਹੈ ਨਾ, ਉਹ ਅਗਲੇ 7 ਜਨਮਾਂ ਤੱਕ ਪੂਰੇ ਨਹੀਂ ਹੋਣੇ, ਕਿਉਂਕਿ ਸਮੁੰਦਰ ਦੇ ਮੋਤੀ ਹੰਸਾਂ ਨੂੰ ਨਸੀਬ ਹੁੰਦੇ ਆ, ਨਾ ਕਿ ਕਾਵਾਂ ਨੂੰ। ਹੈਪੀ ਬਰਥਡੇ ਜੂਲੀਅਟ। ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ। ਵੈਸੇ ਮੈਂ ਤੁਹਾਨੂੰ ਡਿਸਟਰਬ ਤਾਂ ਨਹੀਂ ਸੀ ਕਰਨਾ ਚਾਹੁੰਦਾ, ਪਰ ਇਹ ਗੱਲ ਹੀ ਐਸੀ ਹੈ ਕਿ ਤੁਹਾਨੂੰ ਸਭ ਨੂੰ ਜਾਣਨਾ ਜ਼ਰੂਰੀ ਸੀਗਾ। ਤੁਹਾਡੇ ਪਾਪਾ ਨੇ ਮਰਨ ਤੋਂ ਪਹਿਲਾਂ ਇੱਕ ਡੀਡ ਬਣਾਈ ਸੀ। ਕਿਹੜੀ ਡੀਡ? ਸਾਨੂੰ ਤਾਂ ਕਿਸੇ ਡੀਡ ਬਾਰੇ ਪਤਾ ਹੀ ਨਹੀਂ। ਉਹੀ ਦੱਸਣ ਆਇਆ ਸੈਂਡੀ ਜੀ। ਇਸ ਡੀਡ ਦੇ ਵਿੱਚ ਸਾਫ਼-ਸਾਫ਼ ਲਿਖਿਆ ਹੋਇਆ ਹੈ ਕਿ ਜਦੋਂ ਜੂਲੀਅਟ 21 ਸਾਲ ਦੀ ਹੋ ਜਾਏਗੀ, ਉਦੋਂ ਇਹਨੂੰ ਇੱਕ ਪੰਜਾਬੀ ਦੇਸੀ ਮੁੰਡੇ ਨਾਲ ਵਿਆਹ ਕਰਾਉਣਾ ਪਏਗਾ ਤੇ ਸਾਰੀ ਜਾਇਦਾਦ ਦੀ ਜ਼ਿੰਮੇਵਾਰੀ ਉਸ ਮੁੰਡੇ ਦੀ ਹੋਏਗੀ। ਉਸ ਦੀ ਮਰਜ਼ੀ ਤੋਂ ਬਿਨਾਂ ਜੂਲੀਅਟ ਨੂੰ ਕੁਝ ਵੀ ਨਹੀਂ ਮਿਲ ਸਕਦਾ। ਵਾਟ ਨੌਨਸੈਂਸ। ਨੌਨਸੈਂਸ ਨਹੀਂ ਬੇਟਾ, ਇਸ ਡੀਡ ਦੇ ਲਿਖਣ ਦੇ ਪਿੱਛੇ ਤੁਹਾਡੇ ਪਾਪਾ ਦੀ ਸੈਂਸ ਸੀ। ਜਿਵੇਂ ਉਹਨਾਂ ਨੇ ਇੱਕ ਦੇਸੀ ਕੁੜੀ ਨਾਲ ਵਿਆਹ ਕਰਵਾਇਆ ਸੀ, ਤੁਸੀਂ ਵੀ ਕਿਸੇ ਦੇਸੀ ਪੰਜਾਬੀ ਮੁੰਡੇ ਨਾਲ ਵਿਆਹ ਕਰਵਾਓ, ਕਿਉਂਕਿ ਪੰਜਾਬੀਆਂ ਦੀ ਇੱਕ ਖਾਸੀਅਤ ਹੁੰਦੀ ਹੈ, ਇੱਕ ਕੁਆਲਿਟੀ ਹੁੰਦੀ ਹੈ ਕਿ ਉਹ ਜ਼ਿੰਦਗੀ ਭਰ ਸਾਥ ਨਿਭਾਉਂਦੇ ਨੇ। ਇਹ ਕਿਵੇਂ ਹੋ ਸਕਦਾ ਹੈ? ਇਹ ਕਿਵੇਂ ਹੋ ਸਕਦਾ ਹੈ ਨਹੀਂ, ਐਵੇਂ ਹੀ ਹੋਣਾ ਹੈ। This is bullshit. ਔਰ ਐਵੇਂ ਨਾ ਹੋਣ ਦੀ ਸੂਰਤ ਦੇ ਵਿੱਚ, ਕਿਉਂਕਿ ਇਸ ਡੀਡ ਦੇ ਵਿੱਚ ਸਾਫ਼-ਸਾਫ਼ ਲਿਖਿਆ ਹੋਇਆ ਹੈ ਕਿ ਸਾਰੀ ਜਾਇਦਾਦ ਚੈਰਿਟੀ ਨੂੰ ਚਲੀ ਜਾਏਗੀ। ਇਹ ਕੀ ਕਹਿ ਰਹੇ ਹੋ ਤੁਸੀਂ? ਇਹ ਮੈਂ ਨਹੀਂ ਕਹਿ ਰਿਹਾ ਸੈਂਡੀ ਜੀ, ਇਹ ਡੀਡ ਕਹਿ ਰਹੀ ਹੈ। ਇਹ ਕੋਰਟ ਦੇ ਡਾਕੂਮੈਂਟਸ ਨੇ ਤੇ ਇਹਨੂੰ ਦੁਨੀਆ ਦੀ ਕੋਈ ਤਾਕਤ ਚੈਲੰਜ ਨਹੀਂ ਕਰ ਸਕਦੀ। ਤੇ ਇਹਨੂੰ ਦੁਨੀਆ ਦੀ ਕੋਈ ਤਾਕਤ ਚੈਲੰਜ ਨਹੀਂ ਕਰ ਸਕਦੀ। ਤੇ ਇਹਨੂੰ ਦੁਨੀਆ ਦੀ ਕੋਈ ਤਾਕਤ ਚੈਲੰਜ ਨਹੀਂ ਕਰ ਸਕਦੀ। ਚੈਲੰਜ ਨਹੀਂ ਕਰ ਸਕਦੀ। ਚੈਲੰਜ ਨਹੀਂ ਕਰ ਸਕਦੀ। ਬੇਬੇ, ਤੂੰ ਮੈਨੂੰ ਜਿਸ ਕੰਮ ਲਈ ਭੇਜਿਆ ਸੀ ਮੈਂ ਉਹ ਨਹੀਂ ਕਰ ਸਕਿਆ ਬੇਬੇ। ਮੈਂ ਹਾਰ ਗਿਆ ਬੇਬੇ। ਤੈਨੂੰ ਮੈਂ ਇੱਥੇ ਹਾਰਨ ਵਾਸਤੇ ਨਹੀਂ ਸੀ ਭੇਜਿਆ। ਨਾਲੇ ਇੱਕ ਗੱਲ ਯਾਦ ਰੱਖੀ, ਜੇ ਤੂੰ ਆਪਣੀ ਮਾਂ ਦੇ ਦੁੱਧ ਦਾ ਕਰਜ਼ ਮੋੜਨਾ ਹੈ ਨਾ, ਤੇ ਜਿਹੜੇ ਕੰਮ ਵਾਸਤੇ ਮੈਂ ਤੈਨੂੰ ਭੇਜਿਆ ਨਾ, ਉਹ ਕੰਮ ਕੀਤੇ ਬਿਨਾਂ ਵਾਪਸ ਨਾ ਪਰਤੀ। ਸਮਝ ਗਿਆ ਨਾ ਤੂੰ? ਮੈਂ ਇੱਥੇ ਨਹੀਂ ਰਹਿਣਾ, ਨਹੀਂ ਰਹਿਣਾ ਬੇਬੇ, ਮੈਂ ਇੱਥੇ ਨਹੀਂ ਰਹਿਣਾ। ਵੈਲ, ਮੈਂ ਸਾਰੀ ਡੀਡ ਅੱਛੀ ਤਰ੍ਹਾਂ ਪੜ੍ਹ ਲਈ। ਮੈਨੂੰ ਅਫਸੋਸ ਨਾਲ ਕਹਿਣਾ ਪੈ ਰਿਹਾ, ਇਹਦੇ 'ਚ ਕੁਝ ਨਹੀਂ ਕੀਤਾ ਜਾ ਸਕਦਾ। ਪਰ ਸਰ, ਕੋਈ ਤਾਂ ਪੋਸਿਬਿਲਿਟੀ ਹੋਏਗੀ। ਨੋ ਮੈਡਮ, ਇਹਦੇ ਉੱਪਰ ਕੋਰਟ ਦੀ ਮੋਹਰ ਲੱਗ ਚੁੱਕੀ ਹੈ। ਇਹਦੇ ਖਿਲਾਫ ਕੁਝ ਵੀ ਨਹੀਂ ਕੀਤਾ ਜਾ ਸਕਦਾ। ਵਕੀਲ ਸਾਹਿਬ, ਕੋਰਟ ਦੀ ਮੋਹਰ ਤੋੜਨ ਦਾ ਕੋਈ ਤਾਂ ਇਲਾਜ ਕੀਤਾ ਜਾ ਸਕਦਾ ਹੈ। ਐਕਸਕਿਊਜ਼ ਮੀ ਮਿਸਟਰ, ਜਿੰਨੀ ਤੁਹਾਡੀ ਉਮਰ ਹੈ ਉਸ ਤੋਂ ਜ਼ਿਆਦਾ ਮੇਰਾ ਐਕਸਪੀਰੀਅੰਸ ਹੈ। ਮੈਂ ਪਿਛਲੇ 30 ਸਾਲਾਂ ਤੋਂ ਕੋਰਟ ਦੀ ਸੇਵਾ ਕਰ ਰਿਹਾ ਤੇ ਕਦੇ ਵੀ ਕਾਨੂੰਨ ਦੇ ਖਿਲਾਫ ਨਹੀਂ ਗਿਆ। How dare you speak to me like that? Both of you leave my office right now. Get out. ਮੈਂ ਪੁੱਛ ਰਿਹਾ ਇਹ ਕੀ ਹੋ ਰਿਹਾ? ਚੱਲ ਮਾਮਾ ਚੱਲੀਏ।
ਕਿੱਥੇ? ਜਿੱਥੋਂ ਆਏ ਸੀ। ਕੀ ਮੂੰਹ ਦਿਖਾਏਗਾ ਪਿੰਡ ਜਾ ਕੇ? ਕੀ ਦੱਸੇਗਾ ਆਪਣੀ ਮਾਂ ਨੂੰ ਕਿ ਮੈਂ ਮਿਸ਼ਨ ਅਧੂਰਾ ਛੱਡਿਆ ਆ? ਉਹ ਐਡੀ ਜਲਦੀ ਹਥਿਆਰ ਸੁੱਟਤੇ? ਹਥਿਆਰ ਤਾਂ ਮਾਮਾ ਮਹਾਭਾਰਤ 'ਚ ਇੱਕ ਵਾਰੀ ਅਰਜਨ ਨੇ ਵੀ ਸੁੱਟਤੇ ਸੀ। ਉਹ ਯਾਰ ਉਹਦੇ ਹਥਿਆਰ ਤਾਂ ਕ੍ਰਿਸ਼ਨ ਜੀ ਦੇ ਗਿਆਨ ਦੇ ਕੇ ਦੁਆਰਾ ਚਕਾਤੇ ਸੀ, ਮੈਂ ਤੇਰੇ ਕਿਵੇਂ ਚਕਾਵਾਂ? ਐਕਸਕਿਊਜ਼ ਮੀ, ਤੁਹਾਨੂੰ ਸੈਂਡੀ ਮੈਮ ਨੇ ਬੁਲਾਇਆ। ਤੂੰ ਹੌਸਲਾ ਰੱਖ, ਮੈਂ ਇਹਨਾਂ ਨਾਲ 2 ਹਰਫੀ ਗੱਲ ਕਰਿਆ। ਆ ਗਿਆ ਮੈਂ। ਜ਼ਲੀਲ ਕਰਨ 'ਚ ਅਜੇ ਕੋਈ ਕਸਰ ਬਾਕੀ ਰਹਿ ਗਈ ਸੀ ਜਿਹੜਾ ਹੁਣ ਇੱਥੇ ਬੁਲਾਇਆ? ਖੈਰ, ਕੀ ਸੇਵਾ ਕਰ ਸਕਦੇ ਹਾਂ ਅਸੀਂ ਤੁਹਾਡੀ? ਤੂੰ ਬਸ ਐਂ ਸਮਝ ਵੀ ਨਰੈਣ ਨੂੰ ਅੱਜ ਕੀੜੀ ਦੀ ਲੋੜ ਪੈ ਗਈ ਹੈ। ਅੱਛਾ, ਮਹਿਲਾਂ ਦੇ ਮਾਲਕਾਂ ਨੂੰ ਕੂਚੇ ਵਾਲਿਆਂ ਦੀ ਕਦੋਂ ਤੋਂ ਲੋੜ ਪੈਣ ਲੱਗ ਗਈ? ਮੈਨੂੰ ਪਤਾ ਹੈ ਫੁੰਮਨ ਜੀ, ਤੁਸੀਂ ਜੂਲੀਅਟ ਦੇ ਬਿਹੇਵੀਅਰ ਕਰਕੇ ਹਰਟ ਹੋਏ ਹੋ। ਐਕਚੁਅਲੀ ਭਰਾ ਭਰਜਾਈ ਦੀ ਮੌਤ ਤੋਂ ਬਾਅਦ ਮੇਰੇ ਲਾਡ ਪਿਆਰ ਨੇ ਜੂਲੀਅਟ ਨੂੰ ਇੰਨਾ ਵਿਗਾੜ ਦਿੱਤਾ ਕਿ ਉਹ ਛੋਟੇ ਵੱਡੇ ਦੀ ਤਹਿਜ਼ੀਬ ਹੀ ਭੁੱਲ ਗਈ। ਜੂਲੀਅਟ ਦੀ ਇਸ ਬਦਤਮੀਜ਼ੀ ਲਈ ਮੈਂ ਤੁਹਾਡੇ ਕੋਲੋਂ ਮਾਫੀ ਮੰਗਦੀ ਹਾਂ। ਵੈਸੇ ਵੀ ਕਹਿੰਦੇ ਨੇ ਨਾ, ਗੁਨਾਹਗਾਰ ਨੂੰ ਮਾਫ ਕਰਨ ਵਾਲਾ ਜ਼ਿਆਦਾ ਮਹਾਨ ਹੁੰਦਾ ਹੈ। ਸੈਂਡੀ ਜੀ, ਮੈਨੂੰ ਤੁਸੀਂ ਹੋਰ ਸ਼ਰਮਿੰਦਾ ਨਾ ਕਰੋ, ਜਲਦੀ ਮੁੱਦੇ ਤੇ ਆਓ। ਐਕਚੁਅਲੀ ਜੂਲੀਅਟ ਦੇ ਪਾਪਾ ਦੀ ਵਸੀਅਤ ਦੇ ਮੁਤਾਬਿਕ ਜੂਲੀਅਟ ਜਦੋਂ 21 ਸਾਲਾਂ ਦੀ ਹੋਏਗੀ ਤਾਂ ਉਸ ਨੂੰ ਪੰਜਾਬੀ ਵਿਰਸੇ ਨਾਲ ਜੁੜੇ ਹੋਏ ਕਿਸੇ ਪਿੰਡ ਦੇ ਮੁੰਡੇ ਨਾਲ ਵਿਆਹ ਕਰਨਾ ਪਏਗਾ, ਨਹੀਂ ਤਾਂ ਸਾਰੀ ਦੀ ਸਾਰੀ ਪ੍ਰਾਪਰਟੀ ਕਿਸੇ ਟਰਸਟ ਦੇ ਨਾਂ ਚਲੀ ਜਾਏਗੀ। ਪਰ ਅਸੀਂ ਮਾਤੜ ਤੁਹਾਡੀ ਕੀ ਮਦਦ ਕਰ ਸਕਦੇ ਹਾਂ? ਉਹ ਕੁੜਮਾ ਹਜੇ ਵੀ ਨਹੀਂ ਸਮਝਿਆ? ਸੈਂਡੀ ਜੀ ਰਾਂਝੇ ਨਾਲ ਰਿਸ਼ਤਾ ਕਰਨ ਨੂੰ ਕਹਿ ਰਹੇ ਆ। ਨਹੀਂ ਨਹੀਂ ਨਹੀਂ, ਇਹ ਨਹੀਂ ਹੋ ਸਕਦਾ। ਉਮਰ ਦਾ ਬਹੁਤ ਫਰਕ ਹੈ। ਓਹੋ, ਉਹ ਤੂੰ ਐਡਾ ਭੋਲਾ ਹੈ ਨਹੀਂ ਜਿੱਡਾ ਬਣ ਜਾਣਾ। ਇਹ ਰਾਂਝੇ ਤੇ ਜੂਲੀਅਟ ਦੀ ਗੱਲ ਕਰ ਰਹੇ ਨੇ। ਕਿੰਨਾ ਕੁ ਚਿਰ ਵਕ ਕਰ ਲਓਗੇ ਸ਼ਮਾ ਤੇ ਪਰਵਾਨੇ ਨੂੰ? ਇੱਕ ਨਾ ਇੱਕ ਦਿਨ ਤਾਂ ਇੱਕ ਮਿਕ ਹੋਣਾ ਹੀ ਸੀ। ਸੈਂਡੀ ਜੀ, ਸਾਨੂੰ ਇਹ ਰਿਸ਼ਤਾ ਮਨਜ਼ੂਰ ਹੈ, ਪਰ ਮੇਰੀ ਇੱਕ ਸ਼ਰਤ ਹੈ। ਰਾਂਝੇ ਤੇ ਜੂਲੀਅਟ ਦੇ ਮਿਲਾਪ ਲਈ ਮਾਮੇ ਨੂੰ ਇੱਕ ਛੱਡ 100 ਸ਼ਰਤਾਂ ਮਨਜ਼ੂਰ ਨੇ। ਵਸੀਅਤ ਵਿੱਚ ਇੱਕ ਕਲੌਜ਼ ਇਹ ਵੀ ਹੈ ਕਿ ਵਿਆਹ ਤੋਂ ਬਾਅਦ ਸਾਰੀ ਦੀ ਸਾਰੀ ਪ੍ਰਾਪਰਟੀ ਮੁੰਡੇ ਦੇ ਨਾਂ ਤੇ ਹੋ ਜਾਏਗੀ, ਤੇ ਜੇ ਮੁੰਡਾ ਚਾਹੇ ਤਾਂ 6 ਮਹੀਨੇ ਬਾਅਦ ਉਹ ਪ੍ਰਾਪਰਟੀ ਕੁੜੀ ਦੇ ਨਾਂ ਤੇ ਕਰ ਸਕਦਾ ਹੈ। ਇਸ ਕਰਕੇ ਰਾਂਝੇ ਨੂੰ 6 ਮਹੀਨੇ ਬਾਅਦ ਸਾਰੀ ਦੀ ਸਾਰੀ ਪ੍ਰਾਪਰਟੀ ਜੂਲੀਅਟ ਦੇ ਨਾਂ ਤੇ ਕਰਨੀ ਪਏਗੀ। ਜੇ ਸਾਡੇ ਮੁਲਕ 'ਚ ਰਾਤੋਂ ਰਾਤ ਗਵਰਨਰੀ ਰਾਜ ਹੋ ਸਕਦਾ ਤਾਂ 6 ਮਹੀਨੇ ਦੇ ਅੰਦਰ ਅੰਦਰ ਰਾਂਝੇ ਤੋਂ ਜੂਲੀਅਟ ਦੇ ਦਿਲ ਤੇ ਰਾਜ ਨਹੀਂ ਹੋ। ਸਾਨੂੰ ਇਹ ਵੀ ਸ਼ਰਤ ਮਨਜ਼ੂਰ ਹੈ। ਥੈਂਕ ਯੂ। ਬਹੁਤ ਬਹੁਤ ਮੁਬਾਰਕ ਸੈਂਡੀ ਜੀ। ਥੈਂਕ ਯੂ ਸੋ ਮਚ। ਹੈਲੋ, ਬਾਦਸ਼ਾਹ ਬਣ ਕੇ 6 ਮਹੀਨੇ ਬਾਅਦ ਨੰਗ ਹੋਣ ਦੀਆਂ ਬਹੁਤ ਬਹੁਤ ਮੁਬਾਰਕਾਂ ਅਨੰਦਪੁਰੀਆ ਸਾਹਿਬ। ਗੱਲ ਸੁਣੋ, ਸਿਰ ਤੇ ਪਤੀਲੀ ਪੁੱਠੀ ਮਾਰਨ ਵਾਲਿਆ। ਉਹ ਤੈਨੂੰ ਆ ਪਤੀਲੀ ਲੱਗਦੀ ਆ? ਟੋਪੀ ਪਾਈ ਆ, ਟੋਪੀ। ਇਹੀ ਗੱਲ ਤਾਂ ਮੈਂ ਤੈਨੂੰ ਸਮਝਾਉਣੀ ਆ ਕਿ ਜਿਹੜੀ ਤੁਸੀਂ ਆ ਟੋਪੀ ਪਾਉਣ ਨੂੰ ਫਿਰਦੇ ਹੋ ਨਾ, ਇਹ ਮੈਂ ਪਹਿਨ ਨਹੀਂ ਦੇਣੀ। ਨਾਲੇ ਉਹ ਕਾਦੀ ਨਾਗਣ ਜਿਹੜੀ ਬੀਨ ਤੇ ਨਾ ਮੇਲੀ। ਇੱਕ ਗੱਲ ਯਾਦ ਰੱਖੀ ਕਿ ਜਿਹਨੇ ਪੱਟ ਲਈ ਉਹਦੀ ਸਹੇਲੀ। ਜਾ ਗਾ ਅੰਦਰ ਜਾ, ਛਾਤੀ 'ਚ ਲੱਤਾਂ ਨਾ ਖਾ ਲਈ। ਇੱਕ ਤਾਂ ਸਾਲਾ ਪਹੇਲੀਆਂ ਭੁੱਲ ਗਈਆਂ ਪਾ ਕੇ ਉਧਰ ਚੱਲ ਜਾਂਦਾ। Are you the bride? Yes. Please sign here. Here. Are you the bridegroom? Yes. Please sign here. Congratulations. You are married couple now. Thank you. ਮਾਮਾ, ਸਵਿਟਜ਼ਰਲੈਂਡ ਦੀਆਂ 2 ਟਿਕਟਾਂ ਬੁੱਕ ਕਰਾ ਦੇ। ਹਨੀਮੂਨ ਵਾਸਤੇ ਉੱਥੇ ਜਾਣਾ। ਅੱਛਾ, ਠੰਡ ਬਹੁਤ ਹੁੰਦੀ ਆ। ਤੂੰ ਇੱਥੇ ਹੀ ਕਰਦੀ ਹੈ? ਤੇਰੀ ਤਾਂ ਸੁਹਾਗ ਰਾਤ ਹੈ ਅੱਜ। ਹਨੀ, leave me. Let's have fun, baby. Leave me. ਉਧਰ ਉਹ ਗਵਾਰ ਸੁਹਾਗਰਾ ਦੀ ਸੇਜ ਸਜਾ ਕੇ ਬੈਠਾ ਹੈ ਤੇ ਤੈਨੂੰ ਇੱਧਰ ਫਨ ਦੀ ਪਈ ਹੈ।
प्रॉपर्टी वास्ते मैं 6 महीने लिए ब्याह की करा लेता ਉਹ ਤਾਂ ਸੀਰੀਅਸ ਹੋ ਗਿਆ ਪਤਾ ਨਹੀਂ ਕੀ ਸੁਪਨੇ ਵੇਖਣ ਲੱਗਿਆ ਪਰ ਸ਼ਾਇਦ ਉਹ ਭੁੱਲ ਗਿਆ ਕਿ ਮੇਰਾ ਨਾਂ ਵੀ ਜੂਲੀਅਟ ਹੈ जूलियट हेलो तू जिवें दी भी है पर है ते मेरी ते मैं तेनू बहुत प्यार करदा ਉਹ ਗੱਲ ਵੱਖਰੀ ਹੈ ਕਿ ਮੈਂ ਕਦੇ ਇਜ਼ਹਾਰ ਨਹੀਂ ਕੀਤਾ ਪਰ ਮੈਨੂੰ ਪੂਰਾ ਯਕੀਨ ਹੈ ਕਿ ਇੱਕ ਦਿਨ ਐਸਾ ਆਏਗਾ ਜਦੋਂ ਤੂੰ ਵੀ ਮੈਨੂੰ ਪਿਆਰ ਕਰੇਂਗੀ ਤੇ ਪਿਆਰ ਦੇ ਨਾਲ ਇਜ਼ਹਾਰ ਵੀ ਕਰੇਂਗੀ ਜਨਾਬ ਬਸ ਕਰਾਂ ਹੁਣ ਤਾਂ ਪੇਜ ਵੀ ਭਰ ਗਿਆ ਦੂਜਾ ਚੱਕ ਲਾ ਜਦ ਤੱਕ ਮੇਰਾ ਨਾਂ ਸਹੀ ਬੋਲਣਾ ਨਹੀਂ ਸਿੱਖਦਾ ਉਦੋਂ ਤੱਕ ਲਿਖੀ ਚੱਲ ਫੁੰਮਣ ਫਿਰੋਜ਼ਪੁਰੀਆ ਫੁੰਮਣ ਫਿਰੋਜ਼ਪੁਰੀਆ ਫੁੰਮਣ ਫਿਰੋਜ਼ਪੁਰੀਆ ਆ ਲੋ ਜਨਾਬ ਹੋ ਗਿਆ ਤੁਹਾਡਾ ਨਾਂ ਚੇਤੇ ਕੀ ਨਾਂ ਮੇਰਾ ਘੁੰਮਣ ਫਿਰੋਜ਼ਪੁਰੀਆ ਧਰਿਓ ਭੈਣ ਨੂੰ ਸਾਲਿਆ ਪਿਛਲਾ ਠੀਕ ਕੀਤਾ ਮੂਹਰਲਾ ਵਿਗਾੜ ਲਿਆ ਪ੍ਰੀਤੋ ਦੀ ਬੱਚੀ ਇੱਥੇ ਕੀ ਕਰ ਰਹੀ ਹੈ ਮੇਰੀ ਚਾਹ ਕਿਉਂ ਨਹੀਂ ਲਿਆਈ ਕਮਰੇ 'ਚ ਓ ਹੈਲੋ ਸਰ ਥੋੜਾ ਥੱਲੇ ਪ੍ਰੀਤੋ ਨੇ ਨਹੀਂ ਬਣਾਉਣੀ ਹੁਣ ਸਾਰਿਆਂ ਲਈ ਚਾਹ ਤੂੰ ਬਣਾ ਕੇ ਲੈ ਕੇ ਆਏਂਗੀ ਮੈਂ ਹਾਂ ਤੂੰ ਨਾਲੇ ਮਿੱਠਾ ਥੋੜਾ ਜਿਹਾ ਘੱਟ ਰੱਖੀ ਆਰ ਯੂ ਮੈਡ ਪ੍ਰੀਤੋ ਦੇ ਹੁੰਦੇ ਮੈਂ ਚਾਹ ਬਣਾਉਂਗੀ ਨੈਵਰ ਬਹੁਤਾ ਚੀਕ ਕੇ ਬੋਲਣ ਦੀ ਲੋੜ ਨਹੀਂ ਮੈਂ ਤਾਂ ਪਹਿਲਾਂ ਹੀ ਸਾਰੀ ਰਾਤ ਨਹੀਂ ਸੁੱਤਾ ਸਾਰੀ ਰਾਤ ਨਹੀਂ ਸੁੱਤਾ ਤੈਨੂੰ ਤਾਂ ਹੋਸ਼ ਕੋਈ ਨਹੀਂ ਸੀ ਵਾਟ ਡੂ ਯੂ ਮੀਨ ਕੀ ਮਤਲਬ ਹੈ ਤੇਰਾ ਖੜ ਜਾ ਤੈਨੂੰ ਮਤਲਬ ਵੀ ਸਮਝਾ ਦਿੰਨਾ ਤੱਕਲੇ ਚ ਤਾਂ ਵਲ ਰਹਿ ਜੂ ਪਰ ਤੇਰੇ ਚ ਨਹੀਂ ਰਹਿਣ ਦਿੰਦਾ ਜਾ ਚਾਹ ਬਣਾ ਕੇ ਲੈ ਕੇ ਆ ਪ੍ਰੀਤੋ ਜੀ ਉਹ ਤੂੰ ਫੇਰ ਆ ਗਈ ਮੈਂ ਤਾਂ ਇਹ ਪੁੱਛਣ ਆਈ ਸੀ ਕਿ ਲਾਈਟਰ ਕਿੱਥੇ ਹੈ ਓ ਗੇਜੂਆ ਮੈਨੇਜਰ ਦਾ ਫੋਨ ਮਿਲਾ ਭਾਈ ਸਾਹਿਬ ਫੋਨ ਨਹੀਂ ਚੁੱਕਿਆ ਜੀ ਉਹਨੇ ਤੁਸੀਂ ਹੁਕਮ ਕਰੋ ਹੈਲੀਕਾਪਟਰ ਲੈ ਕੇ ਜਾਣਾ ਆ ਤੇ ਲੰਮੀ ਰੱਸੀ ਪਾ ਕੇ ਉਹਨੂੰ ਮਗਰ ਬੰਨ ਕੇ ਰਗੜਦਾ ਤੁਹਾਡੇ ਪੈਰਾਂ 'ਚ ਲੈ ਆਉਣਾ ਜੇ ਰਗੜ ਕੇ ਲਿਆਉਣਾ ਤਾਂ ਹੈਲੀਕਾਪਟਰ ਦੀ ਕੀ ਲੋੜ ਆ ਸਾਲੇ ਆਹ ਗੱਲਾਂ ਲੋਕਾਂ ਸਾਹਮਣੇ ਕਰਿਆ ਕਰੋ ਮੇਰੇ ਸਾਹਮਣੇ ਨਹੀਂ ਭਾਈ ਸਾਹਿਬ ਜੋ ਤੁਹਾਡਾ ਫੋਨ ਨਹੀਂ ਚੱਕਦਾ ਤੇ ਅਸੀਂ ਉਹਦਾ ਫੋਨ ਚੱਕ ਲਿਆਈਏ ਇਹੀ ਫਰਕ ਹੈ ਤੁਹਾਡੇ 'ਚ ਤਾਂ ਮੇਰੇ 'ਚ ਉਹ ਕੱਲਾ ਫੋਨ ਹੀ ਨਹੀਂ ਚੱਕਣਾ ਮੈਨੇਜਰ ਨੂੰ ਵੀ ਚੱਕ ਲਿਆਓ ਸੈਂਡੀ ਜੀ ਵੀ ਆਪਣੀ ਮਰਜ਼ੀ ਦੀ ਮਾਲਕਣ ਆ ਆਪਣਾ ਦਿਲ ਕਰੂ ਤਾਂ ਪਾਣੀ 'ਚ 3-3 ਘੰਟੇ ਚੱਪ ਮਾਰ ਕੇ ਬੈਠੀ ਰਹੂ ਤੇ ਅੱਜ ਜੇ ਮੈਂ ਆ ਕੇ ਉਹਦੀ ਸੀਟ ਤੇ ਬਹਿ ਗਿਆ ਹਜੇ ਤੱਕ ਆਉਣ ਦਾ ਨਾਂ ਨਹੀਂ ਲੈ ਰਹੀ ਕਾਸ਼ ਜੇ ਪਿੱਛੋਂ ਆ ਕੇ ਮੇਰੀਆਂ ਅੱਖਾਂ ਮੀਚ ਲਵੇ ਤਾਂ ਸਵਾਦ ਹੀ ਆ ਜਾਵੇ ਹਾਏ ਸੈਂਡੀ ਜੀ ਮੈਂ ਅੱਖਾਂ ਮੀਚਣ ਨੂੰ ਕਿਹਾ ਸੀ ਤੁਸੀਂ ਤਾਂ ਮੇਰੇ ਮੂੰਹ ਤੇ ਐ ਕੱਪੜਾ ਪਾਤਾ ਜਿਵੇਂ ਮੈਨੂੰ ਫਾਂਸੀ ਦੇਣੀ ਹੁੰਦੀ ਹੈ ਸੈਂਡੀ ਵਿੱਚ ਝੋਟੇ ਜਿੰਨਾ ਜ਼ੋਰ ਕਿੱਥੋਂ ਆ ਗਿਆ ਇਹ ਤਾਂ ਸਾਲੇ ਦੋ ਜਾਣੇ ਨੇ ਓਏ ਕਿੱਥੇ ਲੈ ਕੇ ਚੱਲਿਓ ਜਵਾਕ ਨੂੰ ਓਏ ਕਿੱਥੇ ਲੈ ਆਏ ਮੈਨੂੰ ਲਓ ਉਸਤਾਦ ਜੀ ਜਿੰਨੇ ਤੁਹਾਡਾ ਫੋਨ ਨਹੀਂ ਸੀ ਚੁੱਕਿਆ ਚੁੱਕ ਲਿਆਂਦਾ ਜੇ ਤੇਰੇ ਕਰਕੇ ਟਾਈਗਰ ਦੇ ਬੰਦਿਆਂ ਦੇ ਅੱਜ ਸਵਾ 13 ਮਿੰਟ ਖਰਾਬ ਹੋ ਗਏ ਉਹ ਤੂੰ ਮੇਰਾ ਫੋਨ ਕਿਉਂ ਨਹੀਂ ਚੱਕਿਆ ਉਹ ਸਾਲਿਆ ਫੋਨ ਤਾਂ ਮੈਂ ਦੱਸ ਦੂੰਗਾ ਕਿਉਂ ਨਹੀਂ ਚੱਕਿਆ ਪਹਿਲਾਂ ਇਹ ਦੱਸ ਮੈਨੂੰ ਕਿਉਂ ਚੱਕਿਆ ਉਹ ਵੱਲੇ ਉਹ ਤੇਰੇ ਉਹ ਅੱਜ ਪਹਿਲੀ ਵਾਰ ਕਿਸੇ ਨੇ ਟਾਈਗਰ ਡੌਨ ਨੂੰ ਗਾਲ ਕੱਢੀ ਆ ਉਹ ਵੀ ਸਾਲੇ ਦੀ ਉਹ ਤੇਰੀ ਓਏ ਉਹ ਤੂੰ ਤਾਂ ਮੈਨੂੰ ਸਿੱਧਾ ਸਾਲਾ ਹੀ ਕਹਿਤਾ ਸਾਲਾ ਕਹਿੰਦਾ ਮੈਨੂੰ ਸਾਲਾ ਨਾ ਕਹੋ ਸਾਲਿਆ ਤੈਨੂੰ ਸਾਲਾ ਨਾ ਕਹੀਏ ਹੋ ਸਾਲਿਆ ਤੈਨੂੰ ਸਾਲਾ ਕਹੀਏ ਲੈ ਫੜ ਲਓ ਮਖਾਣੇ ਤੁਸੀਂ ਇੱਕ ਗੱਲ ਨੂੰ ਰੋਈ ਜਾਂਦੇ ਜੇ ਉਹ ਇੱਕੋ ਗੱਲ 'ਚ 7 ਵਾਰੀ ਸਾਲਾ ਕਹਿ ਗਿਆ ਉਹ ਤੇਰੀ
ਓਏ ਇਹਨੂੰ ਕਿੱਦਾਂ ਪਤਾ ਲੱਗਿਆ ਕਿ ਮੇਰੀਆਂ 7 ਭੈਣਾਂ ਨੇ? ਓਏ ਮੈਂ ਤਾਂ ਤੇਰੀ ਆਵਾਜ਼ ਹੀ ਪਛਾਣ ਲਈ ਸੀ, ਤੂੰ 7 ਭੈਣਾਂ ਦੀ ਗੱਲ ਕਰਦਾ। ਓਏ ਫੱਬਣ ਫਿਰੋਜ਼ਪੁਰੀ ਨੂੰ ਤਾਂ ਤੋਚੀ ਜੇਬ ਕਤਰੇ ਦੀਆਂ 7 ਪੁਸ਼ਤਾਂ ਬਾਰੇ ਵੀ ਪਤਾ। ਅੱਛਾ, ਤੇ ਕੱਲ ਦਾ ਤੋਚੀ ਜੇਬ ਕਤਰਾ ਅੱਜ ਥਾਈਲੈਂਡ ਦਾ ਟਾਈਗਰ ਡਾਊਨ ਬਣਿਆ ਬੈਠਾ। ਕੱਲਾ ਥਾਈਲੈਂਡ ਦਾ ਨਹੀਂ, ਸਿੰਗਾਪੁਰ, ਮਲੇਸ਼ੀਆ, ਇੰਡੋਨੇਸ਼ੀਆ ਨੂੰ ਸਰ ਕਰਕੇ ਹੁਣ ਡਾਊਨ ਹੋਣਾ ਦੀ ਤਿਆਰੀ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵੱਲ ਦੀ ਹੈ। ਓਏ ਖੋਪੇ ਵਰਗੇ ਸਿਰ ਵਾਲਿਆ, ਆ ਪੁੱਠੇ ਕੰਮ ਛੱਡ। ਜਿੱਦਾਂ ਦੀ ਤੇਰੀ ਸ਼ਕਲ ਆ, ਟਿੱਕਾ ਟੁੱਕਾ ਲਾ ਕੇ ਕਿਸੇ ਡੇਰੇ ਦਾ ਮਹੰਤ ਬਣ ਕੇ ਬੈਠ। ਡਾਣ ਤੇ ਮਹੰਤ ਅੱਗੇ ਜੂਆ ਦੱਸ ਜਰਾ ਮੇਰੇ ਬਾਰੇ ਚਨੂੰ। ਭਾਈ ਸਾਹਿਬ ਜਿੱਥੇ ਖਲੋ ਜਾਣ ਉੱਥੇ ਹੀ ਲੈਣਾ ਲੱਗ ਜਾਂਦੀਆਂ ਨੇ। ਇਹ ਡਾਇਲੌਗ ਤਾਂ ਅਮਤਾਬ ਬਚਨ ਦਾ। ਅਮਤਾਬ ਬਚਨ ਜੀ ਭਾਈ ਸਾਹਿਬ ਨੂੰ ਫੋਲੋ ਕਰਦੇ ਨੇ। ਜਦੋਂ ਲੋਕਾਂ ਨੂੰ ਕੰਮ ਪੈਂਦਾ ਨਾ ਤੇ ਲੋਕ ਦੁਬਈ ਵਾਲੇ ਭਾਈ ਸਾਹਿਬ ਕੋਲ ਜਾਂਦੇ ਨੇ, ਤਾਂ ਜਦੋਂ ਦੁਬਈ ਵਾਲੇ ਭਾਈ ਸਾਹਿਬ ਨੂੰ ਕੰਮ ਪੈਂਦਾ ਉਹ ਸਾਡੇ ਟਾਈਗਰ ਸਾਹਿਬ ਕੋਲ ਆਉਂਦੇ ਨੇ। ਹੋਰ ਤਾਂ ਹੋਰ, ਜਿੰਨੀ ਦੇਰ ਭਾਈ ਸਾਹਿਬ ਦੁਬਈ ਨਾ ਜਾਣ ਨਾ ਉਨੀ ਦੇਰ ਸੋਨੇ ਦਾ ਭਾਅ ਨਹੀਂ ਖੁੱਲਦਾ। ਮੈਂ ਤਾਂ ਸੁਣਿਆ ਸੋਨੇ ਦਾ ਭਾਅ ਅਮਰੀਕਾ 'ਚ ਖੁੱਲਦਾ। ਉਹ ਜਿੱਥੋਂ ਮਰਜ਼ੀ ਖੁੱਲਦਾ ਵੇ, ਸਾਨੂੰ ਕੀ ਲੈਣਾ ਦੇਣਾ। ਪਰ ਭਾਈ ਸਾਹਿਬ ਆਇਆ ਦੁਬਈ ਜਾਂਦੇ ਨੇ। ਐਨੀਆਂ ਕਾ ਬਹੁਤ ਨਾ ਜਾਂ ਹੋਰ ਸੁਣਨੀਆਂ ਨਹੀਂ ਡਾਉਣ ਦੀਆਂ ਸਿਫਤਾਂ? ਨਹੀਂ, ਲੱਗ ਗਿਆ ਪਤਾ। ਵੈਸੇ ਵੀ ਸਿਆਣੇ ਕਹਿੰਦੇ ਨੇ ਗੰਜੇ ਬੰਦੇ ਦੀਆਂ ਤਾਂ ਜੂਆਂ ਹੀ ਨਹੀਂ ਮਾਣ ਹੁੰਦੀਆਂ। ਨਾਲ ਦੀਆਂ ਸਹੇਲੀਆਂ ਨੂੰ ਕਹਿੰਦੀਆਂ ਹੁੰਦੀਆਂ, ਭੈਣਾ ਕਦੇ ਸਾਡੇ ਘਰੇ ਵੀ ਆਏ, ਸਾਡੇ ਮਾਰਬਲ ਲੱਗਿਆ। ਜੇ ਤੂੰ ਹੋਰ ਟੀਚਰ ਕੀਤੀ ਨਾ ਤੇ ਮੈਂ ਟੱਕਰ ਮਾਰ ਕੇ ਤੇਰੀ ਨਕਸੀਰ ਭੰਨ ਦੂੰ। ਵੈਸੇ ਤਾਂ ਟਾਈਗਰ ਡਾਊਨ ਜਿਹਦੀ ਸਪਾਰੀ ਲੈ ਲਵੇ ਉਹਨੂੰ ਛੱਡਦਾ ਨਹੀਂ, ਪਰ ਤੇਰੀ ਕਿਸਮਤ ਚੰਗੀ ਆ। ਜਦੋਂ ਸ਼ਮਸ਼ੇਰ ਦੇ ਕਹਿਣ ਤੇ ਮੈਂ ਤੇਰਾ ਘੁੱਗਾ ਚਿੱਤ ਕਰਨ ਆਇਆ ਸੀ, ਉਸੇ ਦਿਨ ਮੇਰਾ ਚਿੱਤ ਕਿਸੇ ਚਿੱਤ ਚੋਰ ਤੇ ਆਇਆ ਸੀ। ਤੁਹਾਡੀ ਮੁਰਾਦ ਸੈਂਡੀ ਤੋਂ ਹੈ। ਫਾਰ ਯੂਅਰ ਕਾਈਂਡ ਇਨਫੋਰਮੇਸ਼ਨ, ਤੁਹਾਡੇ ਤੇ ਸੈਂਡੀ ਦੇ ਪਿਆਰ ਦਾ ਰੋੜਾ ਫੁੰਮਣ ਫਿਰੋਜ਼ਪੁਰੀਆ ਇਕੱਲਾ ਹੀ ਨਹੀਂ, ਇੱਕ ਛੋਟੀ ਜੀ ਰੋੜੀ ਹੋਰ ਵੀ ਆ, ਸ਼ਮਸ਼ੇਰ। ਟਾਈਗਰ ਤੇ ਸੈਂਡੀ ਦੇ ਵਿਚਕਾਰ ਜਿਹੜਾ ਆਊਗਾ ਸਮਝ ਲਓ ਢੇਰ। ਉਹ ਜੇ ਮੇਰੇ ਤੇ ਕਿਸੇ ਗੱਲ ਦਾ ਗੁੱਸਾ ਸੀ ਤੇ ਘਰੇ ਕੱਢ ਲੈਂਦਾ। ਇੱਥੇ ਮੈਨੂੰ ਕਿਉਂ ਸੱਦਿਆ ਮਕਬੂਲਪੁਰੀਆ ਸਾਹਿਬ? ਅੱਜ ਤੂੰ ਜਿੰਨੇ ਮੇਰੇ ਪੁੱਠੇ ਸਿੱਧੇ ਨਾਂ ਰੱਖਣੇ ਆ ਰੱਖ ਸਕਦਾ। ਮੈਂ ਬਿਲਕੁਲ ਮਾਈਂਡ ਨਹੀਂ ਕਰੂੰਗਾ ਸਕੂਲਾਂ 'ਚ ਜਵਾਕਾਂ ਨੂੰ ਗੋਲੇ ਵੇਚਣ ਵਾਲਿਆ। ਅੱਜ ਤੈਨੂੰ ਸਿਰਫ ਇਹ ਦੱਸਣ ਲਈ ਮੈਂ ਸੱਦਿਆ ਕਿ ਇੱਕ ਤੇ ਇੱਕ 11 ਹੁੰਦੇ ਆ। ਅਤੇ ਐਡੀ ਕਿੱਡੀ ਗੱਲ ਹੈ ਤੇ ਜਵਾਕਾਂ ਨੂੰ ਪਤਾ ਇੱਕ ਦੇ ਇੱਕ 11 ਹੁੰਦੇ ਆ। ਫਿਰ ਤੈਨੂੰ ਇਹ ਨਹੀਂ ਪਤਾ ਹੋਣਾ ਕਿ ਜਦੋਂ ਹੜ੍ਹ ਆਉਂਦੇ ਆ, ਖੁੱਡਾਂ 'ਚ ਪਾਣੀ ਭਰ ਜਾਂਦਾ, ਫਿਰ ਸੱਪ ਤੇ ਨਿਓਲਾ ਆਪਸੀ ਦੁਸ਼ਮਣੀ ਭੁੱਲ ਕੇ ਕਿਸੇ ਉੱਚੇ ਪੱਥਰ ਤੇ ਜਾ ਕੇ ਬਹਿ ਜਾਂਦੇ ਆ ਕਿ ਆਪਸੀ ਲੜਾਈ ਕਦੇ ਫੇਰ ਲੜ ਲਾਂਗੇ, ਪਹਿਲਾਂ ਪਾਣੀ ਉੱਤਰ ਲੈਣ ਦੀ। ਇਹ ਤਾਂ ਮੈਨੂੰ ਪਤਾ। ਤੇ ਸੱਪ ਕੌਣ ਹੈ, ਨਿਆਲਾ ਕੌਣ ਹੈ, ਪਰ ਆ ਜਿਹੜਾ ਤੀਜਾ ਹੜ ਬਣ ਕੇ ਆਇਆ ਇਹ ਕੌਣ ਹੈ? ਤੀਸਰੇ ਦਾ ਨਾਂ ਟਾਈਗਰ ਤੋਚੀ, ਜਿਹਨੂੰ ਤੂੰ ਸਪਾਰੀ ਦਿੱਤੀ ਸੀ ਮੈਨੂੰ ਚੁੱਕਣ ਦੀ, ਪਰ ਹੁਣ ਉਹ ਮੇਰੇ ਨਾਲ ਦੁਸ਼ਮਣੀ ਭੁੱਲ ਚੁੱਕਿਆ। ਹੁਣ ਉਹਦਾ ਰੁੱਖ ਸੈਂਡੀ ਜੀ ਦੇ ਮੁੱਖ ਵੱਲ ਆ। ਸੈਂਡੀ ਵੱਲ? ਹਾਂ, ਦੇਖੀ ਕਿਤੇ ਬਿੱਲੀਆਂ ਦੀ ਲੜਾਈ ਵਿੱਚ ਬਾਂਦਰ ਬਾਜ਼ੀ ਨਾ ਮਾਰ ਜਵੇ। ਤਾਂ ਇਹ ਗੱਲ ਆ, ਸਾਡੀ ਬਿੱਲੀ ਸਾਨੂੰ ਮਿਆਉ। ਹੁਣ ਵੇਖੀ ਸ਼ਮਸ਼ੇਰ ਦੀਆਂ ਪਹੁੰਚਾਂ, ਇਹਨੂੰ ਮੈਂ ਕੁੱਤੇ ਠੀਕਰ ਪਾਣੀ ਪਿਆਉਂ, 1 ਹਫ਼ਤੇ ਦੇ ਅੰਦਰ ਅੰਦਰ ਡਿਪੋਰਟ ਕਰਾਉਂ। ਉਸਤਾਦ ਜੀ ਉਹ ਛੱਡੋ ਬਾਦਸ਼ਾਹ ਦਾ ਖੜਾ, ਉਹ ਵੇਖੋ ਪੁਲਿਸ ਆ ਗਈ ਜੇ, ਰੇਡ ਹੋ ਗਈ ਆਪਣੇ ਅੱਡੇ ਤੇ। ਭੱਜ ਲੋ ਉਹ ਸੂਈ ਮੂਈ, ਲੈਟਸ ਗੋ ਉਸਤਾਦ ਜੀ। ਚਲੋ ਗੇਟੂ ਜਹਾਜ਼ ਵਾਲੇ ਪਾਸੇ ਓਕੇ ਤੂੰ ਕਿੱਥੇ ਜਹਾਜ਼? ਭਾਜੀ ਜਾਂ ਜਦੇ ਜਮਾਨੇ ਗਏ ਉਹ ਸਾਈਕਲ ਖਲੋਤਾ ਜੇ। ਤੇਰਾ ਬੇੜਾ ਤਰ ਜਾਵੇ। ਜਿਹੜਾ ਕੰਮ ਮੈਂ ਤੁਹਾਨੂੰ ਕਿਹਾ ਸੀ ਉਹ ਕਰਤਾ? ਮੈਮ ਸਾਰੇ ਹੋ ਗਏ ਜੀ। ਓਕੇ, ਤੁਸੀਂ ਚਿੰਤਾ ਨਾ ਕਰੋ ਜੀ, ਮੇਰੇ ਹੁੰਦੇ ਆ। ਭੂਆ ਜੀ, ਹਾਂ, ਮੈਂ ਨਿਊ ਕਾਰ ਬੁੱਕ ਕੀਤੀ ਹੈ। ਤੁਸੀਂ ਕਿਸੇ ਨੂੰ ਸ਼ੋਰੂਮ ਭੇਜ ਕੇ ਪੇਮੈਂਟ ਕਰਾ ਦਿਓ। ਵੈਰੀ ਗੁੱਡ। ਸ਼ਮਸ਼ੇਰ ਜੀ, ਜ਼ਰਾ ਗੱਡੀ ਦੀ ਪੇਮੈਂਟ ਕਰ ਦਿਓ। ਤੁਹਾਡੇ ਅੱਗੇ ਮੇਰੀ ਮਿਹਨਤ ਆ। ਗੱਡੀ ਦੀ ਪੇਮੈਂਟ ਬਾਅਦ ਚ ਕਰਾ ਲਈਓ, ਪਹਿਲਾਂ ਮੇਰੀ ਪੇਮੈਂਟ ਕਰਾਓ। ਪੁੰਮਣ ਰੋਕੀ ਖੜਾ ਕਿਉਂ? ਆਖੇ ਨਿੱਕੀ ਜੀ ਗੱਲ ਪਿੱਛੇ ਵੀ ਮੇਰਾ ਨਾਂ ਨਹੀਂ ਸਹੀ ਲੈਂਦਾ। ਹੁਣ ਤੁਸੀਂ ਆਪਣਾ ਨਾਂ ਹੀ ਇੰਨਾ ਟਫ ਰੱਖ ਲਿਆ, ਇਹਦੇ ਵਿੱਚ ਮੇਰਾ ਕੀ ਕਸੂਰ ਆ? ਮੇਰੇ ਕੋਲ ਤਾਂ ਕਈ ਵਾਰੀ ਮੈਂ ਬਲੈਕ ਕਾਫੀ ਖਾਣ ਲਈ ਪੈਸੇ ਨਹੀਂ ਹੁੰਦੇ। ਬਲੈਕ ਕਾਫੀ ਖਾਈ ਦੀ ਨਹੀਂ ਹੈ, ਬਲੈਕ ਕਾਫੀ ਪੀ ਦੀ ਆ। ਬਸ ਉਹੀ ਮੈਮ ਜੋ ਤੁਸੀਂ ਕਹਿ ਰਹੇ ਹੋ। ਓਹੋ, ਤੇ ਫਿਰ ਕੌਣ ਕਰੂਗਾ ਪੇਮੈਂਟ? ਮੈਂ ਕਰੂੰਗਾ। ਹਾਂ, ਉਹ ਤਾਂ ਤੂੰ ਕਰੇਂਗਾ ਹੀ। ਪਰ ਉੱਥੇ ਜਿੱਥੇ ਮੇਰੀ ਮਰਜ਼ੀ ਹੋਊਗੀ।
ਓ ਸ਼ਟ ਅਪ। ਬਕਵਾਸ ਬੰਦ ਕਰ ਤੇ ਪੇਮੈਂਟ ਕਰ। ਓਏ ਹੋਏ ਹੋਏ, ਇੰਨੀ ਮਾੜੀ ਸ਼ਬਦਾਵਲੀ, ਉਹ ਵੀ ਆਪਣੇ ਘਰ ਵਾਲੇ ਲਈ। ਮੈਨੇਜਰ ਸਾਹਿਬ, ਕੋਈ ਪੇਮੈਂਟ ਨਹੀਂ ਕਰਨੀ, ਸਾਰੀਆਂ ਗੱਡੀਆਂ ਵੇਚ ਕੇ ਸਿਰਫ ਇੱਕ ਗੱਡੀ ਰੱਖੋ। ਇੱਥੇ ਗੱਡੀਆਂ ਦੀ ਲਾਈਨ ਲਾਈ ਆ, ਇਹ ਕੋਈ ਟੈਕਸੀ ਸਟੈਂਡ ਆ? ਹੇ ਬੇਬੀ, ਕੀ ਗੱਲ ਇੰਨੀ ਗੁੱਸੇ 'ਚ ਕਿਉਂ ਹੈ? ਮੈਨੂੰ ਇੱਕ ਸਪੋਰਟਸ ਕਾਰ ਪਸੰਦ ਆਈ ਸੀ, ਪਰ ਉਸ ਗਵਾਰ ਨੇ ਨਾ ਪੈਸੇ ਨਹੀਂ ਦਿੱਤੇ ਜਿਵੇਂ ਉਹਦੇ ਪਿਓ ਦੇ ਹੋਣ। ਯੂ ਆਰ ਰੋਂਗ। ਤੂੰ ਮੈਨੂੰ ਦੱਸ ਦਿੰਦੀ, ਮੈਂ ਉੱਥੇ ਆ ਕੇ ਉਹਦੇ 2 ਥੱਪੜ ਮਾਰਨੇ ਸੀ ਤੇ ਤੈਨੂੰ ਪੈਸੇ ਦਵਾ ਦੇਣੇ ਸੀ। ਨਹੀਂ ਹਨੀ, ਯੂ ਡੋਂਟ ਨੋ, ਉਹ ਅੱਜਕੱਲ ਇੰਨਾ ਇਰੀਟੇਟ ਕਰ ਰਿਹਾ ਮੈਨੂੰ, ਇੰਨਾ ਜ਼ਿਆਦਾ ਕਿ ਬਹੁਤ ਐਟੀਟਿਊਡ ਆ ਗਿਆ ਉਹਦੇ 'ਚ। ਚਿਲ ਮਾਰ, ਲੈਟਸ ਹੈਵ ਅ ਡਰਿੰਕ ਟੁਗੇਦਰ। ਵੇਟਰ, 2 shots. Cheers. What? Let's dance. Get lost. You know what? You're not paying attention towards me. Come on, let's dance. Leave me. Come, baby, come. What are you doing? Please leave me. Leave me, please. Please leave me, please. Please leave me. Honey, let's go. One more. One more. One more. You please wait here, all of you.
ਆਰਾਮ ਨਾਲ। ਮੈਂ ਨਾ ਹੁਣੇ ਸਿਸਟਰ ਨੂੰ ਭੇਜਦੀ ਆ। ਮੈਂ ਇੱਥੇ ਕਿਵੇਂ ਆਈ? ਮੈਂ ਇੱਥੇ ਕਦੋਂ ਤੋਂ ਆ? ਤੂੰ ਤਾਂ ਮਰ ਗਈ ਸੀ, ਪਰ ਤੁਹਾਡੇ ਹਸਬੰਡ ਨੇ ਤੁਹਾਨੂੰ ਮੌਤ ਦੇ ਮੂੰਹ ਚੋਂ ਕੱਢ ਲਿਆ। ਰੀਅਲੀ ਪਹਿਲੀ ਵਾਰੀ ਵੇਖਿਆ ਇੰਨਾ ਪਿਆਰ ਕਰਨ ਵਾਲਾ ਇਨਸਾਨ। ਯੂ ਆਰ ਸੋ ਲੱਕੀ। ਥੈਂਕ ਯੂ। Get well soon, darling. I'm busy. Can't come to see you. Your love, honey. ਪਹਿਲੀ ਵਾਰੀ ਵੇਖਿਆ ਇੰਨਾ ਪਿਆਰ ਕਰਨ ਵਾਲਾ ਇਨਸਾਨ। ਯੂ ਆਰ ਸੋ ਲੱਕੀ। ਇਹਦਾ ਕੋਈ ਇਲਾਜ ਕਰਨਾ ਪੈਣਾ ਹੈ। ਰਾਂਝੇ, ਆ ਤੂੰ ਕੀ ਵਜਾਉਂਦਾ ਰਹਿੰਦਾ ਦੇਸੀ ਜਿਹਾ ਇੰਸਟਰੂਮੈਂਟ? ਗਿਟਾਰ ਵਜਾਇਆ ਕਰ, ਬਹੁਤ ਰੋਮਾਂਟਿਕ ਹੁੰਦਾ। ਇਹ ਕੋਈ ਦੇਸੀ ਜਿਹਾ ਸਾਜ਼ ਨਹੀਂ, ਇਹਦੇ 'ਚ ਪੰਜਾਬ ਦੀ ਰੂਹ ਵਸਦੀ ਹੈ। ਇਹਦੀ ਖਾਸੀਅਤ ਪਤਾ ਕੀ ਹੈ? ਇਹ ਤੂੰ ਵੀ ਉਂਗਲਾਂ ਨਾਲ ਨਹੀਂ, ਦਿਲ ਦੀਆਂ ਗਹਿਰਾਈਆਂ ਨਾਲ ਵੱਜਦੀ ਹੈ। ਤੇ ਜਦੋਂ ਇਹ ਵੱਜਦੀ ਹੈ ਨਾ, ਪਿਆਰ ਦੀਆਂ ਤੰਦਾਂ ਛੇੜਦੀ ਹੈ। ਇਹ ਤੂੰ ਕੀ ਬੋਲੀ ਜਾਣਾ? ਮੇਰੇ ਤਾਂ ਕੁਝ ਸਮਝ ਨਹੀਂ ਆਉਂਦਾ। ਤੈਨੂੰ ਉਸ ਦਿਨ ਸਮਝ ਲੱਗਣੀ ਆ ਜਦੋਂ ਤੈਨੂੰ ਵੀ ਮੇਰੇ ਨਾਲ ਦਿਲੋਂ ਪਿਆਰ ਹੋ ਗਿਆ। ਤੇ ਉਸ ਦਿਨ ਤੈਨੂੰ ਇਹ ਤੂੰ ਵੀ ਵਜਾਉਣ ਦੀ ਲੋੜ ਨਹੀਂ ਪੈਣੀ, ਪਿਆਰ ਦੀਆਂ ਤੰਦਾਂ ਨਾਲ ਆਪਣੇ ਆਪ ਵੱਜੂਗੀ। ਹਾਂਜੀ, ਬੁਲਾਇਆ ਤੁਸੀਂ? ਪ੍ਰੀਤੋ, ਮੈਂ ਜਾਣਦਾ ਤੈਨੂੰ ਪੈਸੇ ਦੀ ਬਹੁਤ ਲੋੜ ਹੈ। ਔਰ ਮੈਂ ਤੇਰੀ ਪੈਸੇ ਦੀ ਲੋੜ ਪੂਰੀ ਕਰ ਸਕਦਾ। ਪ੍ਰੀਤੋ ਪੈਸੇ ਪਿੱਛੇ ਕੁਝ ਵੀ ਕਰ ਸਕਦੀ ਹੈ ਹਨੀ। ਕੰਮ ਛੋਟਾ ਹੋਵੇ ਜਾਂ ਵੱਡਾ, ਕੋਈ ਫਰਕ ਨਹੀਂ ਪੈਂਦਾ। ਤੂੰ ਸਿਰਫ ਕੰਮ ਦੱਸ, ਕਰਨਾ ਕੀ ਹੈ। ਪ੍ਰੀਤੋ, ਤੂੰ ਜਾਣਦੀ ਹੈ ਮੈਂ ਜੂਲੀਅਟ ਨੂੰ ਕਿੰਨਾ ਪਿਆਰ ਕਰਦਾ, ਔਰ ਰਾਂਝਾ ਮੇਰੇ ਰਸਤੇ ਦਾ ਰੋੜਾ ਬਣਿਆ ਹੋਇਆ ਹੈ। ਉਹਨੂੰ ਹਟਾਉਣਾ ਹੈ। ਪਰ ਹਨੀ, ਉਹਨਾਂ ਦੋਵਾਂ ਦਾ ਤਾਂ ਪਿਆਰ ਹੀ ਬਹੁਤ ਹੈ ਅੱਜ ਕੱਲ। ਇਹ ਸਾਰਾ ਕੁਝ ਹੋ ਕਿਵੇਂ? ਵਾਹ, ਅੱਜ ਸੂਰਜ ਪੱਛਮ ਚੋਂ ਕਿਵੇਂ ਚੜ੍ਹਾਇਆ। ਸੋਹਣੀ ਲੱਗ ਰਹੀ ਹੈ ਮੈਂ? ਨਹੀਂ ਨਹੀਂ, ਸੋਹਣੀ ਨਹੀਂ, ਬਹੁਤ ਜ਼ਿਆਦਾ ਸੋਹਣੀ ਲੱਗਦੀ ਆ। ਪੰਜਾਬੀ ਸੂਟ ਤੇਰੇ ਤੇ ਬਹੁਤ ਸੋਹਣਾ ਲੱਗਦਾ। ਜੀ ਤਾਂ ਕਰਦਾ ਤੈਨੂੰ ਵੇਖੀ ਜਾਵਾਂ, ਤੇਰੇ ਕੋਲ ਹੀ ਬੈਠਾ ਰਵਾਂ। ਪਰ ਇੱਕ ਜ਼ਰੂਰੀ ਕੰਮ ਲਈ ਮੈਨੂੰ ਬਾਹਰ ਜਾਣਾ ਪੈਣਾ। ਤੂੰ ਇਦਾਂ ਹੀ ਬਣ ਠਣ ਕੇ ਮੇਰੀ ਵੇਟ ਕਰੀ। ਓਕੇ, ਬਟ ਜਲਦੀ ਆ ਜੀ, ਮੈਂ ਤੇਰਾ ਵੇਟ ਕਰਾਂਗੀ। मैडम
ਜੀ। ਕੀ ਹੋਇਆ? ਸੁੱਖ ਤਾਂ ਹੈ, ਤੂੰ ਰੋ ਕਿਉਂ ਰਹੀ ਹੈ? ਨਾਲੇ ਕੀ ਹੋਇਆ ਪ੍ਰੀਤੋ ਤੈਨੂੰ? ਜ਼ਿਆਦਾ ਪੋਲਾ ਨਾ ਬਣ। ਇੰਨੀ ਮਾੜੀ ਕਰਤੂਤ ਕਰਦਿਆ ਹੋਇਆ ਤੈਨੂੰ ਸ਼ਰਮ ਨਹੀਂ ਆਈ? ਮਾੜੀ ਕਰਤੂਤ? ਪਰ ਮੈਂ ਕੀਤਾ ਕੀ ਆ ਭੂਆ ਜੀ? ਖਬਰਦਾਰ, ਖਬਰਦਾਰ, ਜੇ ਮੈਨੂੰ ਭੂਆ ਕਿਹਾ ਤਾਂ ਇੱਕ ਨੌਕਰਾਨੀ ਦੀ ਇੱਜ਼ਤ ਤੇ ਹੱਥ ਪਾਉਂਦਿਆ ਹੋਇਆ ਤੈਨੂੰ ਸ਼ਰਮ ਨਹੀਂ ਆਈ? ਇੱਜ਼ਤ ਨੂੰ ਹੱਥ ਪਾ ਲਿਆ? ਕੀ ਕਹਿ ਰਹੇ ਹੋ ਜੂਲੀਅਟ? ਇਹ ਸਭ ਝੂਠ ਹੈ। ਝੂਠ ਹੈ? ਤੈਨੂੰ ਇਹ ਸਭ ਕਰਦਿਆਂ ਅਸੀਂ ਆਪਣੀ ਅੱਖਾਂ ਨਾਲ ਵੇਖਿਆ। ਤੈਨੂੰ ਜ਼ਰੂਰ ਕੋਈ ਗਲਤਫਹਿਮੀ ਹੋਈ ਹੈ। ਤੈਨੂੰ ਤਾਂ ਪਤਾ ਨਾ ਮੈਂ ਤੈਨੂੰ ਕਿੰਨਾ ਪਿਆਰ ਕਰਦਾ ਜੂਲੀਅਟ। ਜੇ ਤੈਨੂੰ ਪਿਆਰ ਦਾ ਮਤਲਬ ਪਤਾ ਹੁੰਦਾ ਤਾਂ ਤੂੰ ਇੰਨੀ ਘਟੀਆ ਹਰਕਤ ਕਦੇ ਵੀ ਨਾ ਕਰਦਾ। ਸ਼ਕਲ ਨਹੀਂ ਵੇਖਣਾ ਚਾਹੁੰਦੀ ਮੈਂ ਤੇਰੀ। ਅੱਜ ਤੋਂ ਬਾਅਦ ਮਰ ਗਿਆ ਤੂੰ ਮੇਰੇ ਲਈ। ਇੰਨੀ ਬੇਇੱਜ਼ਤੀ ਹੋਣ ਤੋਂ ਬਾਅਦ ਵੀ ਖੜਾ? ਸ਼ਰਮ ਨਹੀਂ ਆਉਂਦੀ ਤੈਨੂੰ? ਦਫਾ ਹੋ ਜਾ। ਬਸ ਬਹੁਤ ਹੋ ਗਿਆ। ਮੈਂ ਸਭ ਕੁਝ ਬਰਦਾਸ਼ਤ ਕਰ ਸਕਦਾ, ਪਰ ਆਪਣੇ ਕਿਰਦਾਰ ਦੇ ਉੱਤੇ ਲੱਗੀ ਹੋਈ ਐਡੀ ਵੱਡੀ ਤੋਹਮਤ ਬਰਦਾਸ਼ਤ ਨਹੀਂ ਕਰ ਸਕਦਾ। ਅੱਜ ਮੈਂ ਤੈਨੂੰ ਦੱਸਦਾ ਮੈਂ ਇੱਥੇ ਕਿਉਂ ਆਇਆ ਸੀ। ਮੈਂ ਇੱਥੇ ਤੇਰੇ ਪੈਸਿਆਂ ਕਰਕੇ ਨਹੀਂ ਸੀ ਆਇਆ। ਅੱਜ ਤੋਂ 15 ਸਾਲ ਪਹਿਲਾਂ ਦੀ ਗੱਲ ਹੈ। ਮੈਂ ਕਿਹਾ ਜੀ, ਜੋ ਮੈਂ ਸੋਚ ਰਹੀ ਹਾਂ ਤੁਸੀਂ ਵੀ ਉਹੀ ਸੋਚ ਰਹੇ ਹੋ? ਹਾਂ ਮੈਂ ਵੀ ਉਹੀ ਸੋਚ ਰਿਹਾ ਜੋ ਤੂੰ ਸੋਚ ਰਹੀ ਹੈ। ਭੈਣ ਜੀ, ਜੇ ਏਦਾਂ ਹੋ ਜਾਣਾ ਤੇ ਬਹੁਤ ਹੀ ਵਧੀਆ ਗੱਲ ਆ। ਬਿਲਕੁਲ ਜੀ, ਮੇਰੀ ਜੂਲੀਅਟ ਤੁਹਾਡੇ ਘਰ ਦੀ ਨੂੰਹ ਬਣੇ, ਇਤੋਂ ਭਲਾ ਵਧੀਆ ਹੋਰ ਕਿਹੜੀ ਗੱਲ ਹੋ ਸਕਦੀ ਹੈ। ਨਾਲੇ ਮੈਨੂੰ ਵੀ ਆਪਣੀ ਮਿੱਟੀ ਨਾਲ ਜੁੜਿਆ ਹੋਇਆ ਮੁੰਡਾ ਚਾਹੀਦਾ ਸੀ, ਤੇ ਰਾਂਝੇ ਤੋਂ ਵਧੀਆ ਹੋਰ ਕਿਹੜਾ ਹੋ ਸਕਦਾ। ਤੇ ਜਦੋਂ ਆਪਾਂ ਵੱਡੇ ਹੋਏ ਮੇਰੀ ਮਾਂ ਨੇ ਤੇਰੇ ਘਰੇ ਫੋਨ ਕੀਤਾ ਤੇ ਫੋਨ ਤੂੰ ਚੱਕਿਆ। ਹੈਲੋ ਹੈਲੋ, ਸੈਂਡੀ ਬੋਲਦੀ? ਨਹੀਂ ਭੂਆ ਤਾਂ ਘਰ ਨਹੀਂ ਹੈ। ਅੱਛਾ ਅੱਛਾ, ਤੂੰ ਜੂਲੀਅਟ ਬੋਲਦੀ ਆ? ਪੁੱਤ ਮੈਂ ਰਾਂਝੇ ਦੀ ਬੇਬੇ ਬੋਲਦੀ ਆ ਪਿੰਡ ਤੋਂ। ਵਾਟ? ਕਿਹੜਾ ਰਾਂਝਾ? ਕਿਹੜਾ ਪਿੰਡ? ਨਹੀਂ ਪੁੱਤ, ਐਦਾਂ ਨਹੀਂ ਬੋਲੀਦਾਗਾ। ਬਚਪਨ 'ਚ ਨਾ ਤੁਹਾਡਾ ਰਿਸ਼ਤਾ ਤੈਅ ਕੀਤਾ ਸੀਗਾ। ਵਾਟ? ਤੇ ਮੈਂ ਤੇਰੀ ਸੱਸ ਬੋਲਦੀ ਆ। ਓਹ ਪਲੀਜ਼, ਆਪਣੀ ਨਾ ਔਕਾਤ 'ਚ ਰਹਿ ਕੇ ਗੱਲ ਕਰੋ। ਮੈਂ ਥਾਈਲੈਂਡ ਦੀ ਬਿਲੀਅਨਰ। ਤੁਹਾਡੇ ਪੇਂਡੂ ਮੁੰਡੇ ਨਾਲ ਵਿਆਹ ਕਰਾਉਂਗੀ? ਮਾਈ ਫੁੱਟ। ਫਿਰ ਮੇਰੀ ਮਾਂ ਨੇ ਮੈਨੂੰ ਤੇ ਮਾਮੇ ਨੂੰ ਤੈਨੂੰ ਲੈ ਕੇ ਆਉਣ ਲਈ ਇੱਥੇ ਭੇਜਿਆ। ਇਸੇ ਕਰਕੇ ਮੈਂ ਸਾਰਾ ਕੁਝ ਬਰਦਾਸ਼ਤ ਕਰਦਾ ਰਿਹਾ, ਪਰ ਹੁਣ ਤਾਂ ਗੱਲ ਹੱਦੋਂ ਵੱਧ ਗਈ। ਤੂੰ ਮੇਰੇ ਕਿਰਦਾਰ ਤੇ ਸ਼ੱਕ ਕੀਤਾ? ਚੰਗਾ ਹੋਇਆ ਮੇਰੀਆਂ ਅੱਖਾਂ ਖੁੱਲ ਗਈਆਂ ਤੇਰੀ ਆ ਅਸਲੀਅਤ ਵੇਖ ਕੇ। ਚਲਾ ਜਾ ਇੱਥੋਂ, ਗੈਟ ਲਾਸਟ। ਇਤਿਹਾਸ ਗਵਾਏ, ਸਰਦਾਰਾਂ ਨੇ ਅੱਜ ਤੱਕ ਇੱਜ਼ਤਾਂ ਬਚਾਈਆਂ ਨੇ, ਕਦੇ ਲੁੱਟੀਆਂ ਨਹੀਂ। ਮੈਂ ਅੱਜ ਤੋਂ ਬਾਅਦ ਤੇਰੀ ਸ਼ਕਲ ਨਹੀਂ ਦੇਖਣਾ ਚਾਹੁੰਦਾ। ਜਾ ਰਿਹਾ ਮੈਂ ਆਪਣੇ ਪੰਜਾਬ। ਮਾਮਾ, ਹੁਣ ਕਿੰਨੀ ਕੁ ਦਾਰੂ ਪੀ ਜਾਏਗਾ? ਰਾਂਝਿਆ, ਇਹ ਸਾਰਾ ਕੁਝ ਫਿਲਮਾਂ 'ਚ ਹੀ ਹੁੰਦਾ, ਪਰ ਅਸਲ ਜ਼ਿੰਦਗੀ 'ਚ ਇੱਕ ਸ਼ਕਲ ਦੇ ਦੋ ਇਨਸਾਨ ਨਹੀਂ ਹੋ ਸਕਦੇ। ਮਾਮਾ, ਹੁਣ ਚਾਹੇ ਨਾ ਹੋਣ, ਮੈਂ ਸਾਰਾ ਕੁਝ ਭੁੱਲ ਚੁੱਕਿਆ। ਹੁਣ ਤੂੰ ਵੀ ਭੁੱਲ ਜਾ। ਤੂੰ ਭੁੱਲ ਸਕਦਾ, ਪਰ ਮੱਥੇ ਤੇ ਲੱਗਿਆ ਕਲੰਕ ਮੈਂ ਨਹੀਂ ਭੁੱਲ ਸਕਦਾ। ਇਹ ਤੇ ਆਪਾਂ ਨੂੰ ਪਤਾ
ਵੀ ਤੂੰ ਤਾਂ ਕੀ ਆਪਣੀਆਂ 7 ਪੁਸ਼ਤਾਂ 'ਚ ਕੋਈ ਘਟੀਆ ਹਰਕਤ ਨਹੀਂ ਕਰ ਸਕਦਾ, ਪਰ ਕਿਹਦਾ ਮੂੰਹ ਬੰਦ ਕਰਾਂਗੇ। ਜੇ ਰੱਬ ਹੈ, ਇੱਕ ਨਾ ਇੱਕ ਦਿਨ ਉਹ ਸ਼ਖਸ ਨੂੰ ਜ਼ਰੂਰ ਨੰਗਿਆ ਕਰੂ ਜਿਹਨੇ ਤੇਰੇ ਖਿਲਾਫ ਇਹ ਸਾਜ਼ਿਸ਼ ਰਚੀ ਆ। ਕਿੱਥੋਂ ਆਏ ਪੈਸੇ? ਪ੍ਰੀਤੋ, ਦੱਸ ਕਿੱਥੋਂ ਆਏ? ਦੱਸ ਪ੍ਰੀਤੋ, ਦੱਸ ਦੇ ਵਰਨਾ। ਭੂਆ ਜੀ, ਇਹ ਇੰਡੀਅਨਸ ਐਦਾਂ ਦੇ ਹੀ ਹੁੰਦੇ ਨੇ। ਇਹਨੇ ਐਦਾਂ ਨਹੀਂ ਮੰਨਣਾ। ਪੁਲਿਸ ਨੂੰ ਫੋਨ ਕਰੋ ਤੁਸੀਂ। ਸ਼ਮਸ਼ੇਰ ਜੀ, ਤੁਸੀਂ ਪੁਲਿਸ ਨੂੰ ਫੋਨ ਲਾਓ। ਹੁਣੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਂਦਾ। ਹਜੇ ਵੀ ਸਮਾਂ ਹੈਗਾ, ਦੱਸ ਦੇ। ਮੈਡਮ ਜੀ, ਪੁਲਿਸ ਨੂੰ ਨਾ ਬੁਲਾਇਓ, ਮੇਰੀ ਪੂਰੀ ਜ਼ਿੰਦਗੀ ਬਰਬਾਦ ਹੋ ਜੂ। ਮੈਡਮ ਜੀ, ਪੁਲਿਸ ਨੂੰ ਨਾ ਬੁਲਾਇਓ, ਮੈਂ ਤੁਹਾਨੂੰ ਸਾਰਾ ਕੁਝ ਸੱਚ ਦੱਸਦੀ ਹਾਂ। ਉਸ ਦਿਨ ਜੋ ਵੀ ਹੋਇਆ ਸੀ, ਉਹਦੇ 'ਚ ਰਾਂਝੇ ਦਾ ਕੋਈ ਕਸੂਰ ਨਹੀਂ ਸੀ। ਰਾਂਝਾ ਬੇਕਸੂਰ ਹੈ ਮੈਡਮ ਜੀ। ਇੱਕ ਸ਼ਕਲ ਦੇ ਦੋ ਬੰਦੇ ਮੈਨੂੰ ਬਣਾਉਣੇ ਆਉਂਦੇ ਆ। ਗੁੱਡ ਜੌਬ। ਉਸ ਦਿਨ ਹਨੀ ਨੇ ਰਾਂਝੇ ਵਰਗਾ ਮੁੰਡਾ ਬੁਲਾ ਕੇ ਰਾਂਝੇ ਨੂੰ ਬਦਨਾਮ ਕਰਨ ਦਾ ਪਲਾਨ ਬਣਾਇਆ ਸੀ। ਤੇ ਮੈਨੂੰ ਪੈਸਿਆਂ ਦੀ ਬਹੁਤ ਲੋੜ ਸੀ, ਇਸ ਕਰਕੇ ਮੈਂ ਉਹਦੀਆਂ ਗੱਲਾਂ 'ਚ ਆ ਗਈ। ਸੱਤ ਘਰ ਦਾ ਡੈਣ ਵੀ ਛੱਡ ਦਿੰਦੀ ਆ। ਤੂੰ ਜਿਹੜੀ ਥਾਲੀ 'ਚ ਖਾਇਆ ਉਹਦੇ 'ਚ ਹੀ ਛੇਦ ਕਰ ਦਿੱਤਾ। ਛੀ, ਤੈਨੂੰ ਪਤਾ ਵੀ ਹੈ ਇਹ ਤੂੰ ਕੀ ਕੀਤਾ? ਤੂੰ ਮੇਰੀ ਜ਼ਿੰਦਗੀ ਬਰਬਾਦ ਕਰਤੀ। ਤੇਰੇ ਕਰਕੇ ਮੈਂ ਰਾਂਝੇ ਨੂੰ ਕਿੰਨਾ ਬੁਰਾ ਭਲਾ ਬੋਲੀ। ਸਾਰੀ ਜ਼ਿੰਦਗੀ ਲਈ ਤੂੰ ਮੈਨੂੰ ਉਹਦੀਆਂ ਨਜ਼ਰਾਂ 'ਚ ਸ਼ਰਮਸਾਰ ਕਰਤਾ। ਸ਼ਰਮ ਨਹੀਂ ਆਈ ਤੈਨੂੰ? ਜੂਲੀਅਟ, ਕਿੱਥੇ ਜਾ ਰਹੀ ਹੈ ਜੂਲੀਅਟ? ਭੂਆ ਜੀ, ਉੱਥੇ ਜਿੱਥੇ ਮੈਨੂੰ ਬਹੁਤ ਪਹਿਲਾਂ ਚਲੇ ਜਾਣਾ ਚਾਹੀਦਾ ਸੀ। ਜੂਲੀਅਟ, ਸਵੇਰ ਦਾ ਭੁੱਲਿਆ ਜੇ ਸ਼ਾਮ ਨੂੰ ਘਰ ਆ ਜਾਏ ਤਾਂ ਉਸ ਨੂੰ ਭੁੱਲਿਆ ਨਹੀਂ ਕਹਿੰਦੇ। हे ਮੇਰੇ ਮਾਲਕਾ, ਜਾਣੇ ਅਣਜਾਣੇ ਵਿੱਚ ਉਸ ਬੱਚੇ ਤੇ ਲਾਏ ਇਲਜ਼ਾਮਾਂ ਲਈ ਸਾਨੂੰ ਮਾਫ ਕਰੀ। हे ਵਾਹਿਗੁਰੂ, ਤੂੰ ਕੁੱਲ ਦੁਨੀਆ ਦਾ ਵਾਰਿਸ ਹੈ। ਮੇਰੀ ਵੀ ਮੁਰਾਦ ਪੂਰੀ ਕਰ ਦੇ। ਮੈਂ ਤੇ ਉਹਨੂੰ ਬਚਪਨ ਤੋਂ ਹੀ ਆਪਣੇ ਘਰ ਦੀ ਨੂੰਹ ਬਣਾ ਲਿਆ ਸੀ, ਪਰ ਉਹ ਮੰਨਣ ਨੂੰ ਤਿਆਰ ਹੀ ਨਹੀਂ। ਪਰ हे ਬਖਸ਼ਨਹਾਰ, ਤੂੰ ਚਾਹੇ ਤਾਂ ਸਭ ਕੁਝ ਹੋ ਸਕਦਾ ਹੈ। ਥੋੜੀ ਜਿਹੀ ਕਿਰਪਾ ਕਰ ਦੋ ਤਾਂ ਕਿ ਮੇਰੇ ਵੀ ਪੁੱਤ ਦਾ ਘਰ ਵਸ ਜੇ। ਬੇਬੇ, ਨੰਗੇ ਪੈਰੀ ਤੁਰ ਕੇ ਤੂੰ ਆਪਣੇ ਪੈਰਾਂ ਤੇ ਛਾਲੇ ਪਵਾ ਲੇ। ਪਰਮਾਤਮਾ ਵੀ ਇੱਥੇ ਕੀ ਕਰੂ? ਬੇਬੇ, ਉਹਨਾਂ ਤਿਲਾਂ 'ਚ ਤੇਲ ਹੀ ਹੈ ਨਹੀਂ ਜਿੰਨਾ ਚੋਂ ਤੂੰ ਕੱਢਣਾ ਚਾਹੁੰਦੀ ਹੈ। ਨਹੀਂ ਪੁੱਤ, ਏਦਾਂ ਨਹੀਂ ਬੋਲੀਦਾ ਹੁੰਦਾ। ਵਾਹਿਗੁਰੂ ਦੇ ਘਰ ਸੱਚੇ ਦਿਲੋਂ ਕੀਤੀ ਅਰਦਾਸ ਕਦੇ ਖਾਲੀ ਨਹੀਂ ਜਾਂਦੀ। ਤੇ ਮੈਨੂੰ ਆਪਣੇ ਵਾਹਿਗੁਰੂ ਤੇ ਪੂਰਾ ਭਰੋਸਾ ਹੈ, ਉਹ ਤੇਰੀ ਜ਼ਿੰਦਗੀ 'ਚ ਜ਼ਰੂਰ ਆਊਗੀ। ਤੂੰ ਫਿਕਰ ਨਾ ਕਰ। ਵਾਹਿਗੁਰੂ ਵਾਹਿਗੁਰੂ।
ਤੇਰਾ ਤਾਂ ਨਹੀਂ ਕੋਈ ਫਰੈਂਡ ਆਇਆ? ਨਾਲੇ ਬਾਰ ਵੀ ਖੁੱਲਾ, ਮੈਂ ਤਾਂ ਬਾਹਰ ਬੰਦ ਕਰਕੇ ਗਈ ਸੀ। ਫੇਰ ਗੇਟ ਕਿਨੇ ਖੋਲਿਆ? ਹਾਂ, ਆਪਣਾ ਹੀ ਹੋਣਾ ਕੋਈ। ਉਹੀ ਤਾਂ ਮੈਂ ਕਹਿੰਦੀ ਆ। ਚਲੋ ਦੇਖਦੇ ਆ। ਬੇਬੇ ਇਹਨਾਂ ਨੂੰ ਕਹ ਚੁੱਪ ਕਰਕੇ ਇੱਥੋਂ ਚਲੇ ਜਾਣ। ਨਹੀਂ ਪੁੱਤ, ਘਰ ਆਏ ਨੂੰ ਤਾਂ ਦੁਸ਼ਮਣ ਨੂੰ ਵੀ ਗਲੇ ਲਾ ਲਈਦਾ। ਇਹ ਤਾਂ ਫਿਰ ਵੀ ਆਪਣੇ ਨੇ। ਮੈਨੂੰ ਮਾਫ ਕਰ ਦਿਓ ਬੀਬੀ ਜੀ। ਮੈਨੂੰ ਮਾਫ ਕਰ ਦਿਓ ਪੁੱਤ। ਮੈਂ ਸਹੁੰ ਖਾਦੀ ਸੀ ਕਿ ਜਦ ਤੱਕ ਤੂੰ ਇਸ ਘਰ 'ਚ ਪੈਰ ਨਹੀਂ ਪਾਏਗੀ ਨਾ, ਮੈਂ ਵੀ ਆਪਣੇ ਪੈਰਾਂ 'ਚ ਜੁੱਤੀ ਨਹੀਂ ਪਾਉਂਗੀ। ਤੇਰੀ ਰਾਹ ਵੇਖਦੇ ਵੇਖਦੇ ਤਾਂ ਮੇਰੀ ਅੱਖਾਂ ਦੀ ਨਿਗਾਹ ਚਲੀ ਗਈ। ਛੱਡ ਰਾਂਝਾ, ਕੋਈ ਨਾ। ਰਾਂਝਿਆ, ਅਸੀਂ ਜੋ ਤੇਰੇ ਨਾਲ ਕੀਤਾ ਹੈ ਉਹ ਮਾਫੀ ਦੇ ਕਾਬਿਲ ਤਾਂ ਨਹੀਂ, ਪਰ ਹੱਥ ਜੋੜ ਕੇ ਤੇਰੇ ਤੋਂ ਮਾਫੀ ਮੰਗਦੀ ਹਾਂ। ਪਲੀਜ਼ ਸਾਨੂੰ ਮਾਫ ਕਰ ਦੇ। ਸਾਨੂੰ ਸਾਡੀ ਗਲਤੀ ਦਾ ਅਹਿਸਾਸ ਹੋ ਗਿਆ ਹੈ। ਪਲੀਜ਼। ਗਲਤੀ ਦਾ ਅਹਿਸਾਸ? ਉਹ ਵੀ ਤੁਹਾਨੂੰ? ਮੈਨੂੰ ਪਤਾ ਤੁਸੀਂ ਜਿਹੜੇ ਮਕਸਦ ਨੂੰ ਇੱਥੇ ਆਏ ਹੋ। ਬੇਬੇ ਜਿਹੜੀ ਫਾਈਲ ਦਿੱਤੀ ਸੀ ਮੈਂ, ਉਹ ਲੈ ਕੇ ਆਈ ਜਰਾ। ਹਾਂ, ਲਿਆਉਣੀ ਆ ਮੈਂ। ਜੇ ਤੈਨੂੰ ਇਹ ਲੱਗਦਾ ਮੈਂ ਤੇਰੇ ਪੈਸਿਆਂ ਕਰਕੇ ਤੇਰੇ ਨਾਲ ਵਿਆਹ ਕਰਾਇਆ, ਤਾਂ ਇਹ ਤੇਰਾ ਬਹੁਤ ਵੱਡਾ ਵਹਿਮ ਹੈ। ਕਿਉਂਕਿ ਜੱਟ ਕੋਲੇ ਆਪਣੀ 100 ਕਿੱਲੇ ਜ਼ਮੀਨ ਹੈ। ਸ਼ਮਸ਼ੇਰ ਜੀ, ਇਹਨਾਂ ਦੀ ਨੌਲੇਜ ਲਈ ਇਹਨਾਂ ਨੂੰ ਪੜ੍ਹ ਕੇ ਸੁਣਾ ਦਿਓ ਕਿ ਜਿਹੜੀ ਪ੍ਰਾਪਰਟੀ ਲਈ ਇਹ ਇੱਥੇ ਆਏ ਆ ਨਾ, ਉਹ ਤਾਂ ਮੈਂ ਇੰਡੀਆ ਆਉਣ ਤੋਂ ਪਹਿਲਾਂ ਹੀ ਇਹਦੇ ਨਾਲ ਲਵਾਤੀ ਸੀ। ਤੇ ਬਾਕੀ ਰਹੀ ਗੱਲ ਪਿਆਰ ਮੁਹੱਬਤ ਦੀ, ਉਹ ਤੇਰੇ ਵੱਸ ਦੀ ਗੱਲ ਨਹੀਂ। ਤੈਨੂੰ ਜੋ ਚਾਹੀਦਾ ਸੀ ਮਿਲ ਗਿਆ। ਹੁਣ ਕਿਰਪਾ ਕਰਕੇ ਜਿਹੜੇ ਰਾਹ ਆਏ ਹੋ, ਮੇਰੀ ਗੱਲ ਮੰਨੋ, ਉਸੇ ਰਾਹ ਵਾਪਸ ਮੁੜ ਜਾਓ। ਕਿਤੇ ਇਹ ਨਾ ਹੋਵੇ ਕਿ ਮੈਂ ਵੀ ਤੁਹਾਡੇ ਨਾਲ ਉਹੀ ਵਰਤਾਓ ਕਰਾਂ ਜਿਹੜਾ ਵਰਤਾਓ ਤੁਸੀਂ ਮੇਰੇ ਨਾਲ ਕੀਤਾ ਸੀ। ਕੀ ਜਿੰਨਾ ਪੁੱਤ? ਚੱਲ ਜੂਲੀਅਟ। ਕੀ ਹੋਇਆ ਜੂਲੀਅਟ? चल चलिए। नहीं बुआ जी। जूलियट जिद छाड़ते चल कर वापस चलिए। रांझा अजे बहुत गुस्से च है। ओदे दिल ते गहरे जख्म लगे ने, पर इंच टाइम लगेगा जूलियट। तुसी जाना है तो जाओ, मैं रांझे ते बिना नहीं जाना। मैं तेन छड़ के किवें जा सकती हाँ? हाँ, मैं तेनू लए बगैर नहीं जा सकती जूलियट। प्लीज बुआ जी प्लीज, तुसी जाओ, मैनू थोड़ी देर लिए कल्ली छड़ दो प्लीज, मैं आप पे आ जाऊंगी। ਕਿੱਥੇ ਸੀ ਤੂੰ? ਮੈਂ ਤੈਨੂੰ ਲੱਭਦੇ ਲੱਭਦੇ ਸਾਰਾ ਪੰਜਾਬ ਛਾਣ ਮਾਰਿਆ। ਸ਼ੁਕਰ ਹੈ ਤੂੰ ਲੱਭ ਗਈ ਹੈ। ਜੂਲੀਅਟ, ਮੈਨੂੰ ਪਤਾ ਲੱਗ ਗਿਆ ਉਹਨੇ ਸਾਰੀ ਪ੍ਰਾਪਰਟੀ ਤੇਰੇ ਨਾਂ ਕਰ ਦਿੱਤੀ ਹੈ। ਨਹੀਂ ਤਾਂ ਉਹਦੇ ਮੈਂ ਹੱਥ ਕੜੀਆਂ ਲਵਾ ਦੇਣੀਆਂ ਸੀ। ਕੁਝ ਬੋਲਦੀ ਕਿਉਂ ਨਹੀਂ? हथकड़ी तेनू लगूगी, तेरी असलियत दा पर्दाफाश हो गया। प्रीतो ने मैनू सब कुछ दसता, तेनू लगूगी हथकड़ी।
ਜੇ ਹੁਣ ਮੇਰਾ ਪਰਦਾ ਫਾਸ਼ ਹੋ ਹੀ ਗਿਆ, ਤੈਨੂੰ ਸਭ ਕੁਝ ਪਤਾ ਲੱਗ ਹੀ ਗਿਆ, ਜੋ ਮੈਂ ਹੁਣ ਕਰਨ ਵਾਲਾ, that's gonna be real bad. ਚੱਲ 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 ਲੀਵ ਮੀ। ਚਾਹੀਦੀ ਸੀ ਨਾ ਤੈਨੂੰ ਮੇਰੀ, ਹਾਂ? ਆ ਲੈ ਪ੍ਰਾਪਰਟੀ। ਪ੍ਰਾਪਰਟੀ ਤਾਂ ਮਿਲ ਗਈ, ਹੁਣ ਫਰਦ ਵੀ ਲੈ ਲੈ। ਆਜਾ ਲੈ ਜਾ ਨੂੰ। जूलियट, तू ठीक तो है ना? ਰਾਂਝਾ ਚੱਲ ਹੁਣ ਮੇਰਾ ਕਹਿਣਾ ਮੰਨ। ਓਏ ਸੁਣ ਤਾਂ ਸਹੀ। रांझिया, ਓ ਹੈਲੋ ਯਾਰ। रांझिया, ਓ ਰਾਂਝਾ ਰੁਕ ਜਾ ਯਾਰ। ਓ ਮੱਲਾ ਮੇਰੀ ਗੱਲ ਤਾਂ ਸੁਣ। ਜਾ ਪੁੱਤ ਜਾ, ਤੇਰੀ ਜੂਲੀਅਟ ਹੀਰ ਬਣ ਗਈ। ਜਾ ਲੈ ਜਾ। ਓ ਮਾਈ ਸਵੀਟੂ ਸੈਂਡੀ ਜੀ,
ਮੈਂ ਆਪਣੇ ਸੁਪਨੇ 'ਚ ਤੁਹਾਡੇ ਨਾਲ ਬਹੁਤ ਬਦਤਮੀਜ਼ੀਆਂ ਕੀਤੀਆਂ, ਉਹਨਾਂ ਬਦਤਮੀਜ਼ੀਆਂ ਨੂੰ ਪੂਰਾ ਕਰਨ ਲਈ ਸਮਾਂ ਆ ਗਿਆ। ਗੁੜਾਚ ਪਿੱਛੇ ਆਟੋ ਘੜਚ ਸੈਂਡੀ ਜੀ ਬੀ ਪ੍ਰੈਕਟੀਕਲ। ਜਿਹੜਾ ਬੰਦਾ ਆਪਣੇ ਸੁਪਨਿਆਂ 'ਚ ਆਪਣੀ ਇੱਛਾ ਮੁਤਾਬਕ ਮਹਿਲ ਨਹੀਂ ਸਜਾ ਸਕਦਾ, ਉਹਨੇ ਹਕੀਕਤ 'ਚ ਕੀ ਰੰਗ ਲਾਉਣੇ ਆ। ਇੱਧਰ ਵੇਖੋ, ਜਿੱਥੇ ਇਹਦਾ ਸੁਪਨਾ ਟੁੱਟਦਾ ਯਾਰਾਂ ਦੀ ਲੀਲਾ ਉੱਥੋਂ ਸ਼ੁਰੂ ਹੁੰਦੀ ਆ। ਉਹ ਸੈਂਡੀ ਜੀ, ਇਹਨਾਂ ਲੀਲਾਧਾਰੀਆਂ ਦਾ ਕੀ ਗਿਆ? ਉਹ ਜੋ ਕੁਝ ਗਿਆ ਇਸ ਵਿਚਾਰੇ ਟਾਈਗਰ ਦਾ ਗਿਆ। ਉਹ ਜਦ ਦਾ ਮੈਂ ਤੁਹਾਡੇ ਪੈਰਾਂ 'ਚ ਡਿੱਗਿਆ, ਮੇਰਾ ਸਭ ਕੁਝ ਲੁੱਟ ਗਿਆ। ਹੁਣ ਤੁਸੀਂ ਇਸ ਗੱਭਰੂ ਜਵਾਨ ਨੂੰ ਆਪਣੇ ਗੱਲ ਨਾਲ ਲਾਓ ਤੇ ਉਹਨਾਂ ਬੁੜਿਆਂ ਦੀ ਹਿੱਕ ਤੇ ਦੀਵੇ ਜਗਾਓ। ਓ ਐਕਚੁਅਲੀ ਨਾ ਤੁਸੀਂ ਤਿੰਨੋਂ ਬੜੇ ਸਵੀਟ ਹੋ, ਪਰ ਮੈਂ ਇੱਕ ਨਾਲ ਵਿਆਹ ਕਰਕੇ ਨਾ ਬਾਕੀਆਂ ਦਾ ਦਿਲ ਨਹੀਂ ਤੋੜਨਾ ਚਾਹੁੰਦੀ। ਸੈਂਡੀ ਜੀ, ਇਹਦਾ ਮਤਲਬ ਤੁਸੀਂ ਸਾਨੂੰ ਤਿੰਨਾਂ ਨਾਲ ਵਿਆਹ ਕਰਾਓਗੇ? ਨਹੀਂ 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 ਨਹੀਂ, ਵਿਆਹ ਤਾਂ ਮੈਂ ਇੱਕ ਨਾਲ ਹੀ ਕਰਾਉਂਗੀ ਤੇ ਉਹ ਕੱਲਾ ਹੀ ਤੁਹਾਡੇ ਤਿੰਨਾਂ ਦੇ ਬਰਾਬਰ ਹੈ। ਆਹ ਦੇਖੋ, ਇਹ ਕਿਹੜਾ ਹੋ ਜਿਹੜਾ ਸਾਡੇ ਤਿੰਨਾਂ ਦੇ ਪਿਆਰ ਦੇ ਵਿੱਚ ਗੁਰਜ ਮਾਰ ਕੇ ਖੰਡਰ ਕਰ ਗਿਆ ਹਵੇਲੀ? ਜਿਹਨੇ ਪੱਟ ਲਈ ਉਹਦੀ ਸੇਲੀ। ਲੈ ਲਾ ਛਣਕਣਾ ਹੁਣ।